ਦੇ ਹੋਏ ਅਸੀਂ ਤੁਹਾਡੇ ਸਾਹਮਣੇ ਜਿਹੜਾ ਨਾਟਕ ਪੇਸ਼ ਕਰ ਰਹੇ ਹਾਂ ਉਸ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਵਿੱਚ ਇੱਕ ਸੀ ਮੰਟੋ। एक सी मंटो, एक सी मंटो, एक सी मंटो, एक सी मंटो, एक पैड़ा पा रहा सी नींदर चुरा रहा सी, पैड़ा पा रहा सी नींदर चुरा रहा सी, जिस्मां दी मंडी विचों रूहां जगा रहा सी, जिस्मां दी मंडी विचों रूहां जगा रहा सी। एक है मंटो, एक है मंटो, एक है मंटो, एक है मंटो, एक पैड़ा पा रहा सी एक हुण भी पा रहा है, एक पैड़ा पा रहा सी एक हुण भी पा रहा है, जिस्मां दी मंडी विचों रूहां जगा रहा है, जिस्मां दी मंडी विचों रूहां जगा रहा है। एक सी मंटो, एक है मंटो, एक सी मंटो, एक है मंटो। प्यारे भाईजान अस्सलाम वालेकुम। मैंने पता है कई तरक्की थे ਵੱਖ-ਵੱਖ ਮੁਲਕਾਂ 'ਚ ਵੱਖ-ਵੱਖ ਸ਼ਹਿਰਾਂ 'ਚ ਮੇਰੀ 100ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸ ਬਾਰੇ ਸੋਚਿਆ ਕਿ ਕਿਉਂ ਨਾ ਮੈਂ ਵੀ ਤੁਹਾਡੇ ਨਾਲ ਕੁਝ ਗੱਲਾਂ ਕਰ ਲਵਾਂ। ਮੈਨੂੰ ਇੱਥੇ ਆਏ ਨੂੰ 58 ਸਾਲ ਹੋ ਚੁੱਕੇ ਨੇ, ਪਰ ਇੱਥੇ ਆ ਕੇ ਮੈਂ ਤੁਹਾਨੂੰ ਖੈਰੀਅਤ ਦਾ ਕੋਈ ਖਤ ਨਹੀਂ ਲਿਖ ਸਕਿਆ। ਉਹਦਾ ਕਾਰਨ ਇਹ ਹੈ ਕਿ ਇੱਥੋਂ ਦਾ ਵਾਤਾਵਰਨ ਮੇਰੇ ਵਾਸਤੇ ਨਵਾਂ ਹੈ, ਪਰ ਖੈਰ ਉਸ ਵਾਤਾਵਰਨ ਨਾਲੋਂ ਚੰਗਾ ਹੈ ਜਿੱਥੇ ਮੈਂ 42 ਸਾਲ ਚੱਕ ਮਾਰੇ। ਮੈਂ ਜਿੰਨੀ ਦੇਰ ਉੱਥੇ ਰਿਹਾ ਸੂਲੀ ਤੇ ਲਟਕਦਾ ਰਿਹਾ। ਜਦੋਂ ਦਾ ਮੈਂ ਇੱਥੇ ਆਇਆ, ਇੱਥੇ ਮੇਰੀ ਪਤਨੀ ਸਫੀਆ ਨੇ ਤੇ ਮੇਰੀਆਂ ਤਿੰਨੇ ਬੱਚੀਆਂ ਨੇ ਕਦੇ ਕੋਈ ਫਰਮਾਇਸ਼ ਨਹੀਂ ਕੀਤੀ। ਨਹੀਂ ਤਾਂ ਅਕਸਰ ਹੁੰਦਾ ਸੀ, ਅੱਬੂ ਆਹ ਚੀਜ਼ ਚਾਹੀਦੀ ਹੈ, ਅੱਬੂ ਫਲਾਣੀ ਚੀਜ਼ ਲਿਆ ਦਿਓ, ਅੱਬੂ ਢੀਮਕੀ ਚੀਜ਼ ਲਿਆ ਦਿਓ। ਤੁਹਾਨੂੰ ਤਾਂ ਪਤਾ ਹੈ ਕਿ ਮੈਂ ਆਪਣੀਆਂ ਬੱਚੀਆਂ ਨਾਲ ਕਿੰਨੀ ਮੁਹੱਬਤ ਕਰਦਾ ਸੀ, ਪਰ ਆਪਣੀ ਆਰਥਿਕ ਤੰਗੀ ਦੇ ਚੱਲਦਿਆਂ ਜਦੋਂ ਮੈਂ ਆਪਣੀਆਂ ਬੱਚੀਆਂ ਦੀਆਂ ਖੁਸ਼ੀਆਂ ਪੂਰੀ ਕਰਦਾ ਤਾਂ ਮੈਂ ਬਹੁਤ ਦੁਖੀ ਹੁੰਦਾ ਸੀ। ਕਈ ਸਾਲ ਤਾਂ ਇਹੋ ਜਿਹੇ ਵੀ ਆਏ ਕਿ ਮੇਰੀ ਬੱਚੀ ਦਾ ਜਨਮ ਦਿਨ ਹੁੰਦਾ ਸੀ, ਦੀ ਗੋੜੀ ਦੀ ਸੀ। ਮੈਂ ਜਿੰਨੀ ਦੇਰ ਤੱਕ ਤੁਹਾਡੀ ਦੁਨੀਆ 'ਚ ਰਿਹਾ, ਤੁਹਾਡੇ ਗਾਵਾਂ ਦੇ ਨਾਲ ਲੜਦਾ ਰਿਹਾ, ਲੜਦਾ ਹੀ ਨਹੀਂ ਰਿਹਾ, ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਸੀ। ਇਸੇ ਕਰਕੇ ਮੈਂ ਤੁਹਾਡੇ ਦੁੱਖਾਂ ਤੇ ਗਮਾਂ ਬਾਰੇ ਲਿਖ ਕੇ ਛੱਡ ਆਇਆ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਜ਼ੁਲਮਾਂ ਦੇ ਮਾਰੇ ਲੋਕ ਕਰਕੇ ਯਾਦ ਰੱਖਣ। ਮੇਰੀ ਜ਼ਮਾਨੇ ਨੇ ਕਦਰ ਨਹੀਂ ਕੀਤੀ ਤੇ ਨਾ ਹੀ ਦੂਜੇ ਲਿਖਣ ਵਾਲਿਆਂ। ਪਰ ਤੁਹਾਨੂੰ ਪਤਾ ਹੈ ਕਿ ਅਗਰ ਅਸੀਂ ਧਰਤੀ ਤੇ ਨਾ ਹੁੰਦੇ ਤਾਂ ਸਾਹਿਤ, ਕਲਾ ਤੇ ਗਿਆਨ ਤੋਂ ਇਲਾਵਾ ਇਸ ਧਰਤੀ ਤੇ ਸਭ ਕੁਝ ਹੁੰਦਾ। ਤੁਹਾਡੇ ਦੇਸ਼ ਦੇ ਵਿੱਚ ਰਹਿੰਦਿਆਂ ਮੇਰੇ ਉੱਪਰ 5 ਮੁਕੱਦਮੇ ਚੱਲੇ ਨੇ ਅਸ਼ਲੀਲਤਾ ਲਿਖਣ ਵਾਲੇ, ਪਰ ਮੈਂ ਕਿਹਾ ਕਿ ਮੈਂ ਕਦੀ ਕੁਝ ਵੀ ਅਸ਼ਲੀਲ ਲਿਖਿਆ ਹੀ ਨਹੀਂ। ਪਰ ਇਸ ਦੇ ਬਾਵਜੂਦ ਮੇਰੇ ਉੱਪਰ ਕਈ ਅਤਿਆਚਾਰ ਕੀਤੇ ਗਏ, ਮੇਰੇ ਵਾਰੰਟ ਕੱਢੇ ਗਏ, ਪਰ ਮੈਂ ਇਨਸਾਫ ਦਾ ਨਾਰਾ ਮਾਰਿਆ। ਜੇ ਮੈਂ ਧਰਤੀ ਤੇ ਹੋਰ ਕੋਈ ਤੇ ਰਹਿ ਜਾਂਦਾ ਤਾਂ ਸੰਭਵ ਹੈ ਕਿ ਮੇਰੇ ਉੱਪਰ ਹੋਰ ਕਈ ਝੂਠੇ ਮੁਕੱਦਮੇ ਖੜੇ ਕਰ ਦਿੱਤੇ ਜਾਂਦੇ। ਜਿੱਥੇ ਅਣਕੀਤੀਆਂ ਦੀ ਸਜ਼ਾ ਮਿਲਦੀ ਹੋਵੇ ਤੇ ਕੌਣ ਮਸਲਾ ਰਹੇ। ਜੇ ਸਰਕਾਰ ਤੋਂ ਭੱਜੇਗੀ ਤੇ ਆਲੋਚਕ ਖਾਣਾ ਨਹੀਂ ਛੱਡਦੇ। ਮੈਂ ਤੇ ਆਲੋਚਕਾਂ ਤੋਂ ਹਮੇਸ਼ਾ ਦੂਰ ਹੀ ਭੱਜਦਾ ਰਿਹਾ। ਦਰਅਸਲ ਇਹ ਆਲੋਚਕ ਉਹ ਲੋਕ ਨੇ ਜੋ ਵਿਗੜੇ ਹੋਏ ਕਹਾਣੀਕਾਰ ਤੇ ਪਿਛਲੇ ਹੋਏ ਸ਼ਾਇਰ, ਜਦੋਂ ਇਹਨਾਂ ਦੇ ਕੋਲ ਰਚਨਾ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਤੇ ਆਲੋਚਨਾ 'ਚ ਗੁਰੂ ਬਣ ਜਾਂਦੇ। ਪਰ ਜਿੰਨੀ ਦੇਰ ਤੱਕ ਇੱਕ ਆਲੋਚਕ ਦੇ ਕੋਲ ਰਚਨਾਤਮਕ ਸ਼ਕਤੀ ਨਾ ਹੋਏਗੀ ਨਾ, ਤਾਂ ਉਹਦੀ ਰਚਨਾ ਦੇ ਵਿੱਚ, ਉਹਦੀ ਲਿਖਤ ਦੇ ਵਿੱਚ ਨਾ ਤਾਂ ਕੋਈ ਸੰਤੁਲਨ ਪੈਦਾ ਹੋਏਗਾ ਤੇ ਨਾ ਹੀ ਘਟਨਾਵਾਂ ਦੇ ਨਾਲ ਸਹਿਜ ਲਗਾਅ ਹੋਏਗਾ। ਜਦ ਤੱਕ ਕਲਾਕਾਰ ਦੇ ਦਿਲ ਦੇ ਨਾਲ ਇੱਕ ਆਲੋਚਕ ਦਾ ਦਿਲ ਵੀ ਧੜਕੇਗਾ ਕਿ ਉਦੋਂ ਜੋ ਕੁਝ ਵੀ ਲਿਖਿਆ ਜਾਏਗਾ ਉਹ ਤੁਹਾਨੂੰ ਸਵੀਕਾਰ ਕਰਨਾ ਹੀ ਪਏਗਾ। एक ही मंटो, एक है मंटो, एक सी मंटो, एक है मंटो, एक परम दा दीवाना के है परम गा रहा है, परम दा दीवाना के है परम गा रहा है। कबरां च मिट्टी होए
ਜਿਸਮਾਂ ਦੇ ਸੋਲੇ ਗਾਵੇ ਕਬਰਾਂ 'ਚ ਮਿੱਟੀ ਹੋਏ ਜਿਸਮਾਂ ਦੇ ਸੋਲੇ ਗਾਏ ਰੋਜ਼ੇ ਕਯਾਮਤਾਂ ਨੂੰ ਐਵੇਂ ਪਿਆ ਬੁਲਾਵੇ ਰੋਜ਼ੇ ਕਿਆਮਤਾਂ ਨੂੰ ਐਵੇਂ ਪਿਆ ਬੁਲਾਵੇ ਇਹ ਪਰਮ ਦਾ ਦੀਵਾਨਾ ਕੇ ਪਰਮ ਗਾ ਰਿਹਾ ਹੈ ਇਹ ਪਰਮ ਦਾ ਦੀਵਾਨਾ ਕੇ ਪਰਮ ਗਾ ਰਿਹਾ ਹੈ ਰੋਜ਼ੇ ਕਯਾਮਤਾਂ ਦੇ ਮਜ਼ਹਬੀ ਵਿਚਾਰ ਛੱਡੋ ਰੋਜ਼ੇ ਕਿਆਮਤਾਂ ਦੇ ਮਜ਼ਹਬੀ ਵਿਚਾਰ ਛੱਡੋ ਪਰਮਾਂ ਦੇ ਪਾਰ ਲਾਓ ਪਰੀਆਂ ਦੇ ਬੇੜ ਵੱਟੋ ਪਰਮਾਂ ਦੇ ਪਾਰ ਲਾਓ ਪਰੀਆਂ ਦੇ ਬੇੜ ਵੱਟੋ ਮੰਟੋ ਨਿਹਾਲੇ ਮੋਇਆ ਚ ਗਿਣ ਨਾ ਛੱਡੋ ਵੰਡੋ ਨਿਹਾਲੇ ਮੋਇਆ ਚ ਗਿਣ ਨਾ ਛੱਡੋ ਉਹ ਖੁੱਲੀ ਅੱਖ ਅੰਦਰ ਸੁਪਨੇ ਟਿਕਾ ਰਿਹਾ ਹੈ ਉਹ ਖੁੱਲੀ ਅੱਖ ਅੰਦਰ ਸੁਪਨੇ ਟਿਕਾ ਰਿਹਾ ਹੈ ਇਹ ਪਰਮ ਦਾ ਦੀਵਾਨਾ ਕੇ ਪਰਮ ਗਾ ਰਿਹਾ ਹੈ ਇਹ ਪਰਮ ਦਾ ਦੀਵਾਨਾ ਕੇ ਪਰਮ ਗਾ ਰਿਹਾ ਹੈ ਉਹ ਖੁੱਲੀ ਅੱਖ ਅੰਦਰ ਸੁਪਨੇ ਟਿਕਾ ਰਿਹਾ ਹੈ ਉਹ ਖੁੱਲੀ ਅੱਖ ਅੰਦਰ ਸੁਪਨੇ ਟਿਕਾ ਰਿਹਾ ਹੈ ਸੁਪਨੇ ਟਿਕਾ ਰਿਹਾ ਹੈ ਕੋਈ ਵੀ ਭਰਮ ਦਾ دیਵਾਨਾ ਨਹੀਂ ਹੈ ਨਾ ਕੋਈ ਭਰਮ ਗਾ ਰਿਹਾ ਹੈ ਇਹ ਉਸ ਮੰਟੋ ਦੀ ਗੱਲ ਕਰ ਰਿਹਾ ਹੈ ਜੋ ਫੌਤ ਹੋ ਚੁੱਕਾ ਹੈ ਤੇ ਮਨੁੱਖੀ ਸ਼ਕਲੋ ਸੂਰਤ ਵਿੱਚ ਕਦੇ ਵੀ ਪਰਤ ਨਹੀਂ ਸਕਦਾ एक कोस मंटो ਨੂੰ ਗਾ ਰਿਹਾ ਹੈ ਜੋ ਫੌਤ ਹੋਇਆ ਹੀ ਨਹੀਂ ਇੱਥੇ ਹੀ ਹੈ ਕਿਤੇ ਗਿਆ ਹੀ ਨਹੀਂ ਇਸ ਤੇ ਮੇਰੇ ਤੁਹਾਡੇ ਤੇ ਸਾਡੇ ਸਾਰਿਆਂ ਦੇ ਵਿਚਕਾਰ ਹਰਫਾਂ ਅੰਦਰ ਲੁਕਿਆ ਬੈਠਾ ਉਹ ਕਬਰ ਜਿਸ ਉੱਤੇ ਲਿਖ ਰੱਖਿਆ ਹੈ ਇਸ ਕਬਰ ਹੇਠਾਂ ਮੰਟੋ ਦਫਨ ਹੈ ਤੇ ਉਸ ਦੇ ਅੰਦਰ ਕਹਾਣੀ ਲਿਖਣ ਦੀਆਂ ਸਾਰੀਆਂ ਰਮਜ਼ਾਂ ਵੀ ਦਫਨ ਹੈ ਉਹ ਸੋਚਦਾ ਹੈ ਕਿ ਉਹ ਵੱਡਾ ਕਹਾਣੀਕਾਰ ਹੈ ਜਾਂ ਰੱਬ ਇਹ ਕਬਰ ਖਬਰੇ ਕਿਸ ਦੀ ਹੈ ਮੰਟੋ ਤਾਂ ਮੋਇਆ ਜਾਂ ਜਿਉਂਦਾ ਜਾਂ ਜਿਵੇਂ ਤੁਸੀਂ ਸਮਝਦੇ ਉਹ ਕਿਤਾਬਾਂ ਦੇ ਵਿੱਚ ਜਦੋਂ ਕੋਈ ਪੰਨਾ ਖੁੱਲਦਾ ਹੈ ਤਾਂ ਉਹ ਜਾਗ ਉੱਠਦਾ ਹੈ ਪੜਨ ਵਾਲੇ ਦੀ ਰੂਹ ਦੇ ਅੰਦਰ ਤੇ ਫਿਰ ਜਾ ਖੜੋਂਦਾ ਹੈ ਮਨ ਚੁੱਲੇ ਆਪਣਾ ਅਫਸਾਨਾ ਸੁਣਾਉਂਦਾ ਅਦਾਕਾਰ ਤਾਂ ਬਸ ਅਦਾਕਾਰੀ ਕਰਦੇ ਨੇ ਬੋਲਦਾ ਤਾਂ ਮੰਟੋ ਆਪ ਹੈ ਹਾਂ ਕਦੇ ਕਦੇ ਅਦਾਕਾਰ ਵੀ ਬੋਲਦੇ ਨੇ ਕਦੀ ਮੰਟੋ ਦੀ ਤਰਫੋਂ ਤੇ ਕਦੀ ਤੁਹਾਡੀ ਤਰਫੋਂ ਇਹ ਬਿਲਕੁਲ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਸ ਕਬਰ ਅੰਦਰ ਕਈ ਸਾਲਾਂ ਤੋਂ ਮੰਟੋ ਨੂੰ ਮੌਤ ਨਹੀਂ ਆਈ ਉਹ ਮਰਨ ਲਈ ਜੰਮੇ ਨਹੀਂ ਜੇ ਇਸ ਦੀ ਮੰਨੀਏ ਤਾਂ ਕਈ ਲੋਕ ਜੀ ਉੱਠਣਗੇ ਜੋ ਸਿਰਫ ਮਰਨ ਲਈ ਜੰਮੇ ਸੀ ਇਹ ਪਰਮ ਇਹ ਸੱਚ ਜੀ ਮਰਨ ਦਾ ਫਰਕ ਹੀ ਤਾਂ ਹੈ ਇੱਕ ਸੀ ਮੰਟੋ ਕਹਾਂਗੇ ਤਾਂ ਇੱਕ ਹੈ ਮੰਟੋ ਵੀ ਆਖਣਾ ਹੀ ਪਏਗਾ ਇੱਕ ਸੀ ਮੰਟੋ ਇੱਕ ਹੈ ਮੰਟੋ ਇੱਕ ਸੀ ਅਸੀਂ ਮੰਟੋ ਦੀਆਂ ਤਿੰਨ ਧੀਆਂ ਅੱਜ ਅਸੀਂ ਆਪਣੇ ਅੱਬੂ ਦੀ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ ਤੁਹਾਡੇ ਨਾਲ ਅੱਜ ਅਸੀਂ ਵੀ ਆਪਣੇ ਅੱਬੂ ਨੂੰ ਯਾਦ ਕਰਨਾ ਹੈ ਮੈਂ ਨਿਗਹਤ ਮੈਂ ਨੁਸਰਤ ਤੇ ਮੈਂ ਨੁਸਰਤ ਅਸੀਂ ਆਪਣੇ ਅੱਬੂ ਦੀ ਕਹਾਣੀ ਸੁਣਾਉਣ ਆਈਆਂ ਉਹਨਾਂ ਦੀਆਂ ਲਿਖਤਾਂ ਦੀ ਸਾਂਝ ਤੁਹਾਡੇ ਨਾਲ ਪਾਉਣ ਆਈਆਂ ਹਾਂ ਸਾਡੇ ਕੁਝ ਸਵਾਲ ਨੇ ਆਪਣੇ ਅੱਬੂ ਸਾਦਤ ਹਸਨ ਮੰਟੋ ਨੂੰ ਵੀ ਤੇ ਇਸ ਸਮਾਜ ਨੂੰ ਸਾਨੂੰ ਪਤਾ ਹੈ ਇਹਨਾਂ ਸਵਾਲਾਂ ਦੇ ਜਵਾਬ ਸਾਦਤ ਹਸਨ ਮੰਟੋ ਦੀਆਂ ਕਹਾਣੀਆਂ ਦੇ ਵਿੱਚ ਹੀ ਲੁਕੇ ਹੋਏ ਤੇ ਉਹਨਾਂ ਲੁਕੇ ਹੋਏ ਜਵਾਬਾਂ ਨੂੰ ਤੁਸੀਂ ਤੇ ਅਸੀਂ ਆਪਣੇ ਮਨ ਮਸਤਕ ਦੀ ਤੀਸਰੀ ਅੱਖ ਨਾਲ ਪਛਾਣਨਾ ਵੀ ਹੈ ਤੇ ਜਾਣਨਾ ਵੀ ਹੈ ਸਾਦਤ ਹਸਨ ਮੰਟੋ ਉਰਦੂ ਜ਼ੁਬਾਨ ਦਾ ਮਹਾਨ ਤੇ ਬੇਜੋੜ ਕਹਾਣੀਕਾਰ ਜੋ ਸਿਰਫ 42 ਸਾਲ ਦੀ ਉਮਰ ਵਿੱਚ ਹੀ ਇਸ ਸੰਸਾਰ ਤੋਂ ਕੂਚ ਕਰ ਗਏ। ਉਹਨਾਂ ਦਾ ਜਨਮ 11 ਮਈ 1912 ਨੂੰ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਤੇ ਸਮਰਾਲੇ ਵਿੱਚ ਹੀ ਉਹਨਾਂ ਦੇ ਬਚਪਨ ਦੇ ਮੁੱਢਲੇ ਸਾਲ ਬੀਤੇ ਸਾਡੇ ਦਾਦਾ ਜੀ ਗੁਲਾਮ ਹਸਨ ਜੀ ਇੱਕ ਬਹੁਤ ਵੱਡੇ ਬੈਰਿਸਟਰ ਸਨ ਫਿਰ ਉਹਨਾਂ ਦੀ ਬਦਲੀ ਅੰਮ੍ਰਿਤਸਰ ਦੇ ਵਿੱਚ ਹੋਈ ਜਿੱਥੇ ਸਾਦਤ ਹਸਨ ਮੰਟੋ ਯਾਨੀ ਕਿ ਸਾਡੇ ਅੱਬੂ ਨੇ ਆਪਣੀ ਮੁੱਢਲੀ ਸਿੱਖਿਆ ਮੁਸਲਿਮ ਹਾਈ ਸਕੂਲ ਅੰਮ੍ਰਿਤਸਰ ਤੋਂ ਕੀਤੀ ਅੰਮ੍ਰਿਤਸਰ ਵਿੱਚ ਸਾਡਾ ਘਰ ਕਿੱਥੇ ਸੀ ਅੰਮ੍ਰਿਤਸਰ ਚ ਜਿਸ ਸਾਡਾ ਘਰ ਜਿਸ ਸਾਡਾ ਘਰ ਅੱਬੂ
ਕੂਚਾ ਵਕੀਲਾਂ ਵਾਲੇ ਕੂਚੇ ਵਿੱਚ ਸਾਡਾ ਘਰ ਸੀ। ਹਾਂ, ਕੂਚਾ ਵਕੀਲਾਂ। ਅੰਮ੍ਰਿਤਸਰ ਵਿੱਚ ਸਾਡਾ ਘਰ ਕੂਚਾ ਵਕੀਲਾਂ ਵਿੱਚ ਸੀ। ਸਾਡੇ ਵੱਡੇ ਵਡੇਰਿਆਂ ਦਾ ਪਿਛੋਕੜ ਕਸ਼ਮੀਰ ਦੀ ਧਰਤੀ ਨਾਲ ਜੁੜਿਆ ਹੋਇਆ। ਅੰਮ੍ਰਿਤਸਰ ਵਿੱਚ ਹੀ ਉਹਨਾਂ ਨੇ ਹਿੰਦੂ ਸਭਾ ਕਾਲਜ ਵਿੱਚ ਕੁਝ ਦੇਰ ਪੜ੍ਹਾਈ ਕੀਤੀ। ਸਕੂਲ ਦੀ ਪੜ੍ਹਾਈ ਕਰਦੇ ਆ ਮੈਟ੍ਰਿਕ ਦੇ ਇਮਤਿਹਾਨ ਵਿੱਚੋਂ 2 ਵਾਰੀ ਫੇਲ ਹੋ ਗਏ। ਇਸ ਕਰਕੇ ਅੱਗੋਂ ਉਹਨਾਂ ਦੀ ਪੜ੍ਹਾਈ ਕਰਨ ਤੋਂ ਬੇਗੁਮਾਨ ਮਨ ਉਤਾਰ ਗਿਆ। ਪਰ ਉਹਨਾਂ ਨੂੰ ਅੰਗਰੇਜ਼ੀ ਨਾਵਲ ਪੜ੍ਹਨ ਦਾ ਬਹੁਤ ਸ਼ੌਕ ਰਿਹਾ। ਇਹ ਸ਼ੌਕ ਇਸ ਹੱਦ ਤੱਕ ਸੀ ਕਿ ਇੱਕ ਵਾਰ ਮੈਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬੁੱਕ ਸਟਾਲ ਤੋਂ ਨਾਵਲ ਚੋਰੀ ਕਰਦਾ ਫੜਿਆ ਗਿਆ। ਬਾਅਦ ਮੇਰੇ ਚੰਚਲ ਦਿਮਾਗ 'ਚ ਇੱਕ ਲਹਿਰ ਉੱਠੀ ਕਿ ਕਿਉਂ ਨਾ ਉਹ ਅੱਗੇ ਪੜਿਆ ਜਾਏ। ਪਰ ਐਂਟਰੈਂਸ ਦਾ ਇਮਤਿਹਾਨ ਮੈਂ 2 ਵਾਰ ਫੇਲ ਹੋ ਕੇ ਪਾਸ ਕੀਤਾ, ਉਹ ਵੀ 3rd ਡਿਵੀਜ਼ਨ ਦੇ ਵਿੱਚ। ਉਰਦੂ ਦੇ ਪਰਚੇ ਵਿੱਚੋਂ ਮੈਂ ਬਿਲਕੁਲ ਫੇਲ। ਪਰ ਤੁਸੀਂ ਲੋਕ ਮੈਨੂੰ ਉਰਦੂ ਦਾ ਬਹੁਤ ਵੱਡਾ ਅਦੀਬ ਮੰਨਦੇ ਹੋ। ਪਰ ਇਹ ਸੋਚ ਕੇ ਕਦੀ-ਕਦੀ ਮੈਨੂੰ ਹਾਸਾ ਆਉਂਦਾ ਕਿ ਉਰਦੂ ਤਾਂ ਮੈਨੂੰ ਅੱਜ ਵੀ ਨਹੀਂ ਆਉਂਦੀ, ਪਰ ਮੈਂ ਸ਼ਬਦਾਂ ਦੇ ਪਿੱਛੇ ਇਸ ਤਰ੍ਹਾਂ ਦੌੜਦਾ ਹੈ ਜਿਵੇਂ ਕੋਈ ਸ਼ਿਕਾਰੀ ਆਪਣਾ ਜਾਲ ਲੈ ਕੇ ਤਿਤਲੀਆਂ ਦੇ ਪਿੱਛੇ ਦੌੜਦਾ, ਪਰ ਤਿਤਲੀਆਂ ਉਹਦੇ ਹੱਥ ਹੀ ਨਹੀਂ ਆਉਂਦੀਆਂ। ਮੈਂ ਡਾਂਗ ਮਾਰ ਤੇ ਜਿੰਨੀਆਂ ਡਾਂਗਾਂ ਮੇਰੀ ਦੌੜ ਤੇ ਪਈਆਂ ਨੇ ਨਾ, ਮੈਂ ਖੁਸ਼ੀ-ਖੁਸ਼ੀ ਚੱਲੀਆਂ। ਦੇਖੋ, ਮੈਂ ਇੱਕ ਇਹੋ ਜਿਹਾ ਨੌਜਵਾਨ ਜੋ ਕਿ ਸਿੱਧੀ ਸਾਦੀ ਸੜਕ ਤੇ ਨਹੀਂ ਚੱਲਦਾ, ਸਗੋਂ ਇੱਕ ਤਣੇ ਹੋਏ ਰਸਤੇ ਤੇ ਤੁਰਦਾ ਹੈ। ਲੋਕ ਸਮਝਦੇ ਨੇ ਕਿ ਹੁਣ ਗਿਰਿਆ, ਪਰ ਮੈਂ ਕਮ ਵਕਤ ਅਜੇ ਤੱਕ ਨਹੀਂ ਗਿਰਿਆ। ਹੋ ਸਕਦਾ ਗਿਰ ਜਾਵਾਂ, ਮੁੱਦੜੇ ਨੂੰ ਕਦੇ ਉੱਠਾ ਹੀ ਨਹੀਂ। ਪਰ ਮੈਂ ਮਰਦੇ ਹੋਏ ਲੋਕਾਂ ਨੂੰ ਇਹ ਕਹਾਂਗਾ ਕਿ ਮੈਂ ਇਸ ਲਈ ਗਿਰਿਆ ਤਾਂ ਜੋ ਗਿਰਾਵਟ ਦੀ ਮਾਯੂਸੀ ਖਤਮ ਹੋ ਸਕੇ। ਸੰਨ 1932 ਵਿੱਚ ਮੰਟੋ ਸਾਹਿਬ ਦੇ ਪਿਤਾ ਜੀ ਯਾਨੀ ਸਾਡੇ ਦਾਦਾ ਜੀ ਦਾ ਇੰਤਕਾਲ ਹੋ ਗਿਆ ਤੇ ਆਪਣੀ ਮਾਂ ਦਾ ਸਹਾਰਾ ਬਣਨ ਲਈ ਸਾਡੇ ਅੱਬੂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਸੰਨ 1933 ਵਿੱਚ ਅੱਬੂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਇਆ ਜਿਸ ਨੇ ਉਹਨਾਂ ਦੀ ਜ਼ਿੰਦਗੀ ਨੂੰ ਪਲਟ ਕੇ ਰੱਖ ਦਿੱਤਾ। ਉਸ ਵੇਲੇ ਉਹਨਾਂ ਦੀ ਉਮਰ 21 ਸਾਲ ਸੀ। ਉਹਨਾਂ ਦੀ ਮੁਲਾਕਾਤ ਅਬਦੁਲ ਬਾਰੀ ਆਲਿਮ ਨਾਲ ਹੋਈ, ਜੋ ਅੰਮ੍ਰਿਤਸਰ ਦੇ ਨਾਮੀ ਤੇ ਸਿਰਕੱਟ ਲੇਖਕ ਸਨ। 13 ਅਪ੍ਰੈਲ 1919 ਜੱਲਿਆਂਵਾਲਾ ਬਾਗ ਹੱਤਿਆਕਾਂਡ ਤੋਂ ਬਾਅਦ ਅੰਮ੍ਰਿਤਸਰ ਸੁਤੰਤਰਤਾ ਸੰਗਰਾਮ ਦਾ ਗੜ੍ਹ ਬਣ ਚੁੱਕਾ ਸੀ। ਇਸ ਘਟਨਾ ਨੇ ਮੇਰੇ ਮਨ ਉੱਤੇ ਬਹੁਤ ਡੂੰਘਾ ਅਸਰ ਕੀਤਾ ਤੇ ਇਸ ਤੋਂ ਪ੍ਰਭਾਵਿਤ ਹੋ ਕੇ ਮੈਂ ਇੱਕ ਕਹਾਣੀ ਲਿਖੀ। ਪਰ ਇਹ ਕਹਾਣੀ ਮੈਂ ਆਪਣੇ ਨਾਂ ਹੇਠ ਨਹੀਂ ਛਪਾਈ, ਇਸੇ ਕਰਕੇ ਮੈਂ ਪੁਲਿਸ ਦੇ ਹੱਥ ਨਹੀਂ ਲੱਗੀ। ਕਹਾਣੀ ਸੀ ਤਮਾਸ਼ਾ। ਕੱਲ 1919 ਦੀ ਹੈ ਭਾਈ ਸਾਹਿਬ, ਜਦੋਂ ਰੋਡ ਐਕਟ ਦੇ ਖਿਲਾਫ ਪੂਰੇ ਪੰਜਾਬ ਵਿੱਚ ਐਜੀਟੇਸ਼ਨ ਚੱਲ ਰਹੀ ਸੀ। ਮੈਂ ਤੁਹਾਨੂੰ ਅੰਮ੍ਰਿਤਸਰ ਦੀ ਗੱਲ ਦੱਸ ਰਿਹਾ। ਸਰ ਮਾਈਕਲ ਤੇ ਡਿਫੈਂਸ ਰੂਲ ਆਫ ਇੰਡੀਆ ਦੇ ਤਹਿਤ ਗਾਂਧੀ ਜੀ ਦੀ ਪੰਜਾਬ ਯਾਤਰਾ ਤੇ ਆਮਦ ਲਾਪਤੀ ਗਈ ਸੀ ਪੂਰੀ ਤਰ੍ਹਾਂ ਦੇ ਨਾਲ। ਹਾਲੇ ਗਾਂਧੀ ਜੀ ਪਰਵਲ ਦੇ ਕੋਲ ਪਹੁੰਚੇ ਸਨ ਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਬੰਬਈ ਵਾਪਸ ਭੇਜ ਦਿੱਤਾ ਗਿਆ। ਕੀ ਹਿੰਦੂ ਕੀ ਮੁਸਲਮਾਨ ਤੇ ਕੀ ਸੀ, ਗਾਂਧੀ ਸਾਰੇ ਬਹੁਤ ਇੱਜ਼ਤ ਕਰਦੇ ਸਨ। ਜਦੋਂ ਗ੍ਰਿਫਤਾਰੀ ਦੀ ਖਬਰ ਲਾਹੌਰ ਪਹੁੰਚੀ ਤਾਂ ਵੇਖਦੇ ਸਾਰਾ ਲਾਹੌਰ ਸ਼ਹਿਰ ਬੰਦ ਹੋ ਗਿਆ ਤੇ ਜਦੋਂ ਇਹ ਖਬਰ ਲਾਹੌਰ ਤੋਂ ਅੰਮ੍ਰਿਤਸਰ ਪਹੁੰਚੀ ਤਾਂ ਵੇਖਦੇ ਸਾਰੇ ਸ਼ਹਿਰ 'ਚ ਹੜਤਾਲ ਹੋ ਗਈ। ਡਾਕਟਰ ਕਿਚਲੂ ਤੇ ਡਾਕਟਰ ਸਤਪਾਲ ਦੀ ਜਲਾਵਤਨੀ ਦੇ ਆਰਡਰ ਡਿਪਟੀ ਕਮਿਸ਼ਨਰ ਸਾਹਿਬ ਕੋਲ ਪਹੁੰਚ ਚੁੱਕੇ ਸਨ, ਪਰ ਪੂਰਾ ਸ਼ਹਿਰ ਪੂਰੇ ਅਮਨ ਅਮਾਨ ਦੇ ਨਾਲ ਰੋਜ਼ ਧਰਨੇ ਦੇ ਰਿਹਾ ਸੀ। ਕਿਸੇ ਵੱਡੀ ਘਟਨਾ ਦਾ ਤਾਂ ਸਵਾਲ ਨਹੀਂ ਸੀ ਪੈਦਾ ਹੁੰਦਾ। ਭਾਈ ਸਾਹਿਬ, ਮੈਂ ਤੁਹਾਨੂੰ ਅੱਖੀ ਡਿੱਠਾ ਹਾਲ ਦੱਸ ਰਿਹਾ। 9 ਤਰੀਕ ਨੂੰ ਰਾਮਨੌਮੀ ਸੀ, ਜਲੂਸ ਤਾਂ ਨਿਕਲਿਆ ਪਰ ਹਾਕਮਾਂ ਦੀ ਮਰਜ਼ੀ ਤੋਂ ਬਗੈਰ ਕਿਸੇ ਨੇ ਇੱਕ ਕਦਮ ਨਹੀਂ ਚੁੱਕਿਆ। ਡਾਕਟਰ ਕਿਚਲੂ ਤੇ ਡਾਕਟਰ ਸਤਪਾਲ ਦੀ ਜਲਾਵਤਨੀ ਦੇ ਆਰਡਰ ਪੂਰੇ ਸ਼ਹਿਰ ਦੇ ਵਿੱਚ ਪਤਾ ਲੱਗ ਚੁੱਕੇ ਸਨ। ਪੂਰੇ ਸ਼ਹਿਰ ਦੇ ਲੋਕ ਕੁਝ ਨਾ ਕੁਝ ਕਰਨਾ ਚਾਹੁੰਦੇ ਸਨ, ਪਰ ਸਾਰੇ ਸ਼ਹਿਰ ਦੇ ਲੋਕਾਂ ਨੂੰ ਡਰ ਸੀ ਕਿ ਕੋਈ ਵੱਡੀ ਘਟਨਾ ਨਾ ਵਾਪਰ ਜਾਏ। ਸਾਰੇ ਕਾਰੋਬਾਰ ਬੰਦ ਸਨ, ਪੂਰਾ ਸ਼ਹਿਰ ਕਬਰਸਤਾਨ ਬਣਿਆ ਹੋਇਆ ਸੀ। ਪਰ ਇਸ ਕਬਰਸਤਾਨ ਦੀ ਚੁੱਪ ਵਿੱਚ ਵੀ ਇੱਕ ਸ਼ੋਰ ਸੀ। ਡਾਕਟਰ ਕਿਚਲੂ ਤੇ ਡਾਕਟਰ ਸਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ। ਹਜ਼ਾਰਾਂ ਦੀ ਤਾਦਾਦ 'ਚ ਲੋਕ ਇਕੱਠੇ ਹੋਏ, ਪਰ ਸਰ ਮਾਈਕਲ ਅਡਵਾਇਰ ਨੇ ਕਿਸੇ ਦੀ ਇੱਕ ਨਹੀਂ ਸੁਣੀ। ਜੇ ਭਾਈ ਸਾਹਿਬ ਤੁਸੀਂ ਅੰਮ੍ਰਿਤਸਰ ਦੇਖਿਆ ਹੋਵੇ, ਤੁਹਾਨੂੰ ਪਤਾ ਹੋਵੇਗਾ ਕਿ ਸ਼ਹਿਰ ਨੂੰ ਸਿਵਲ ਲਾਈਨ ਨੂੰ ਜੋੜਨ ਵਾਲਾ ਇੱਕ ਪੁਲ ਹੈ, ਜਿੱਥੋਂ ਦੀ ਹੋ ਕੇ ਠੰਡੀ ਸੜਕ ਤੇ ਪਹੁੰਚਦਾ ਹੈ, ਜਿੱਥੇ ਹਾਕਮਾਂ ਨੇ ਆਪਣੇ ਲਈ ਰਹਿਣ ਬਸੇਰੇ ਬਣਾਏ ਹੋਏ ਸੀ। ਜਦੋਂ ਹਜੂਮ ਹਾਲਗੇਟ ਤੱਕ ਪਹੁੰਚਿਆ ਤੇ ਪਤਾ ਲੱਗਾ ਕਿ ਪੁਲ ਤੇ ਪੂਰੇ ਘੋੜਸਵਾਰਾਂ ਦਾ ਪਹਿਰਾ ਹੈ, ਪਰ ਹਜੂਮ ਬਿਲਕੁਲ ਨਾ ਰੁਕਿਆ। ਉਹ ਪੂਰੀ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ। ਭਾਈ ਸਾਹਿਬ, ਮੈਂ ਉਸ ਹਜੂਮ ਵਿੱਚ ਸ਼ਾਮਲ ਸਾਂ। ਸਾਰੇ ਲੋਕਾਂ ਵਿੱਚ ਬਹੁਤ ਜੋਸ਼ ਸੀ, ਪਰ ਸਾਰੇ ਲੋਕ ਨਿਹੱਥੇ ਸਨ। ਕਿਸੇ ਦੇ ਹੱਥ ਵਿੱਚ ਵੀ ਇੱਕ ਸੋਟੀ ਤੱਕ ਨਹੀਂ ਸੀ। ਭਾਈ ਸਾਹਿਬ, ਹਜ਼ੂਮ ਸਰਕਦਾ ਹੋਇਆ ਪੁਲ ਵੱਲ ਅੱਗੇ ਚਲਾ ਗਿਆ। ਪੁਲ ਦੇ ਉੱਤੇ ਗੋਰੇ ਅਫਸਰ ਖੜੇ ਸਨ। ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਰ ਪਾਸੇ ਭਗਦੜ ਮਚ ਗਈ। ਗੋਰਿਆਂ ਦੀ ਗਿਣਤੀ ਕੁਝ ਕੁ ਸੀ, ਪਰ ਹਜੂਮ ਹਜ਼ਾਰਾਂ ਦੀ ਤਾਦਾਦ ਵਿੱਚ ਸੀ। ਪਰ ਭਾਈ ਸਾਹਿਬ, ਤੁਹਾਨੂੰ ਪਤਾ ਹੈ ਨਾ ਕਿ ਗੋਲੀ ਦੀ ਦਹਿਸ਼ਤ ਕਿੰਨੀ ਹੁੰਦੀ ਹੈ। ਕੁਝ ਲੋਕ ਤਾਂ ਗੋਲੀ ਨਾਲ ਜ਼ਖਮੀ ਹੋ ਗਏ ਤੇ ਕੁਝ ਵਿਚਾਰੇ ਭਗਦੜ ਦੇ ਵਿੱਚ।
ਮੈਨੂੰ ਧੱਕਾ ਵੱਜਾ ਤੇ ਮੈਂ ਵੀ ਨਾਲੇ ਵਿੱਚ ਚੜ ਗਿਆ। ਜਦ ਮੈਂ ਬਾਹਰ ਨਿਕਲਿਆ ਮੈਂ ਦੇਖਿਆ ਕਿ ਸਾਰਾ ਹਜੂਮ ਤਿੱਤਰ-ਬਿੱਤਰ ਹੋ ਚੁੱਕਾ ਹੈ। ਜਿਹੜੇ ਲੋਕ ਜ਼ਖਮੀ ਹੋਏ ਨੇ ਉਹ ਪੁਲ ਤੇ ਪਏ ਹੋਏ ਨੇ ਤੇ ਗੋਰੇ ਘੋੜਸਵਾਰ ਉਹਨਾਂ ਵੱਲ ਦੇਖ ਕੇ ਹੱਸ ਰਹੇ ਨੇ। ਦੂਰੋਂ बहुत आवाज आ रही है सर, लोग चीख रहे सर। मेरे भाई साहब आपको कर रहे हो भाई साहब। ਜਦੋਂ ਮੈਂ ਜਾਰਾ ਪੀੜਦੀ ਹੋ ਕੇ ਹਾਲਗੇਟ ਤੱਕ ਪਹੁੰਚਿਆ ਮੈਂ ਦੇਖਿਆ ਕਿ 30-40 ਨੌਜਵਾਨ ਹੱਥਾਂ ਵਿੱਚ ਇੱਟਾਂ ਰੋੜੇ ਫੜ ਕੇ ਹਾਲਗੇਟ ਦੇ ਘੜਿਆਲ ਮਾਰ ਰਹੇ ਯਾਰ ਦਾ ਸ਼ੀਸ਼ਾ ਟੁੱਟ ਕੇ ਥੱਲੇ ਡਿੱਗ ਚੁੱਕਾ ਸੀ। ਦੇਖਿਆ ਕਿ ਇੱਕ ਨੌਜਵਾਨ ਬਹੁਤ ਉੱਚੀ ਰੋੜਾ ਪਾ ਰਿਹਾ ਸੀ। आओ मेरे नाल आओ मलका दा पुत तोड़िए आओ इन्हां बैंकां नूं साड़िए कोतवाली नूं अग ला दिए आओ मेरे नाल उत्ते चल के ना गोरियां नूं मारिए आओ मेरे नाल चलो आओ मेरे नाल आओ। मैं उसनूं पछाण लिया वो थैला कंजर सी मोहम्मद तफैल। थैले कंजर दे नाल मशहूर सी क्योंकि एक कवायद दे कुत्तो सी आवारागर्द किस्म दा आदमी सी। शराब ते जुए दी लत ਉਹਨੂੰ बचपन तो पै गई सी। ਉਹਦੀਆਂ ਦੋ ਭੈਣਾਂ ਸਨ ਸ਼ਮਸ਼ਾਦ ਤੇ ਅਰਮਾਨ। ਕਹਿੰਦੇ ਨੇ ਆਪਣੇ ਜ਼ਮਾਨੇ ਦੀਆਂ ਬਹੁਤ ਹਸੀਨ ਤਵਾਇਫਾਂ ਸਨ। ਮਾਸਟਰ ਦਾ ਉਹਨਾਂ ਨਾਲ ਪੁੱਛਿਆ ਵੇਖ ਲਈ ਦੂਰੋਂ ਲੋਕ ਆਇਆ ਕਰਦੇ ਸਨ ਪਰ ਦੋਵੇਂ ਭੈਣਾਂ ਆਪਣੇ ਇਸ ਭਰਾ ਤੋਂ ਬਹੁਤ ਜ਼ਿਆਦਾ ਦੁਖੀ ਸਨ। ਇੱਕ ਤਰ੍ਹਾਂ ਦੇ ਨਾਲ ਇਹਨਾਂ ਭੈਣਾਂ ਨੇ ਆਪਣੇ ਇਸ ਭਰਾ ਨਾਲ ਰਿਸ਼ਤਾ ਤੋੜਿਆ ਹੋਇਆ ਸੀ ਪਰ ਥੈਲਾ ਕੰਜਰ ਫਿਰ ਵੀ ਕਿਸੇ ਆਨੇ ਬਹਾਨੇ ਆਪਣੀਆਂ ਭੈਣਾਂ ਦੇ ਕੋਲ ਵਸੂਲੀ ਕਰਨ ਵਾਸਤੇ ਆਇਆ ਕਰਦਾ ਸੀ। ਲਤੀਫੇਬਾਜ਼ੀ ਉਸ ਵਿੱਚ ਘੁੱਟ ਕੇ ਭਰੀ ਹੋਈ ਸੀ। ਮਿਰਾਸੀਆਂ ਤੇ ਪੰਡਾਂ ਦੀ ਲਿਫਾਫੇਬਾਜ਼ੀ ਤੋਂ ਕੋਹਾਂ ਦੂਰ ਸੀ। ਲੰਬਾ ਕੱਦ ਸਡਾਰ ਹੱਥ ਪੈਰ ਮਜ਼ਬੂਤ ਕਸਰਤੀ ਪਿੰਡਾ। ਮੈਂ ਕਿਹਾ ਦੇਖ ਖਾਸੀ ਉਹਨੇ ਮੁੰਡਿਆਂ ਵੱਲ ਜ਼ੋਰ ਦੀ ਚੀਕਿਆ ਦਰਦ ਲਾਇਆ। ਆਪਣਾ ਜੋਸ਼ ਤੋਂ ਦਵਾਈ ਕਰਦੇ ਹੋ ਆਓ ਮੇਰੇ ਨਾਲ ਇਹਨਾਂ ਅੰਗਰੇਜ਼ਾਂ ਨੂੰ ਮਾਰੀਏ ਜਿਨ੍ਹਾਂ ਸਾਡੇ ਲੋਕਾਂ ਨੂੰ ਜ਼ਖਮੀ ਕੀਤਾ ਹੈ ਜਿਨ੍ਹਾਂ ਦੀਆਂ ਅੱਖਾਂ ਲੋਕਾਂ ਨੂੰ ਮਾਰਿਆ ਆਓ ਮੇਰੇ ਨਾਲ। ਸਾਡੇ ਚ ਇੰਨੀ ਤਾਕਤ ਹੈ ਕਿ ਅਸੀਂ ਇਹਨਾਂ ਦੀਆਂ ਕੱਚੀਆਂ ਮਰੋੜ ਸਕਦੇ ਹਾਂ। ਆਓ ਮੇਰੇ ਨਾਲ ਆਓ ਚਲੋ। ਕੁਝ ਲੋਕ ਤਾਂ ਪਹਿਲੇ ਮਲਕਾ ਦੇ ਬੁੱਤ ਵੱਲ ਜਾ ਚੁੱਕੇ ਸਨ ਤੇ ਜਿਹੜੇ ਉੱਥੇ ਖੜੇ ਸਨ ਉਹ ਥੈਲੇ ਦੀ ਗੱਲ ਸੁਣ ਕੇ ਉਹਦੇ ਮਗਰ ਜਾਣ। ਭਾਈ ਸਾਹਿਬ ਮੈਂ ਆਪ ਖੜਿਆ ਹੋਇਆ ਸਾਂ ਸਿਆਣਾ ਹੋਇਆ ਤੁਹਾਡੇ ਕੋਲ ਖੜਾ ਸਾਂ। ਮੈਨੂੰ ਆਵਾਜ਼ ਦਿੱਤੀ ਓਏ ਅੰਦਰ ਨਾ ਜਾਓ ਯਾਰ ਅੰਦਰ ਆ ਜਾਓ ਕਿਉਂ ਨਾ ਆਪਣੀ ਜਾਨ ਖੋਉਂਦੇ ਹੋ। ਓਏ ਗੋਲੀਆਂ ਤੋਂ ਡਰਦਾ दफा दो पीछे मत जाओ पर अगे बढ़ाए हुए कदम कभी पीछे नहीं मुड़ा करते। आओ मेरे नाल चलो अंग्रेजां में खो बैठिए आओ मेरे नाल आओ चलो। थैला बहुत तेजी रख के बढ़ रहा सी। हालगेट तो पुल दा रास्ता है कितना होवेगा कोई 60-70 कदम। थैला बहुत तेजी रख के बढ़िया कि अगे जिथे पुल खत्म होता है उथे जाके थैले ने एक जोर दी नारा मारिया ओए अंग्रेजों दफा जाओ ਤੁਹਾਨੂੰ ਨਹੀਂ ਛੱਡਣਾ ਇਸ ਮੁਲਕ ਤੋਂ ਤੁਹਾਨੂੰ ਕੱਢ ਕੇ ਸਾਹ ਲੈਣਾ ਚਲੇ ਜਾਓ। ਫਿਰ ਗੋਰੇ ਘੋੜਸਵਾਰ ਨੇ ਇੱਕ ਫਾਇਰ ਕੀਤਾ। ਮੇਰੀਆਂ ਅੱਖਾਂ ਦਮ ਬੰਦ ਹੋ ਗਈਆਂ। ਮੈਨੂੰ ਲੱਗਾ ਕਿ ਗੋਲੀ ਥੈਲੇ ਤੇ ਲੱਗ ਚੁੱਕੀ ਹੈ ਥੈਲਾ ਥੱਲੇ ਡਿੱਗ ਚੁੱਕਾ ਪਰ ਨਹੀਂ। ਜਦੋਂ ਮੈਂ ਅੱਖਾਂ ਖੋਲੀਆਂ ਮੈਂ ਦੇਖਿਆ ਕਿ ਥੈਲਾ ਪਿਛਾਂਹ ਵੱਲ ਵੇਖਦਾ ਹੋਇਆ ਗਾਂ ਵੱਲ ਵਧ ਰਿਹਾ ਤੇ ਫਿਰ ਇੱਕ ਫਾਇਰ ਹੋਰ ਹੋਇਆ। ਮੈਂ ਦੇਖਿਆ ਥੈਲੇ ਦਾ ਮੂੰਹ ਮੇਰੇ ਵੱਲ ਸੀਗਾ। ਉਹਨੇ ਆਪਣੀ ਪਿੱਠ ਤੱਕ ਫੇਰਿਆ ਤੇਰੇ ਗੋਰੇ ਵੱਲ ਵੇਖਿਆ ਹੁਣ ਉਹਦੀ ਪਿੱਠ ਮੇਰੇ ਵੱਲ ਸੀ। ਮੈਂ ਦੇਖਿਆ ਉਹਦਾ ਕੁੜਤਾ ਜੋ ਚਿੱਟੇ ਰੰਗ ਦਾ ਸੀ ਉਹਦੇ ਤੇ ਲਾਲ ਧੱਬੇ ਪਏ ਹੋਏ ਸਨ ਪਰ ਥੈਲਾ ਘਬਰਾਇਆ ਨਹੀਂ। ਉਹ ਸ਼ੇਰ ਵਾਂਗ ਅੱਗੇ ਵਧਿਆ ਤੇ ਗੋਰੇ ਘੋੜਸਵਾਰ ਤੇ ਝਪਟਿਆ ਉਹਨੂੰ ਘੋੜੇ ਤੋਂ ਥੱਲੇ ਲਾਇਆ ਤੇ ਉਹਦੀ ਛਾਤੀ ਤੇ ਲੰਮਾ ਪੈ ਗਿਆ। ਜਿਹੜਾ ਦੂਜਾ ਘੋੜਸਵਾਰ ਸੀ ਉਹ ਥੈਲੇ ਦੀ ਬਹਾਦਰੀ ਵੇਖ ਕੇ ਬਖਲਾ ਗਿਆ। ਉਹਨੇ ਥੈਲੇ ਦੇ ਪਿੰਡੇ ਵਿੱਚ 3-4 ਫਾਇਰ ਕੀਤੇ। ਟੌਣ ਹਾਲ ਤੇ 3 ਬੈਂਕਾਂ ਨੂੰ ਅੱਗ ਲਾ ਦਿੱਤੀ ਗਈ। ਬੜੀ ਭਗਦੜ ਮਚੀ। 5-6 ਗੋਰੇ ਮਾਰੇ ਗਏ। ਇਹਨਾਂ ਗੋਰਿਆਂ ਦਾ ਬਦਲਾ ਲੈਣ ਲਈ ਜੱਲਿਆਂਵਾਲੇ ਬਾਗ ਦਾ ਸਾਕਾ ਵਾਪਰਿਆ। 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਜੱਲਿਆਂਵਾਲੇ ਬਾਗ ਵਿੱਚ ਇੱਕ ਬਹੁਤ ਵੱਡਾ ਜਲਸਾ ਹੋ ਰਿਹਾ ਸੀ। ਇਸ ਜਲਸੇ ਵਿੱਚ ਲਗਭਗ 25,000 ਲੋਕ ਆਏ ਸਨ। ਜਨਰਲ ਡਾਇਰ ਆਪਣੇ ਹਥਿਆਰਬੰਦ ਸਿਪਾਹੀਆਂ ਦੇ ਨਾਲ ਉੱਥੇ ਦਾਖਲ ਹੋਇਆ ਤੇ ਨਿਹੱਥੇ ਲੋਕਾਂ ਉੱਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਤਾਂ ਥੈਲੇ ਕੰਜਰ ਦੀ ਗੱਲ ਕਰ ਰਿਹਾ। ਹਾਂ ਭਾਈ ਸਾਹਿਬ ਥੈਲੇ ਵਿੱਚ ਚਾਰੇ ਐ ਛੜਾਈ ਸਨ। ਬੇਸ਼ੱਕ ਇੱਕ ਤਵਾਇਫ ਦੇ ਕੁੱਖੋਂ ਸੀ ਪਰ ਬਹੁਤ ਬਹਾਦਰ ਸੀ। ਹੁਣ ਮੈਂ ਜਾਣ ਸਕਦਾ ਕਿ ਜਿਹੜੀ ਪਹਿਲੀ ਗੋਲੀ ਚੱਲੀ ਸੀ ਉਹ ਵੀ ਥੈਲੇ ਨੂੰ ਲੱਗੀ ਸੀ ਪਰ ਜੋਸ਼ ਦੇ ਵਿੱਚ ਭੁੱਲ ਚੁੱਕਾ ਸੀ ਕਿ ਉਹਦੀ ਛਾਤੀ ਦੇ ਵਿੱਚ ਗਰਮਾ ਗਰਮ ਬਾਰੂਦ ਧੂ ਕਰ ਰਿਹਾ। ਦੂਜੀ ਗੋਲੀ ਉਹਦੇ ਪਿੰਡੇ ਵਿੱਚ
ਫਿਰ ਕਿਤੇ ਵੀ ਛੱਡੀ ਮੈਂ ਦੇਖਿਆ ਤਾਂ ਨਹੀਂ, ਪਰ ਦੇਖਣ ਵਾਲੇ ਦੱਸਦੇ ਨੇ ਕਿ ਜਦੋਂ ਥੈਲੇ ਦੀ ਲਾਸ਼ ਨੂੰ ਉਸ ਗੋਰੇ ਅੰਗਰੇਜ਼ ਦੀ ਲਾਸ਼ ਤੋਂ ਵੱਖ ਕੀਤਾ ਗਿਆ ਤਾਂ ਬੜੀ ਮੁਸ਼ਕਲ ਪੇਸ਼ ਆਈ, ਕਿਉਂਕਿ ਥੈਲੇ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਗੋਰੇ ਅੰਗਰੇਜ਼ ਦੇ ਗਰਦਨ ਵਿੱਚ ਬਹੁਤ ਬੁਰੀ ਤਰ੍ਹਾਂ ਧੱਸੀਆਂ ਪਈਆਂ ਸਨ। ਬਹੁਤ ਮੁਸ਼ਕਲ ਦੇ ਨਾਲ ਉਹਨਾਂ ਨੂੰ ਵੱਖ ਕੀਤਾ ਜਾ ਸਕਿਆ। ਗੋਰਾ ਜਹੰਨਮ ਵਿੱਚ ਪਹੁੰਚ ਚੁੱਕਾ ਸੀ। ਜਦੋਂ ਥੈਲੇ ਦੀ ਲਾਸ਼ ਨੂੰ ਘਰ ਵਾਲੇ ਦੇ ਸਪੁਰਦ ਕੀਤਾ ਗਿਆ ਤਾਂ ਉਹਦੀ ਲਾਸ਼ ਗੋਲੀਆਂ ਨਾਲ ਛੰਨੀ ਹੋਈ ਪਈ ਸੀ। ਜਦੋਂ ਥੈਲੇ ਦੀ ਲਾਸ਼ ਨੂੰ ਮੁਹੱਲੇ ਵਿੱਚ ਲਿਆਂਦਾ ਗਿਆ ਤਾਂ ਚਾਰੇ ਪਾਸੇ ਕੋਹਰਾਮ ਮਚ ਗਿਆ। ਹਾਲਾਂਕਿ ਥੈਲਾ ਆਪਣੀ ਬਰਾਦਰੀ ਵਿੱਚ ਇੰਨਾ ਮਸ਼ਹੂਰ ਨਹੀਂ ਸੀ, ਪਰ ਉਹਦੀ ਕੀਮਾ ਹੋਈ ਲਾਸ਼ ਵੇਖ ਕੇ ਸਾਰੇ ਰੋਣ ਲੱਗ ਪਏ। ਉਹਦੀਆਂ ਭੈਣਾਂ ਬੇਹੋਸ਼ ਹੋ ਗਈਆਂ। ਦੇਖਣ ਵਾਲੇ ਦੱਸਦੇ ਨੇ ਕਿ ਜਦੋਂ ਥੈਲੇ ਦਾ ਜਨਾਜ਼ਾ ਨਿਕਲਿਆ ਤਾਂ ਉਹਦੀਆਂ ਭੈਣਾਂ ਨੇ ਇਹੋ ਜਿਹੇ ਵਹਿਣ ਪਾਏ ਕਿ ਸੁਣਨ ਵਾਲੇ ਲਹੂ ਦੇ ਅੱਥਰੂ ਰੋਣ ਲੱਗ ਪਏ। ਹਾਂ ਭਾਈ ਸਾਹਿਬ, ਮੈਂ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਫਰਾਂਸ ਦੇ ਇਨਕਲਾਬ ਵਿੱਚ ਪਹਿਲੀ ਗੋਲੀ ਇੱਕ ਕਾਮ ਵੇਸਵਾ ਨੂੰ ਲੱਗੀ ਸੀ ਤੇ ਥੈਲਾ ਵੀ ਵੇਸਵਾ ਦਾ ਪੁੱਤਰ ਸੀ। ਹਫੜਾ ਦਫੜੀ ਦੇ ਵਿੱਚ ਥੈਲੇ ਦੀ ਲਾਸ਼ ਨੂੰ ਦਫਨਾ ਦਿੱਤਾ ਗਿਆ। ਸ਼ਾਇਦ ਉਹਦੇ ਬਰਾਦਰੀ ਦੇ ਲੋਕਾਂ ਨੂੰ ਇਹ ਡਰ ਸੀ ਕਿ ਥੈਲੇ ਨੇ ਬਹੁਤ ਵੱਡਾ ਗੁਨਾਹ ਕੀਤਾ। ਥੈਲਾ ਮਰ ਚੁੱਕਾ ਸੀ, ਥੈਲਾ ਦਫਨਾ ਦਿੱਤਾ ਗਿਆ ਸੀ ਤੇ ਸਭ ਕੁਝ ਹੋਰ ਕਹਿ ਲਗੇ ਸੀ। ਹਾਂ ਭਾਈ ਸਾਹਿਬ, ਇਸ ਦਾਸਤਾਨ ਦਾ ਦਰਦਨਾਕ ਹਿੱਸਾ ਨੇ ਬਾਕੀ ਹੋ ਗਈ। ਥੈਲੇ ਦੀਆਂ ਦੋ ਭੈਣਾਂ ਸਨ, ਸ਼ਮਸ਼ਾਦ ਤੇ ਅਲਮਾਸ। ਸ਼ਮਸ਼ਾਦ ਤਾਂ ਬਹੁਤ ਸੋਹਣੀ ਸੀ, ਉੱਚਾ ਲੰਮਾ ਕੱਦ, ਤਿੱਖੇ ਨੈਣ, ਠੋਰੀ ਕਮਾਲ ਦੀ ਗਾਉਂਦੀ ਸੀ। ਤੇ ਅਲਮਾਸ ਦਾ ਗਲਾ ਇੰਨਾ ਵਧੀਆ ਨਹੀਂ ਸੀ, ਪਰ ਉਹਦਾ ਮੁਜਰਾ ਬੜਾ ਮਸ਼ਹੂਰ ਸੀ। ਉਹਦਾ ਮੁਜਰਾ ਵੇਖਣ ਲਈ ਦੂਰੋਂ ਲੋਕ ਆਇਆ ਕਰਦੇ ਸਨ। ਦੋਵੇਂ ਭੈਣਾਂ ਇੰਨੀਆਂ ਸੋਹਣੀਆਂ ਸਨ ਕਿ ਉਹਨਾਂ ਦੇ ਹੁਸਨ ਦਾ ਜਾਦੂ ਹਰ ਇੱਕ ਦੇ ਸਿਰ ਚੜ ਕੇ ਬੋਲਦਾ ਸੀ। ਕਿਸੇ ਡੋਡੀ ਨੇ ਅੰਗਰੇਜ਼ ਅਫਸਰਾਂ ਨੂੰ ਜਾ ਦੱਸਿਆ ਥੈਲੇ ਦੀਆਂ ਭੈਣਾਂ ਬਾਰੇ। ਉਹ ਅੰਗਰੇਜ਼ ਜਿਹੜੇ ਮਾਰੇ ਗਏ ਸਨ, ਉਹਨਾਂ ਵਿੱਚ ਇੱਕ ਮੇਲ ਵੀ ਸੀ। ਨਾਮ ਸੀ ਉਸਦਾ, ਹਾਂ, ਮਿਸ ਸ਼ੇਰਵੁੱਡ। ਗੋਰੇ ਨੇ ਸਲਾਹ ਕੀਤੀ ਕਿ ਥੈਲੇ ਦੀਆਂ ਭੈਣਾਂ ਨੂੰ ਬੁਲਾਇਆ ਜਾਏ ਤੇ ਉਹਨਾਂ ਕੋਲੋਂ ਦਿਲ ਖੋਲ ਕੇ ਬਦਲਾ ਲਿਆ ਜਾਏ। ਜਦੋਂ ਇਲਾਕੇ ਦੇ ਥਾਣੇਦਾਰ ਨੂੰ ਇਸ ਦੇ ਆਰਡਰ ਮਿਲੇ ਤਾਂ ਝਟਪਟ ਥੈਲੇ ਦੀਆਂ ਭੈਣਾਂ ਦੇ ਘਰ ਪਹੁੰਚ ਤੇ ਉਹਨਾਂ ਨੂੰ ਕਹਿਣ ਲੱਗਾ, ਚਲੋ ਬਈ, ਤੁਹਾਨੂੰ ਵੱਡੇ ਸਾਹਮਣੇ ਬੁਲਾਇਆ, ਤੁਹਾਡਾ ਮੁਜਰਾ ਵੇਖਣਾ ਉਹਨਾਂ ਨੇ। ਭਰਾ ਦੇ ਕਬਰ ਦੀ ਮਿੱਟੀ ਹਾਲੇ ਤੱਕ ਸਿੱਲੀ ਸੀ ਤੇ ਦੋਵਾਂ ਭੈਣਾਂ ਨੂੰ ਹਾਕਮਾਂ ਨੇ ਆਪਣੇ ਦਰਬਾਰ ਵਿੱਚ ਕਿ ਆਓ ਸਾਡੇ ਦਰਬਾਰ ਵਿੱਚ ਨੱਚੋ। ਸ਼ਾਇਦ ਉਹ ਭੁੱਲ ਗਏ ਸਨ ਕਿ ਤਵਾਇਫਾਂ ਵੀ ਕਿਸੇ ਦੀਆਂ ਮਾਵਾਂ ਭੈਣਾਂ ਹੁੰਦੀਆਂ ਨੇ, ਤਵਾਇਫਾਂ ਵਿੱਚ ਵੀ ਅਣਖ ਹੁੰਦੀ ਹੈ। ਪਰ ਭਾਈ ਸਾਹਿਬ, ਕੀ ਉਹ ਨੱਚਣ ਵਾਸਤੇ ਗਈਆਂ? ਹਾਂ ਭਾਈ ਸਾਹਿਬ, ਉਹ ਨੱਚਣ ਵਾਸਤੇ ਗਈਆਂ। ਸੱਚ ਦੱਸ ਕੇ ਉਸ ਦਿਨ ਬਹੁਤ ਆਪਦੀਆਂ ਪਰੀਆਂ ਲੱਗ ਰਹੀਆਂ ਸਨ। ਵੇਖਣ ਵਾਲੇ ਦੱਸਦੇ ਨੇ ਕਿ ਸਾਰੀ ਰਾਤ ਮਹਿਫਲ ਚੱਲਦੀ ਰਹੀ, ਸ਼ਰਾਬ ਦੇ ਦੌਰ ਵੀ ਚੱਲਦੇ ਰਹੇ ਜੋ ਨੱਚਦੀਆਂ ਤੇ ਫਿਰ ਰਾਤ ਨੂੰ 2 ਵਜੇ ਇੱਕ ਗੋਰੇ ਅਫਸਰ ਦੇ ਇਸ਼ਾਰੇ ਦੇ ਨਾਲ ਮਹਿਫਲ ਖਤਮ ਹੋਈ ਤੇ ਥੈਲੇ ਦੀਆਂ ਦੋਵਾਂ ਭੈਣਾਂ ਨੇ ਆਪਣੇ ਚਮਕੀਲੇ ਕੱਪੜੇ ਪਾੜ ਸੁੱਟੇ ਤੇ ਅਲਪ ਨੰਗੀਆਂ ਹੋ ਕੇ ਉਹਨਾਂ ਅੰਗਰੇਜ਼ਾਂ ਨੂੰ ਕਹਿਣ ਲੱਗੀਆਂ, ਲਓ ਵੇਖ ਲਓ ਸਾਨੂੰ, ਅਸੀਂ ਥੈਲੇ ਦੀਆਂ ਭੈਣਾਂ, ਉਸ ਸ਼ਹੀਦ ਦੀਆਂ ਭੈਣਾਂ ਜਿਸ ਦੇ ਖੂਬਸੂਰਤ ਜਿਸਮ ਨੂੰ ਤੁਸੀਂ ਆਪਣੀਆਂ ਗੋਲੀਆਂ ਨਾਲ ਇਸ ਕਰਕੇ ਛੱਲੀ ਕਰ ਦਿੱਤਾ ਕਿਉਂਕਿ ਉਸ ਦੇ ਜਿਸਮ ਵਿੱਚ ਆਪਣੇ ਵਤਨ ਨਾਲ ਮੁਹੱਬਤ ਕਰਨ ਵਾਲੀ ਰੂਹ ਵਸੀ ਹੋਈ ਸੀ। ਹਾਂ, ਉਸ ਥੈਲੇ ਦੀਆਂ ਸੋਹਣੀਆਂ ਸੁਰੱਖੀਆਂ ਭੈਣਾਂ ਆ। ਆਓ ਤੇ ਆਪਣੀ ਹਵਸ ਦੇ ਨਾਲ ਸਾਡਾ ਖੁਸ਼ਬੂਆਂ ਚ ਭਿੱਜਿਆ ਜਿਸਮ ਦਾਗੀ ਕਰ ਦਿਓ, ਪਰ ਇਸ ਤੋਂ ਪਹਿਲਾਂ ਸਿਰਫ ਇੱਕ ਵਾਰ ਅਸੀਂ ਤੁਹਾਡੇ ਮੂੰਹਾਂ ਤੇ ਥੁੱਕਣਾ ਚਾਹੁੰਦੀਆਂ। ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ ਤੇ ਬਹੁਤ ਕੁਝ ਕਿਹਾ ਜਾ ਚੁੱਕਿਆ ਹੈ, ਪਰ ਸਭ ਕੁਝ ਮੇਰੇ ਪੱਖ 'ਚ ਕੱਟ ਤੇ ਮੇਰੇ ਵਿਰੋਧ ਜ਼ਿਆਦਾ ਕਿਹਾ ਗਿਆ।
अगर मेरी सारियां लिखतां सामने रख दित्तियां जान तां कोई अकलमंद बंदा मेरे बारे अपनी राय नहीं दे सकता। मेरे बारे जो कुछ लिखा गया मैंने तो कोई इतराज नहीं है, पर जो कुछ पेश किया गया वो हकीकत तो बहुत दूर है। कोई मैंने शैतान कहता है, कोई कहता है गंजा फरिश्ता। खैर मैं हुण ज़्यादा भूमिका नहीं पैना चाहता। मैं तुहानूं दस दिया कि मेरे वर्गा 1-2 आदमी मैं अपनी जिंदगी च पहला कदे नहीं देखा जिन्हों जमा कर दिता जाए कि वो जाते हैं 3। हुण मेरे वर्गा एक गधा कहानीकार किवें बन गया? दरअसल आलोचक बड़े बड़े लंबे बड़े बड़े चौड़े लेख लिखते हैं अपनी विद्वता का सबूत देने लिए। शोपेनहावर, नीत्शे, हेगल, मार्क्स का हवाला देते, पर हकीकत तो बहुत दूर। मेरी जी कहानीकारी है ना, दरअसल वो 2 विरोधी सुभावां वाले व्यक्तियों के टकराव का नतीजा। मेरे वालिद साहब खुदा उन्होंने जन्नत नसीब करे, बड़े कठोर किस्म के सन। मेरी मां बहुत ही धर्म सवाल तीन दोहां पुड़ां दे विच पिस के मैं कणक का दाना किस रूप च बाहर निकलिया होवांगा तुसीं आप ही अंदाजा लगा सकते। हुण मैं तुहानूं अपनी स्कूल की पढ़ाई बारे दस्सां। मैं बहुत ही प्रतिभावान मुंडा सी, बहुत ही शरारती। उदों मेरा कद कोई 3.5 फुट का होएगा। मैं अपने बाप की आखिरी औलाद सी। मेरी अपनी मां दे नाल बहुत मुहब्बत सी, पर मेरे 3 वड्डे भाई जो कि उम्र च मेरे तो बहुत वड्डे सन, वलायत च पढ़ते सन। मैं कभी मिलिया नहीं उन्होंने क्योंकि मेरे मतरेह भरा सी, ते ना ही उन्होंने मैंने कभी मिलने की कोशिश की। शायद इस करके कि उन्होंने मेरे नाल वड्डे भरा वाला सलूक करना पैना सी। पर यह सलूक मैंने उदों नसीब होया जदों अज भी दुनिया मैनू बहुत वड्डा कहानीकार स्वीकार कर चुकी सी। हौली हौली मंटो ਦੇ ਮਨ ਵਿੱਚ ਹੋਰ ਪੜ੍ਹਾਈ ਕਰਨ ਦਾ ਸ਼ੌਂਕ ਜਾਗ ਪਿਆ ਤੇ ਗ੍ਰੈਜੂਏਸ਼ਨ ਕਰਨ ਦੇ ਇਰਾਦੇ ਨਾਲ ਉਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਉੱਥੇ ਉਹਨਾਂ ਦਾ ਸੰਪਰਕ ਤਰੱਕੀ ਪਸੰਦ ਲੇਖਕਾਂ ਦੇ ਬੁੱਧੀਜੀਵੀਆਂ ਨਾਲ ਹੋਇਆ, ਜਿਨ੍ਹਾਂ ਵਿੱਚ ਅਲੀ ਸਰਦਾਰ ਜਾਫਰੀ ਵੀ ਸਨ। ਉਹਨਾਂ ਦੀ ਦੂਸਰੀ ਕਹਾਣੀ ਇਨਕਲਾਬ ਵੀ ਉਹਨਾਂ ਦਿਨਾਂ ਦੀ ਉਪਜ ਹੈ ਜੋ ਅਲੀਗੜ੍ਹ ਮੈਗਜ਼ੀਨ ਦੇ ਵਿੱਚ ਸਨ 1935 ਚ ਛਪੀ। 1936 ਵਿੱਚ ਸਾਡੇ ਆਪੂ ਮੁੰਬਈ ਚਲੇ ਗਏ। ਉੱਥੇ ਕੁਝ ਮਹੀਨਿਆਂ ਲਈ ਉਹਨਾਂ ਨੇ ਇੱਕ ਉਰਦੂ ਦਾ ਫਿਲਮੀ ਮੈਗਜ਼ੀਨ ਮੁਸੱਫਰ ਦੀ ਸੰਪਾਦਕੀ ਕੀਤੀ ਤੇ ਬੜੀ ਛੇਤੀ ਹੀ ਫਿਲਮ ਕਲਾ ਦੇ ਵਿੱਚ ਫਿਲਮ ਜਗਤ ਦੇ ਵਿੱਚ ਉਹ ਛਾ ਗਏ। ਫਿਰ ਉਹਨਾਂ ਨੇ ਹਿੰਦੀ ਫਿਲਮਾਂ ਦੀਆਂ ਸਕ੍ਰਿਪਟਾਂ, ਡਾਇਲੌਗ ਇਹ ਸਭ ਕੁਝ ਲਿਖਣਾ ਸ਼ੁਰੂ ਕਰ ਦਿੱਤਾ। ਕ੍ਰਿਸ਼ਨ ਕਨਈਆ, ਆਪਣੀ ਨਗਰੀਆ 1936 ਦੀਆਂ ਫਿਲਮਾਂ ਨੇ। ਤੇ ਫਿਰ ਮੰਟੋ ਯਾਨੀ ਕਿ ਸਾਡੇ ਅੱਬੂ ਦੀ ਮਾਈ ਹਾਲਤ ਕਾਫੀ ਅੱਛੀ ਹੋ ਗਈ। ਬਸ ਫਿਰ ਕੀ ਸੀ, ਉਹਨਾਂ ਨੇ ਸਫੀਆ ਨਾਂ ਦੀ ਇੱਕ ਕੁੜੀ ਯਾਨੀ ਕਿ ਸਾਡੇ ਅੰਮੀ ਨਾਲ ਸ਼ਾਦੀ ਕਰ ਲਈ। ਪਰ ਤੰਗੀਆਂ ਨੇ ਪਿੱਛਾ ਫੇਰ ਵੀ ਨਾ ਛੱਡਿਆ ਤੇ ਇੱਕ ਦਿਨ ਤੰਗ ਹੋ ਕੇ ਸਨ 1941 ਨੂੰ ਇਹ ਦਿੱਲੀ ਨੂੰ ਰਵਾਨਾ ਹੋ ਗਏ। ਸਾਲ 1941 ਚ ਸਾਡੇ ਆਪੂ ਨੇ ਆਲ ਇੰਡੀਆ ਰੇਡੀਓ ਚ ਉਰਦੂ ਡਰਾਮੇ ਲਿਖਣ ਦੀ ਨੌਕਰੀ ਕਰ ਲਈ। ਛੇਤੀ ਹੀ ਉਹਨਾਂ ਦੀ ਰੇਡੀਓ ਡਾਇਰੈਕਟਰ ਕਵੀ ਅਹਿਮਦ ਰਸ਼ੀਦ ਦੇ ਨਾਲ ਕਿਸੇ ਗੱਲੋਂ ਅਣਬਣ। ਬਸ ਫਿਰ ਕੀ ਸੀ, ਉਹਨਾਂ ਨੇ ਆਪਣਾ ਬੋਰੀਆ ਬਿਸਤਰਾ ਚੁੱਕਿਆ ਤੇ ਵਾਪਸ ਮੁੰਬਈ ਆ ਗਏ ਤੇ ਇੱਕ ਵਾਰੀ ਫਿਰ ਫਿਲਮਾਂ ਵੱਲ ਮੂੰਹ ਕਰ ਗਿਆ। ਔਰ ਇਹ ਦੌਰ ਸਾਡੇ ਅੱਬੂ ਦੀ ਜ਼ਿੰਦਗੀ ਦਾ ਸੁਨਹਿਰੀ ਦੌਰ ਸਾਬਤ ਹੋਇਆ। ਬਸ ਫੇਰ ਕੀ ਸੀ, ਅੱਬੂ ਨੇ ਫਿਰ ਤੋਂ ਫਿਲਮਾਂ ਦੀਆਂ ਸਕ੍ਰਿਪਟਾਂ ਤੇ ਡਾਇਲੌਗ ਲਿਖਣੇ ਸ਼ੁਰੂ ਕਰ ਦਿੱਤੇ। 8 ਦਿਨ ਚੱਲਦੇ ਨੌਜਵਾਨ ਤੇ ਮਿਰਜ਼ਾ ਗਾਲਿਬ ਵਰਗੀਆਂ ਫਿਲਮਾਂ ਇਸੇ ਦੌਰ ਦੀ ਪੈਦਾਵਾਰ ਨੇ। ਮਿਰਜ਼ਾ ਗਾਲਿਬ ਜਿਸ ਵਿੱਚ ਸੁਰਈਆ ਤੇ ਭਾਰਤ ਭੂਸ਼ਣ ਨੇ ਸਨ 1954 ਚ ਰਿਲੀਜ਼ ਹੋਈ। हाँ दोस्तों, मैं मंटो हिंद पाक का उर्दू का अफसाना निगार। मेरे बारे लोगों की राय है कि मैं बहुत सच्चा सुच्चा इंसान हूँ, पर मैं इस तो बिल्कुल उल्टा, क्योंकि मैंने पता है कि मैं बहुत ही झूठा इंसान। शुरू च मेरा झूठ मेरे गल चल जाता सी, पर बाद मेरी पत्नी को पता लग गया कि उस खास मामले च जो कुछ भी मैं उन्हें दसदा ना वो सब झूठ है। पर झूठ चेहरा मैं ना संकोच के नाल बोलता सी। पर हुण मुसीबत यह है कि मेरे घर वाले समझते हैं कि मेरी हर गल ही झूठी है। उस दिल दे वांग जो एक औरत ने अपने गल ते सुरमे दे नाल बना के रखिया हो। मैं तुहानूं दस दिया कि मैं बिल्कुल अनपढ़। मैं कदे मार्क्स नहीं पढ़िया, फ्राइड की मैं कदे कोई किताब तक नहीं देखी, हेगल का मैं सिर्फ ना ही सुनिया। पर फिर भी आलोचक ये कहते हैं कि मैं इन्हां सारे विचारकों तो प्रभावित हूँ। पर मैं तुहानूं दस दिया कि मैं कभी भी किसी व्यक्ति के विचारों तो प्रभावित होता ही नहीं। मैं समझदा कि समझाने वाले चुड्डू ने, दुनिया को समझाना नहीं चाहिए, उन्होंने समझना चाहिए। तो मैं अपने आप को समझा के ऐसी समझ बन गया जो सूझबूझ तो
ਕਿਤੇ ਅਗਾਂਹ ਕਿਤੇ ਪਰ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਕਿ ਮੈਂ ਮੰਟੋ ਜਿਹਦੇ ਉੱਪਰ 5 ਮੁਕੱਦਮੇ ਚੱਲਣੇ ਅਸ਼ਲੀਲਤਾ ਦੇ ਕਰਕੇ ਉਸ ਸਫਾਈ ਪਸੰਦ ਹੈ ਤੇ ਮੈਂ ਕਹਿਣ ਤੋਂ ਗਰੇਸ ਨਹੀਂ ਕਰਦਾ ਕਿ ਮੰਟੋ ਇੱਕ ਅਜਿਹਾ ਪਾਇਦਾਨ ਹੈ ਜੋ ਸਮੇਂ-ਸਮੇਂ ਤੇ ਆਪਣੇ ਆਪ ਨੂੰ ਝਾੜਦਾ ਤੇ ਛੱਡਦਾ ਰਹਿੰਦਾ। ਪਰ ਅੱਬੂ ਤੁਸੀਂ ਮੁੰਬਈ ਨੂੰ ਕਿਉਂ ਛੱਡਿਆ? ਅੱਬੂ ਉਹ ਮੁੰਬਈ ਜਿੱਥੇ ਤੁਸੀਂ ਮਿਹਨਤ ਭਰਪੂਰ ਦਿਨ ਗੁਜ਼ਾਰੇ ਸੀ, ਉਹ ਮੁੰਬਈ ਜੋ ਤੁਹਾਨੂੰ ਕਹਿੰਦੀ ਸੀ ਕਿ ਤੂੰ ਇੱਥੇ 2 ਰੁਪਏ ਚ ਵੀ ਖੁਸ਼ ਰਹਿ ਸਕਦਾ ਹੈ ਤੇ 10,000 ਚ ਤੂੰ ਇੱਥੇ ਜੋ ਮਰਜ਼ੀ ਕਰ, ਤੇ ਤੁਸੀਂ ਉੱਥੇ 12 ਸਾਲ ਬਿਤਾਏ। ਬੰਬਈ मैं आज भी तेनू मोहब्बत करता है मेरी बंबई, मैं आज भी तेनू मोहब्बत करता है। मुल्क के पटवारी ने मैनू बड़ा तोड़िया, बड़ा झंझोड़िया। मैं मनुख के हथों मनुखता तक कान हुंदा देखिया कि उन्हें दहशत ते वहशत के दिनों विचों कुछ इंसानियत ते कुछ हवानियत के फल चोरी करके अपनी किताब लिखी स्याह हाशिए। ਗੱਡੀ ਰੁਕੀ ਹੋਈ ਸੀ। 2 ਬੰਦੂਕਚੀ ਡੱਬੇ ਦੇ ਕੋਲ ਆਏ। ਉਹਨਾਂ ਖਿੜਕੀ ਅੰਦਰ ਝਾਕਦਿਆਂ ਮੁਸਾਫਰਾਂ ਕੋਲੋਂ ਪੁੱਛਿਆ, "ਨੋ ਜਨਾਬ, ਕੋਈ ਮੁਰਗਾ ਵਰਗਾ ਹੈ?" ਇੱਕ ਮੁਸਾਫਰ ਕੁਝ ਕਹਿੰਦੇ ਕਹਿੰਦੇ ਰੁਕ ਗਿਆ। ਬਾਕੀ ਨੇ ਕਿਹਾ, "ਜੀ ਨਹੀਂ।" ਥੋੜੀ ਦੇਰ ਬਾਅਦ 4 ਨੇਜ਼ਿਆਂ ਵਾਲੇ ਡੱਬੇ ਦੇ ਕੋਲ ਆਏ। ਉਹਨਾਂ ਖਿੜਕੀਆਂ ਅੰਦਰ ਝਾਕਦਿਆਂ ਮੁਸਾਫਰਾਂ ਕੋਲੋਂ ਪੁੱਛਿਆ, "ਓਏ ਮੁਰਗਾ ਹੈ?" ਉਹ ਮੁਸਾਫਰ ਜੋ ਪਹਿਲਾਂ ਕਹਿੰਦਾ ਕੁਝ ਰੁਕ ਗਿਆ ਸੀ, ਇੱਕਦਮ ਬੋਲਿਆ, "ਪਤਾ ਨਹੀਂ ਜੀ, ਸੰਡਾਸ 'ਚ ਜਾ ਕੇ ਵੇਖ ਲਓ।" ਨੇਜ਼ਿਆਂ ਵਾਲੇ ਡੱਬੇ ਅੰਦਰ ਦਾਖਲ ਹੋਏ, ਸੰਡਾਸ ਤੋੜਿਆ ਗਿਆ ਤੇ ਵਿੱਚੋਂ ਮੁਰਗਾ ਨਿਕਲ ਆਇਆ। ਪਹਿਲੇ ਨੇ ਕਿਹਾ, "ਕਰ ਦੋ ਹਲਾਲ।" ਉਹ ਨਹੀਂ ਇਹਨੂੰ ਬਾਹਰ ਲੈ ਜਾਂਦੇ ਆ, ਇੱਥੇ ਝੱਗਾ ਕਿੱਦਾਂ ਹੋ ਜਾਏਗਾ। ਅੱਗ ਲੱਗੀ ਤੇ ਸਾਰਾ ਸ਼ਹਿਰ ਜਲ ਗਿਆ। ਬਸ ਇੱਕ ਦੁਕਾਨ ਬਚੀ, ਉਹਦੇ ਮੱਥੇ ਤੇ ਬੋਰਡ ਲੱਗਿਆ ਹੋਇਆ ਸੀ ਤੇ ਲਿਖਿਆ ਹੋਇਆ ਸੀ, "ਇੱਥੇ ਇਮਾਰਤ ਸਾਜੀ ਦਾ ਸਮਾਨ ਮਿਲਦਾ ਹੈ।" ਲੁੱਟਿਆ ਹੋਇਆ ਮਾਲ ਬਰਾਮਦ ਕਰਨ ਵਾਸਤੇ ਪੁਲਿਸ ਥਾਂ ਤੇ ਛਾਪੇ ਮਾਰੇ ਸੀ। ਲੋਕਾਂ ਪੁਲਿਸ ਤੋਂ ਡਰਦਿਆਂ ਲੁੱਟਿਆ ਹੋਇਆ ਮਾਲ ਰਾਤ ਦੇ ਹਨੇਰੇ ਵਿੱਚ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ। ਪਰ ਇੱਕ ਆਦਮੀ ਨੂੰ ਬੜੀ ਦਿੱਕਤ ਆ ਰਹੀ ਸੀ। ਉਹਦੇ ਕੋਲ 2 ਸ਼ੱਕਰ ਦੀਆਂ ਬੋਰੀਆਂ ਸਨ ਜਿਹੜੀਆਂ ਉਹਨੇ ਪੰਸਾਰੀ ਦੀ ਦੁਕਾਨ ਤੋਂ ਲੁੱਟੀਆਂ ਸਨ। ਇੱਕ ਬੋਰੀ ਤੇ ਰਾਤ ਦੇ ਹਨੇਰੇ ਵਿੱਚ ਉਹ ਨੇੜੇ ਖੂਹ ਵਿੱਚ ਸੁੱਟ ਆਇਆ। ਜਦ ਦੂਜੀ ਬੋਰੀ ਸੁੱਟਣ ਗਿਆ ਤੇ ਆਪ ਵੀ ਧੜਾਮ ਕਰਕੇ ਖੂਹ ਵਿੱਚ ਡਿੱਗ ਪਿਆ। ਉਸ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋਏ, ਖੂਹ ਵਿੱਚ ਰੱਸੀਆਂ ਲਮਕਾਈਆਂ ਗਈਆਂ ਤੇ ਉਸ ਨੂੰ ਬਾਹਰ ਕੱਢ ਲਿਆ ਗਿਆ। ਪਰ ਕੁਝ ਘੰਟਿਆਂ ਮਗਰੋਂ ਹੀ ਉਹ ਆਦਮੀ ਮਰ ਗਿਆ। ਅਗਲੇ ਦਿਨ ਜਦ ਵਰਤਣ ਵਾਸਤੇ ਖੂਹ ਵਿੱਚੋਂ ਪਾਣੀ ਕੱਢਿਆ ਗਿਆ ਤੇ ਪਾਣੀ ਮਿੱਠਾ ਸੀ। ਉਸ ਰਾਤ ਉਹਦੀ ਕਬਰ ਤੇ ਦੀਵੇ ਜਲਦੀ ਗੱਡੀ ਰੋਕ ਲਈ। ਦੂਜੇ ਮਦਦ ਦੇ ਲੋਕਾਂ ਨੂੰ ਬਾਹਰ ਕਰਕੇ ਉਹਨਾਂ ਨੇ ਛੁਰੀਆਂ ਚਾਕੂਆਂ ਦੇ ਨਾਲ ਹਲਾਕ ਕਰਤਾ ਗਿਆ ਤੇ ਬਾਕੀ ਮੁਸਾਫਰਾਂ ਦੀ ਹਲਵੇ ਦੁੱਧ ਤੇ ਫਲਾਂ ਦੇ ਨਾਲ ਸੇਵਾ ਕੀਤੀ ਗਈ। ਗੱਡੀ ਚੱਲਣ ਤੋਂ ਪਹਿਲਾਂ ਪ੍ਰਬੰਧਕ ਨੇ ਸਵਾਰੀਆਂ ਨੂੰ ਹੱਥ ਜੋੜ ਕੇ ਕਿਹਾ, "ਭਾਈਓ ਤੇ ਭੈਣੋ, ਸਾਨੂੰ ਗੱਡੀ ਆਉਣ ਦੀ ਸੂਚਨਾ ਥੋੜੀ ਦੇਰ ਨਾਲ ਮਿਲੀ ਹੈ। ਸਾਨੂੰ ਮਾਫ ਕਰਨਾ, ਅਸੀਂ ਜਿਸ ਤਰ੍ਹਾਂ ਚਾਹੁੰਦੇ ਸੀ ਤੁਹਾਡੀ ਸੇਵਾ ਨਹੀਂ ਕਰ ਸਕੇ।" ਪਹਿਲੀ ਵਾਰਦਾਤ ਨਾਕੇ ਦੇ ਕੋਲ ਹੋਟਲ ਕੋਲ ਹੋਈ। ਤੁਰੰਤ ਇੱਕ ਸਿਪਾਹੀ ਨੂੰ ਉੱਥੇ ਤਾਇਨਾਤ ਕਰ ਦਿੱਤਾ ਗਿਆ। ਦੂਸਰੀ ਵਾਰਦਾਤ ਦੂਜੇ ਦਿਨ ਇੱਕ ਸਟੋਰ ਦੇ ਕੋਲ ਹੋਈ ਤਾਂ ਉਸੇ ਸਿਪਾਹੀ ਨੂੰ ਪਹਿਲੀ ਵਾਰਦਾਤ ਵਾਲੀ ਥਾਂ ਤੋਂ ਹਟਾ ਕੇ ਦੂਜੀ ਵਾਰਦਾਤ ਵਾਲੀ ਥਾਂ ਤੇ ਤਾਇਨਾਤ ਕਰ ਦਿੱਤਾ ਗਿਆ। ਤੀਜੀ ਵਾਰਦਾਤ ਇੱਕ ਲਾਂਡਰੀ ਦੇ ਕੋਲ ਹੋਈ। ਜਦੋਂ ਇੰਸਪੈਕਟਰ ਨੇ ਉਸੇ ਸਿਪਾਹੀ ਨੂੰ ਤੀਜੀ ਵਾਰਦਾਤ ਵਾਲੀ ਥਾਂ ਤੇ ਖੜਾ ਕਰਨ ਦਾ ਹੁਕਮ ਦਿੱਤਾ ਤਾਂ ਸਿਪਾਹੀ ਨੇ ਕੁਝ ਦੇਰ ਸੋਚ ਕੇ ਕਿਹਾ, "ਜਨਾਬ, ਮੈਨੂੰ ਹੁਣ ਉੱਥੇ ਖੜਾ ਕਰੋ ਜਿੱਥੇ ਅਗਲੀ ਵਾਰਦਾਤ ਹੋਣ ਵਾਲੀ ਹੈ।" ਮੈਂ ਉਹਦੀ ਸ਼ਾਹ ਰੱਖ ਤੇ ਛੁਰੀ ਰੱਖੀ ਤੇ ਉਸ ਨੂੰ ਹਲਾਲ ਕਰ ਰਿਹਾ ਸਾਂ। ਓਏ, ਮੈਨੂੰ ਹਲਾਲ ਕਿਉਂ ਕੀਤਾ ਹੀ? ਇਸ ਤਰ੍ਹਾਂ ਬੜਾ ਸਵਾਦ ਆਉਂਦਾ ਹੈ। ਸਵਾਦ ਦੇ ਬੱਚੇ, ਤੈਨੂੰ ਝਟਕਾ ਕਰਨਾ ਚਾਹੀਦਾ ਸੀ। ਕਿਸ ਤਰ੍ਹਾਂ? ਇਸ ਤਰ੍ਹਾਂ। ਭੀੜ ਦੂਜੇ ਪਾਸੇ ਵਧੀ ਤੇ ਸਰ ਗੰਗਾ ਰਾਮ ਦੇ ਬੁੱਤ ਤੇ ਟੁੱਟ ਡਾਂਗਾ ਭਰੀਆਂ ਇੱਟਾਂ ਚੱਲੀਆਂ। ਉਸ ਵੇਲੇ ਲੋਕਾਂ ਨੇ ਕੀ ਕੀਤਾ, ਇੱਕ ਆਦਮੀ ਨੇ ਭੀੜ ਵਿੱਚੋਂ ਜਾ ਕੇ ਬੁੱਤ ਦੇ ਮੂੰਹ ਤੇ ਕਾਲਖ ਮਾਰ ਦਿੱਤੀ। ਦੂਸਰੇ ਨੇ ਪੁਰਾਣੀਆਂ ਜੁੱਤੀਆਂ ਇਕੱਠੀਆਂ ਕੀਤੀਆਂ ਤੇ ਹਾਰ ਬਣਾ ਕੇ ਬੁੱਤ ਦੇ ਗਲੇ 'ਚ ਪਾਉਣ ਲੱਗਾ। ਉਧਰੋਂ ਪੁਲਿਸ ਆ ਗਈ, ਗੋਲੀਆਂ ਭਰੀਆਂ ਅਤੇ ਬੁੱਤ ਦੇ ਗਲੇ 'ਚ ਹਾਰ ਪਾਉਣ ਵਾਲਾ ਆਦਮੀ ਜ਼ਖਮੀ ਹੋ ਗਿਆ। ਸੋ ਉਸ ਨੂੰ ਮਲਮ ਪੱਟੀ ਵਾਸਤੇ ਸਰ ਗੰਗਾ ਰਾਮ ਹਸਪਤਾਲ ਵਿੱਚ ਭੇਜ ਦਿੱਤਾ। ਅੱਬੂ ਅਸੀਂ ਤੇ ਪੁੱਛਿਆ ਸੀ ਕਿ ਤੁਸੀਂ ਮੁੰਬਈ ਨੂੰ ਕਿਉਂ ਛੱਡਿਆ? ਮੁੰਬਈ ਤਾਂ ਤੁਹਾਡੀ ਜਾਨ ਸੀ। ਜਦੋਂ ਜਾਨ ਦੀ ਜਾਨ ਵਿੱਚ ਜਾਨ ਨਹੀਂ ਬਣੀ ਜਾਨ ਉੱਤੇ ਜਾਂਦੇ ਮੇਰੀ ਏਰੀ। ਇੱਥੇ ਰੂਹਾਂ ਦੇ ਜੀਣ ਦੀ ਖੈਰ ਨਹੀਂ, ਕਾਸਾ ਉਧਰਲੇ ਨਗਰ ਵਿੱਚ ਫੇਰੀ।
ਬੰਬਈ ਦੇ ਨਾਲ ਮੈਨੂੰ ਬਹੁਤ ਮੁਹੱਬਤ ਸੀ। ਬੰਬਈ ਛੱਡਣ ਦਾ ਮੈਨੂੰ ਬਹੁਤ ਦੁੱਖ ਹੈ। ਉੱਥੇ ਮੇਰੀ ਸ਼ਾਦੀ ਹੋਈ, ਮੇਰੇ ਪਹਿਲੇ ਬੱਚੇ ਨੇ ਉੱਥੇ ਜਨਮ ਲਿਆ। ਬੰਬਈ ਜਿੱਥੇ ਮੈਂ ਹਜ਼ਾਰਾਂ ਕਮਾਏ ਹਜ਼ਾਰਾਂ ਖਰਚੇ, ਪਰ 1947 ਦੀ ਵੰਡ ਵੇਲੇ ਦੋਵੇਂ ਪਾਸੇ ਤੋਂ ਲੋਕ ਮਰ ਰਹੇ ਸੀ, ਇੱਧਰੋਂ ਉੱਧਰੋਂ। ਮੈਂ ਤੇ ਸ਼ਿਆਮ ਐਕਟਰ ਰਾਵਲਪਿੰਡੀਆਂ ਭੱਜੇ ਇੱਕ ਸਿੱਖ ਪਰਿਵਾਰ ਦੇ ਕੋਲ ਬੈਠੇ ਸੀ ਤੇ ਉਹਦੀ ਦਰਦ ਭਿੱਜੀ ਦਾਸਤਾਨ ਸੁਣ ਰਹੇ ਸੀ। ਸ਼ਿਆਮ ਬਹੁਤ ਉਦਾਸ ਹੈ, ਉਹਦੀ ਦਿਮਾਗੀ ਹਾਲਤ ਮੈਂ ਸਮਝਦਾ ਸੀ। ਜਦੋਂ ਉੱਥੋਂ ਅਸੀਂ ਤੁਰ ਪਏ ਤਾਂ ਮੈਂ ਸ਼ਿਆਮ ਨੂੰ ਕਿਹਾ, ਸ਼ਿਆਮ ਯਾਰ ਮੈਂ ਵੀ ਇੱਕ ਮੁਸਲਮਾਨ, ਕਿ ਤੇਰਾ ਦਿਲ ਨਹੀਂ ਕੀਤਾ ਕਿ ਤੂੰ ਮੇਰਾ ਕਤਲ ਕਰ ਦੇ? ਤਾਂ ਸ਼ਿਆਮ ਨੇ ਕਿਹਾ, ਉਹ ਨਹੀਂ, ਪਰ ਜਦੋਂ ਮੈਂ ਮੁਸਲਮਾਨਾਂ ਦੇ ਢਾਏ ਜ਼ੁਲਮਾਂ ਦੀ ਦਾਸਤਾਨ ਸੁਣਦਾ ਸੀ ਨਾ, ਤਾਂ ਮੈਂ ਤੇਰਾ ਕਤਲ ਕਰ ਸਕਦਾ ਸੀ। ਸ਼ਾਮ ਦੇ ਸ਼ਬਦ ਸੁਣ ਕੇ ਮੈਂ ਸਹਿਮ ਗਿਆ ਸੀ, ਮੈਂ ਵੀ ਸ਼ਾਮ ਦਾ ਕਤਲ ਕਰ ਸਕਦਾ ਸੀ। ਪਰ ਬਾਅਦ ਵਿੱਚ ਦੰਗਿਆਂ ਦੀ ਮਾਨਸਿਕਤਾ, ਉਹਦੀ ਪਿੱਠ ਭੂਮੀ ਸਮਝ ਪਈ। ਮੇਰੀਆਂ ਕਹਾਣੀਆਂ ਦਾ ਸੱਚ ਮੇਰੇ ਸਾਹਮਣੇ ਖੜਾ ਹੋਇਆ ਸੀ। ਮੈਂ ਵੀ ਕਿਸੇ ਫਸਾਦੀ ਦੀ ਖੰਜਰ ਦੀ ਨੋਕ ਨਾਲ ਵਿੰਨਿਆ ਜਾ ਸਕਦਾ ਸੀ। ਮੈਂ ਤਾਂ ਆਪਣੇ ਚ ਬੇਗਾਨਾ ਹੋ ਗਿਆ ਸੀ। ਹਿੰਦੁਸਤਾਨ ਮੇਰਾ ਹੀ ਸੀ, ਪਰ ਮੈਂ ਇੱਕ ਮੁਸਲਮਾਨ ਬਣ ਕੇ ਪਾਕਿਸਤਾਨ ਆ ਗਿਆ ਸੀ। ਅੱਬੂ, ਤੁਹਾਡੀ ਇਹ ਦਾਸਤਾਨ ਤਾਂ ਤੁਹਾਡੀ ਕਹਾਣੀ ਸਹਾਇ ਵਿੱਚ ਵੀ ਹੈ। ਕਹਾਣੀ ਸਹਾਇ ਕਿਸੇ ਹੋਰ ਦੀ ਨਹੀਂ, ਮੇਰੀ ਆਪਣੀ ਕਹਾਣੀ ਸਹਾਇ। ਦੇਖ ਮੇਰੇ ਦੋਸਤ, ਤੂੰ ਹਿੰਦੂ ਹੈ, ਮੈਂ ਮੁਸਲਮਾਨ, ਪਰ ਸਾਡੀ ਦੋਸਤੀ 25 ਸਾਲ ਪੁਰਾਣੀ ਹੈ। ਇਸ ਲਈ ਮੈਂ ਕਹਿੰਦਾ ਕਿ ਇਹ ਨਾ ਕਹੋ ਕਿ 1 ਲੱਖ ਹਿੰਦੂ ਮਾਰੇ ਗਏ ਨੇ ਜਾਂ 1 ਲੱਖ ਮੁਸਲਮਾਨ ਮਾਰੇ ਗਏ ਨੇ। ਇਹ ਕਹੋ ਕਿ 2 ਲੱਖ ਇਨਸਾਨ ਮਾਰੇ ਗਏ ਨੇ। 2 ਲੱਖ ਇਨਸਾਨ ਮਾਰੇ ਗਏ ਨੇ, ਇਹ ਵੀ ਕੋਈ ਏਡੀ ਵੱਡੀ ਗੱਲ ਨਹੀਂ। ਵੱਡੀ ਗੱਲ ਤਾਂ ਹੈ ਕਿ ਜਿਹੜੇ 2 ਲੱਖ ਇਨਸਾਨ ਮਾਰੇ ਗਏ ਨੇ, ਉਹ ਤਾਂ ਕਿਸੇ ਦੇ ਖਾਤੇ ਵਿੱਚ ਨਹੀਂ ਪਏ। 1 ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਸੋਚਿਆ ਹੋਵੇਗਾ ਕਿ ਹਿੰਦੂ ਧਰਮ ਦੁਨੀਆ ਤੋਂ ਖਤਮ ਹੋ ਚੁੱਕਾ ਹੈ। ਪਰ ਜਦੋਂ ਦੇਖ, ਹਿੰਦੂ ਧਰਮ ਦੁਨੀਆ ਦੇ ਹਾਲੇ ਉਵੇਂ ਖੜਾ ਹੈ। ਤੇ ਉਸੇ ਤਰ੍ਹਾਂ 1 ਲੱਖ ਮੁਸਲਮਾਨ ਮਾਰ ਕੇ ਹਿੰਦੂਆਂ ਨੇ ਸੋਚਿਆ ਹੋਵੇਗਾ ਕਿ ਇਸਲਾਮ ਧਰਮ ਦੁਨੀਆ ਤੋਂ ਖਤਮ ਹੋ ਚੁੱਕਾ ਹੈ। ਪਰ ਜਦੋਂ ਦੇਖ, ਇਸਲਾਮ ਧਰਮ ਨੂੰ ਕੁਛ ਨਹੀਂ ਹੋਇਆ। ਇਹ ਬੰਦੂਕਾਂ ਵਾਲੇ ਸੋਚਦੇ ਨੇ ਕਿ ਬੰਦੂਕਾਂ ਦੇ ਨਾਲ ਮਜ਼ਹਬਾਂ ਨੂੰ ਸ਼ਿਕਾਰ ਕਰ ਸਕਦੇ ਨੇ। ਇਹ ਮਜ਼ਹਬ ਦੀ ਇਮਾਨ ਜੋ ਕੁਝ ਵੀ ਹੋ, ਇਹ ਸਾਡੇ ਜਿਸਮ ਵਿੱਚ ਨਹੀਂ, ਰੂਹ ਵਿੱਚ ਹੁੰਦਾ ਮੇਰੇ ਦੋਸਤ। ਭਲਾ ਇਹ ਛੁਰੀਆਂ ਚਾਕੂਆਂ ਦੇ ਨਾਲ ਕਿਵੇਂ ਖਤਮ ਹੋ ਸਕਦਾ ਹੈ? ਲਾਹੌਰ ਦੰਗਿਆਂ ਵਿੱਚ ਮੇਰਾ ਚਾਚਾ ਮਾਰਿਆ ਗਿਆ ਤੇ ਮੈਂ ਸੋਚ ਰਿਹਾ ਸਾਂ ਕਿ ਜੇਕਰ ਸਾਡੇ ਮਹੱਲੇ ਵਿੱਚ ਦੰਗੇ ਸ਼ੁਰੂ ਹੋ ਗਏ ਤੇ ਮੈਂ ਕੀ ਕਰਾਂ? ਕੀ ਕਰੇਗਾ ਜਦੋਂ? ਹੋ ਸਕਦਾ ਹੈ ਮੁਮਤਾਜ, ਮੈਂ ਹੀ ਤੈਨੂੰ ਮਾਰ ਦਿਆਂ। ਮੁਮਤਾਜ ਦੇ ਲਾਹੌਰ ਤੋਂ ਜਾਣ ਦਾ ਕਾਰਨ ਮੈਂ ਹੀ ਸਾਂ, ਕਿਉਂਕਿ ਮੈਂ ਹੀ ਉਸ ਨੂੰ ਆਖਿਆ ਸੀ ਕਿ ਹੋ ਸਕਦਾ ਹੈ ਕਿ ਮੈਂ ਤੈਨੂੰ ਮਾਰ ਦਿਆਂ। ਪਰ ਮੈਂ ਸੋਚ ਰਿਹਾ ਸੀ ਕਿ ਮੈਂ ਕ੍ਰੋਧ ਵਿੱਚ ਆ ਕੇ ਮੁਮਤਾਜ ਨੂੰ ਮਾਰ ਸਕਦਾ ਹਾਂ ਜਾਂ ਨਹੀਂ। ਮੁਮਤਾਜ ਨੂੰ ਜੋ ਮੇਰਾ ਜਿਗਰੀ ਦੋਸਤ ਸੀ। ਤੈਨੂੰ ਉਹ ਦਿਨ ਯਾਦ ਨੇ ਜਦੋਂ ਸਾਡੀ ਹਾਲਤ ਬਹੁਤ ਮਾੜੀ ਸੀ ਤਾਂ ਅਸੀਂ ਉਸ ਗੋਬਿੰਦ ਕੋਲੋਂ, ਉਸ ਚਾਹ ਵਾਲੇ ਗੋਬਿੰਦ ਕੋਲੋਂ 1 ਰੁਪਿਆ ਉਧਾਰਾ ਲਿਆ ਸੀ। ਤੈਨੂੰ ਯਾਦ ਹੈ? ਮੁਮਤਾਜ ਜਾ ਰਿਹਾ ਹੈ ਇਕੱਲਾ, ਸਾਨੂੰ ਸਾਰਿਆਂ ਨੂੰ ਛੱਡ ਕੇ। ਉਹ ਅਜਿਹੀ ਥਾਂ ਤੇ ਜਾ ਰਿਹਾ ਹੈ ਜੋ ਉਸ ਦੀ ਦੇਖੀ ਭਾਲੀ ਨਹੀਂ ਤੇ ਜੋ ਉਸ ਦੇ ਘੁਲ ਮਿਲ ਜਾਣ ਨਾਲ ਵੀ ਉਪਰੀ ਹੀ ਰਹੇ। ਉਹ ਦੇਖ ਸਾਹਮਣੇ ਅਸਮਾਨ ਤੇ ਸਮੁੰਦਰ ਦਾ ਮਿਲਾਪ, ਦੇਖ ਕਿੰਨਾ ਸੋਹਣਾ ਲੱਗ ਰਿਹਾ, ਦੇਖਣ ਵਿੱਚ ਕਿੰਨਾ ਸੋਹਣਾ ਲੱਗਦਾ। ਪਰ ਤੁਹਾਨੂੰ ਪਤਾ ਹੈ ਜਦੋਂ ਉਹ ਸਿਰਫ ਨਜ਼ਰ ਦਾ ਇੱਕ ਧੋਖਾ ਹੈ, ਪਰ ਕੁਛ ਨਹੀਂ। ਮੈਨੂੰ ਮਾਫ ਕਰੀ ਮੇਰੇ ਦੋਸਤ,
उस दिन मैं ही तेरा दिल दुखाया सी। जिसे तुमने क्या सी कि हो सकता कि मैं तेनों मार दिया तू अपने दिलों क्या हाँ, पर मैनू उसका अफसोस है। नहीं जुगल नहीं तेनू अफसोस उस वेले होना चाहिए सी जदों तू सोचदा कि तू एक मुमताज नूं नहीं एक मुसलमान नूं नहीं बल्कि एक इंसान नूं मारिया जे वो हरामजादा सी तो तू उसकी हरामजादगी नूं नहीं बल्कि उसकी हस्ती नूं खत्म कीता जे वो मुसलमान सी तो तू उसकी मुसलमानी नूं नहीं बल्कि उसनूं ही खत्म कर दिता की हुंदा सी मैं मर जांदा कब्रिस्तान में एक कब्र का वादा हो जाता पर जब कोई गल सोची दुनिया तो एक इंसान कर जाता हो सकता कि मेरे मजहब के लोग मैंने शहीद का दर्जा देते पर जब जे मेरा बस चलता मैं कबर पाड़ के उन्होंने कहता कि मैनू ये शहीद का रुतबा ना दियो नहीं चाहिए मैनू ये डिग्री ना दो जिहदे लिए मैं इम्तिहान दिता ही नहीं ना दो मैनू ये डिग्री नहीं चाहिए किसी मंटो जिन्हें खुद ही आपा वंड लिया फिर वंडिया खुद ही छंड लिया आपा ते कमरा हो गया खून हिरदे खौलदा सी हंजू बड़ बड़ चो गया इना चोया खून उसदा अखां सुन्नम सुन्निया 47 आया तियां दे सिर तो लथियां चुन्नियां ते तुर गया 47 पुख्तन जदों कोई पुख्तदा है उदों ही जुगती लड़ाउंदा है पिछां वल दौड़ गए घोड़े नूं किच्चियां फड़ लियाउंदा है मजहब ते गाजी जाग पे किवें धर्मां वाले सौ मंजी नहीं बचनी सांझ दी एदी ਵੱਢਣ ਲੱਗ ਪਏ ਪੌਣ ਖੰਡੇ ਤੇ ਖੰਜਰ ਲਿਸ਼ਕ ਪਏ ਨਹੀਂ ਪਿੱਛੇ ਲੱਗੇ ਭੌਣ ਕਿਰਪਾਨ ਚੋਂ ਕਿਰਪਾ ਕਿਰ ਗਈ ਕਿਵੇਂ ਬਚੇ ਸਬੂਤੀ ਧੌਣ ਲੱਕੀ ਜਾਗ ਮਜਬ ਤੇ ਧਰਮ ਨੂੰ ਇਹਨਾਂ ਦੇ ਗੁੰਜਣ ਗਾਣ ਕਿਹੇ ਬੋਲ ਬਾਲੇ ਨੇ ਧਰਮ ਦੇ ਜਿੱਥੇ ਧਰਮੀ ਬੰਦੇ ਸੌਣ ਦਿਲਾਂ ਦੇ ਦਰਦ ਨੂੰ ਜ਼ਬਾਨ ਦੇਣ ਵਾਲਾ ਮੰਟੋ ਕੀ ਅਸ਼ਲੀਲ ਸੀ ਕਿ ਅੱਛਾ ਨੇਕ ਦਿਲ ਇਨਸਾਨ ਫਾਇਸ਼ ਹੋ ਸਕਦਾ ਹੈ ਕੀ ਸਮਿਆਂ ਦੇ ਸੱਚ ਤੇ ਦਹਿਸ਼ਤ ਦੇ ਨੰਗੇਜ਼ ਤੇ ਲਫ਼ਜ਼ਾਂ ਦੇ ਖੱਜਲ ਪਾਉਣ ਵਾਲਾ ਅਸ਼ਲੀਲ ਕਹਾਣੀਕਾਰ ਸੀ ਜੇਕਰ ਅਸੀਂ ਭੰਗੀਆਂ ਦੀ ਗੱਲ ਕਰਾਂਗੇ ਨਾ ਤੇ ਕੂੜੇ ਤੇ ਗੰਦਗੀ ਦਾ ਜ਼ਿਕਰ ਜ਼ਰੂਰ ਆਏਗਾ ਜੇਕਰ ਅਸੀਂ ਬੇਸਵਾਵਾਂ ਦੀ ਗੱਲ ਕਰਾਂਗੇ ਤਾਂ ਉਹਨਾਂ ਦੇ ਪੇਸ਼ੇ ਦਾ ਜ਼ਿਕਰ ਜ਼ਰੂਰ ਆਏਗਾ ਬੇਸਵਾ ਦੇ ਕੋਠੇ ਤੇ ਅਸੀਂ ਨਮਾਜ਼ ਪੜ੍ਹਨ ਜਾਂ ਰੱਬ ਦੀਆਂ ਸਿਫਤਾਂ ਦੇ ਗੀਤ ਗਾਉਣ ਨਹੀਂ ਜਾਂਦੇ ਅਸੀਂ ਜਿਸ ਲੋੜ ਲਈ ਜਾਂਦੇ ਹਾਂ ਸਾਫ਼ ਜ਼ਾਹਿਰ ਹੈ ਅਸੀਂ ਉੱਥੇ ਇਸ ਲਈ ਜਾਂਦੇ ਹਾਂ ਕਿਉਂਕਿ ਉੱਥੇ ਅਸੀਂ ਆਪਣੀ ਮਰਜ਼ੀ ਦੀ ਚੀਜ਼ ਖਰੀਦ ਸਕਦੇ ਹਾਂ ਜਦੋਂ ਸਾਨੂੰ ਉੱਥੇ ਜਾਣ ਦੀ ਖੁੱਲੀ ਇਜਾਜ਼ਤ ਹੈ ਜਦੋਂ ਇੱਕ ਔਰਤ ਆਪਣੀ ਮਰਜ਼ੀ ਦੇ ਨਾਲ ਬੇਸਵਾ ਬਣ ਸਕਦੀ ਹੈ ਲਾਇਸੈਂਸ ਲੈ ਕੇ ਜਿਸਮ ਵੇਚ ਸਕਦੀ ਹੈ ਜਦੋਂ ਇਹ ਵਪਾਰ ਕਾਨੂੰਨ ਦੀਆਂ ਨਜ਼ਰਾਂ 'ਚ ਜਾਇਜ਼ ਮੰਨਿਆ ਜਾਂਦਾ ਹੈ ਤਾਂ ਉਹਦੇ ਬਾਰੇ ਅਸੀਂ ਕਿਉਂ ਨਹੀਂ ਬੋਲ ਸਕਦੇ ਜੇਕਰ ਬੇਸ਼ਵਾ ਦਾ ਜ਼ਿਕਰ ਅਸ਼ਲੀਲ ਹੈ ਨਾ ਤਾਂ ਉਹਦਾ ਵਜੂਦ ਵੀ ਅਸ਼ਲੀਲ ਹੈ ਜੇਕਰ ਬੇਸਵਾ ਦਾ ਜ਼ਿਕਰ ਵਰਜਿਤ ਹੈ ਤਾਂ ਉਹਦਾ ਪੇਸ਼ਾ ਵੀ ਵਰਜਿਤ ਹੋਣਾ ਚਾਹੀਦਾ ਹੈ ਬੇਸਵਾ ਨੂੰ ਮਿਟਾ ਦਿਓ ਉਹਦਾ ਜ਼ਿਕਰ ਆਪਣੇ ਆਪ ਹੀ ਮਿਟ ਜਾਏਗਾ ਅਸੀਂ ਵਕੀਲਾਂ ਦੀਆਂ ਗੱਲਾਂ ਕਰਦੇ ਹਾਂ ਕੋਪੀਆਂ ਦੀਆਂ ਨਾਈਆਂ ਦੀਆਂ ਗੱਲਾਂ ਕਰਦੇ ਹਾਂ ਅਸੀਂ ਕਿਸੇ ਕਹਾਣੀਆਂ ਕਰਦੇ ਹਾਂ ਜਿਨ੍ਹਾਂ ਦੇ ਪਰੀਆਂ ਦੇ ਅਸੀਂ ਚੋਰਾਂ ਤੇ ਡਾਕੂਆਂ ਦੀ ਕਹਾਣੀਆਂ ਲਿਖਦੇ ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਧਰਤੀ ਨੂੰ ਇੱਕ ਬਲਦ ਨੇ ਆਪਣੇ ਸਿੰਘਾਂ ਨੇ ਚੁੱਕਿਆ ਹੋਇਆ ਅਸੀਂ ਇਹ ਸੋਚ ਸਕਦੇ ਹਾਂ ਕਿ ਹਰੇ ਰੰਗ ਦੇ ਕੁਰਤੇ ਉੱਤੇ ਕਿਸ ਤਰ੍ਹਾਂ ਦੇ ਬਟਨ ਜ਼ਿਆਦਾ ਅੱਛੇ ਲੱਗਣਗੇ
ਤੇ ਫਿਰ ਅਸੀਂ ਇੱਕ ਬੇਸਵਾ ਦੀ ਜ਼ਿੰਦਗੀ ਬਾਰੇ ਕਿਉਂ ਨਹੀਂ ਸੋਚ ਸਕਦੇ? ਉਹਦੇ ਪੇਸ਼ੇ ਦਾ ਜ਼ਿਕਰ ਕਿਉਂ ਨਹੀਂ ਕਰ ਸਕਦੇ? ਅਸੀਂ ਉਹਨਾਂ ਲੋਕਾਂ ਬਾਰੇ ਕਿਉਂ ਨਹੀਂ ਕੁਝ ਕਹਿ ਸਕਦੇ ਜਿਹੜੇ ਉੱਥੇ ਜਾਂਦੇ ਨੇ? ਅਸੀਂ ਆਪਣੀਆਂ ਕਹਾਣੀਆਂ 'ਚ ਇਹ ਕਹਿ ਸਕਦੇ ਹਾਂ ਕਿ ਇੱਕ ਜਵਾਨ ਕੁੜੀ ਤੇ ਮੁੰਡੇ ਦਾ ਪ੍ਰੇਮ ਦਿਖਾ ਸਕਦੇ ਹਾਂ, ਫਿਰ ਉਸ ਪ੍ਰੇਮ ਨੂੰ ਅਸਫਲ ਵੀ ਬਣਾ ਸਕਦੇ ਹਾਂ, ਉਹਨਾਂ ਦੋਹਾਂ ਨੂੰ ਜ਼ਹਿਰ ਵੀ ਪਿਆ ਸਕਦੇ ਹਾਂ, ਫਿਰ ਦੋਹਾਂ ਦੇ ਜਨਾਜ਼ੇ ਇੱਕ ਉਸ ਮਹੱਲੇ ਚੋਂ ਵੀ ਕਢਵਾ ਸਕਦੇ ਹਾਂ, ਤੇ ਫਿਰ ਕਰਾਮਾਤੀ ਤਰੀਕੇ ਦੇ ਨਾਲ ਉਹਨਾਂ ਦੀਆਂ ਕਬਰਾਂ ਨੂੰ ਆਪਸ ਦੇ ਵਿੱਚ ਮਿਲਾ ਵੀ ਸਕਦੇ ਹਾਂ। ਜੇ ਲੋੜ ਪੈ ਗਈ ਨਾ ਤਾਂ ਅਸਮਾਨ ਚੋਂ ਫਰਿਸ਼ਤਿਆਂ ਤੋਂ ਫੁੱਲਾਂ ਦੀ ਵਰਖਾ ਵੀ ਕਰਵਾ ਸਕਦੇ ਹਾਂ। ਤੇ ਫਿਰ ਅਸੀਂ ਵੈਸ਼ਾ ਦੇ ਬਾਰੇ ਕਿਉਂ ਨਹੀਂ ਲਿਖ ਸਕਦੇ ਜਦੋਂ ਉਹਨੂੰ ਤੇ ਕਿਸੇ ਫਰਿਸ਼ਤੇ ਜਾਂ ਫੁੱਲਾਂ ਦੀ ਲੋੜ ਨਹੀਂ ਹੁੰਦੀ? ਜਦੋਂ ਇੱਕ ਵੇਸਵਾ ਮਰਦੀ ਹੈ ਨਾ ਤਾਂ ਕੋਈ ਦੂਸਰੇ ਮਹੱਲੇ ਚੋਂ ਜਨਾਜ਼ਾ ਉਹਦੇ ਸਾਥ ਨਹੀਂ ਦਿੰਦਾ, ਕੋਈ ਕਬਰ ਉਹਦੀ ਕਬਰ ਦੇ ਨਾਲ ਮਿਲਣ ਦੀ ਖੁਆਇਸ਼ ਨਹੀਂ ਰੱਖਦੀ। ਵੇਸਵਾ ਦਾ ਕੋਠਾ ਖੁਦ ਇੱਕ ਜਨਾਜ਼ਾ ਹੈ ਜਿਹੜਾ ਸਮਾਜ ਆਪਣੇ ਮੋਢਿਆਂ ਤੇ ਚੱਕੀ ਫਿਰਦਾ ਹੈ। ਜਿੰਨੀ ਦੇਰ ਤੱਕ ਅਸੀਂ ਇਸ ਨੂੰ ਕਿਧਰੇ ਦਫਨ ਨਹੀਂ ਕਰਦੇ ਨਾ ਤਾਂ ਵੇਸਵਾ ਦੇ ਬਾਰੇ ਗੱਲਾਂ ਹੁੰਦੀਆਂ ਰਹਿਣਗੀਆਂ। ਕੀ ਹੋਇਆ ਜੇ ਲਾਸ਼ ਗਲੀ ਸੜੀ ਹੈ, ਬੋ ਮਾਰਦੀ ਹੈ, ਪੈ ਵਾਲੀ ਸਹੀ ਗੰਦੀ ਸਹੀ, ਅਸੀਂ ਇਹਦਾ ਮੂੰਹ ਨਹੀਂ ਦੇਖ ਸਕਦੇ? ਕੀ ਸਾਡੀ ਕੁਝ ਨਹੀਂ ਲੱਗਦੀ? ਕਿ ਅਸੀਂ ਇਹਦੇ ਕਰੀਬੀ ਰਿਸ਼ਤੇਦਾਰ ਨਹੀਂ, ਪਰ ਅਸੀਂ ਕਦੀ ਕਦੀ ਇਹਦਾ ਕਬਰ ਢਾ ਕੇ ਮੂੰਹ ਦੇਖਦੇ ਰਵਾਂਗੇ ਤੇ ਦੂਜਿਆਂ ਨੂੰ ਦਿਖਾਉਂਦੇ ਰਵਾਂਗੇ। ਉਹਨਾਂ ਦਿਨਾਂ ਵਿੱਚ ਅੱਬੂ ਦੀਆਂ ਬਹੁਤ ਸਾਰੀਆਂ ਕਹਾਣੀਆਂ ਮਸ਼ਹੂਰ ਹੋਈਆਂ, ਜਿਨ੍ਹਾਂ ਵਿੱਚ ਕਾਲੀ ਸਲਵਾਰ, ਧੂਆਂ, ਬੂ ਆਦਿ ਸ਼ਾਮਲ। 1948 ਦੇ ਆਰੰਭ ਤੋਂ ਥੋੜੀ ਦੇਰ ਮਗਰੋਂ ਹੀ ਅੱਬੂ ਨੇ ਮੁੰਬਈ ਤੋਂ ਪਾਕਿਸਤਾਨ ਹਿਜਰਤ ਕਰਨ ਦਾ ਫੈਸਲਾ ਕਰ ਲਿਆ। ਦੇਸ਼ ਦੀ ਵੰਡ ਤੋਂ ਬਾਅਦ ਸਰਹੱਦ ਦੇ ਦੋਵੇਂ ਪਾਸੇ ਫਿਰਕਾ ਪ੍ਰਸਤੀ ਦੀ ਅੱਗ 'ਚ ਦੰਗੇ ਫਸਾਦਾਂ ਦੇ ਪਾਪੜ ਮਚ ਰਹੇ ਸੀ। ਉਹਨਾਂ ਦਿਨਾਂ ਵਿੱਚ ਪਾਕਿਸਤਾਨ ਵਿੱਚ ਹਿੰਦੂ ਸਿੱਖਾਂ ਨੂੰ ਮੂਰੀ ਗਾਜਰ ਵਾਂਗੂ ਕੱਟਿਆ ਜਾ ਰਿਹਾ ਸੀ ਤੇ ਹਿੰਦੁਸਤਾਨ ਵਿੱਚ ਮੁਸਲਮਾਨਾਂ ਦਾ ਸ਼ਰੇਆਮ ਕਤਲ ਹੋ ਰਿਹਾ ਸੀ। ਔਰਤਾਂ ਦੀ ਪੱਤ ਨਾਲ ਖੇਡਿਆ ਜਾ ਰਿਹਾ ਸੀ। ਜਦੋਂ ਮੰਟੋ ਹੋਰੀ ਯਾਨੀ ਕਿ ਸਾਡੇ ਅੱਬੂ ਪਾਕਿਸਤਾਨ ਪਹੁੰਚੇ ਤਾਂ ਉਹਨਾਂ ਨੂੰ ਆਪਣੀ ਫਿਤਰਤ ਮੁਤਾਬਕ ਮਾਕੂਲ ਵਾਤਾਵਰਣ ਨਹੀਂ ਮਿਲ ਸਕਿਆ। ਉਸ ਵਕਤ ਸਾਡੇ ਅੱਬੂ ਦੇ ਕੋਲ ਅਹਿਮ ਮਸਲਾ ਆਪਣੇ ਪਰਿਵਾਰ ਲਈ ਇੱਕ ਮਾਕੂਲ ਆਮਦਨੀ ਦਾ ਜੁਗਾੜ ਕਰਨਾ ਸੀ। ਉਹਨਾਂ ਦਿਨਾਂ ਵਿੱਚ ਲਾਹੌਰ ਪਹਿਲਾਂ ਵਰਗਾ ਸ਼ਹਿਰ ਨਹੀਂ ਸੀ ਰਿਹਾ। ਨਾ ਕੋਈ ਜਹਿਦ ਪੈਰ ਸੀ, ਨਾ ਕੋਈ ਕਾਰੋਬਾਰ ਸੀ ਤੇ ਨਾ ਹੀ ਆਮਦਨੀ ਦੇ ਸਾਧਨਾਂ ਦੀ ਕੋਈ ਬਹੁਤਾਤ ਸੀ। ਉਹਨਾਂ ਦਿਨਾਂ ਦੇ ਵਿੱਚ ਸਾਡੇ ਅੱਬੂ ਦੀਆਂ ਦੋ ਕਹਾਣੀਆਂ ਛਪੀਆਂ, ਇੱਕ ਦਾ ਨਾਂ ਸੀ ਖੋਲ ਦੋ ਤੇ ਦੂਸਰੀ ਦਾ ਨਾਂ ਸੀ ਠੰਡਾ ਗੋਸ਼ਤ। ਬਸ ਇਹ ਦੋਵੇਂ ਕਹਾਣੀਆਂ ਦੇ ਛਪਣ ਤੋਂ ਤੁਰੰਤ ਬਾਅਦ ਪਾਕਿਸਤਾਨ ਦੇ ਵਿੱਚ ਬਵਾਲ ਖੜਾ ਹੋ ਗਿਆ। ਪਿਸ਼ਾਬ ਵਿੱਚ ਤੇ ਤੱਕ ਦੇ ਲੋਕਾਂ ਨੇ ਸਾਡੇ ਅੱਬੂ ਦੇ ਖਿਲਾਫ ਮਹਾਜ਼ ਖੜਾ ਕਰ ਦਿੱਤਾ। ਬਸ ਫੇਰ ਕੀ ਸੀ, ਚੌਧਰੀ ਮੁਹੰਮਦ ਸਾਹਿਬ ਨੇ ਸਾਡੇ ਅੱਬੂ ਦੇ ਵਿਰੁੱਧ ਜੈਲਾਂ ਵਿੱਚ ਕੇਸ ਖੜੇ ਕਰ ਦਿੱਤੇ। ਉਹਨੇ ਅੱਬੂ ਦੇ ਵਿਰੁੱਧ ਨਹੀਂ ਸਗੋਂ ਉਹਨਾਂ ਸੰਪਾਦਕਾਂ ਤੇ ਰਸਾਲਿਆਂ ਦੇ ਪਬਲਿਸ਼ਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਤੇ ਮੈਗਜ਼ੀਨਾਂ ਦੇ ਛਪਣ ਤੇ ਪਾਬੰਦੀਆਂ ਲਗਵਾ ਦਿੱਤੀ। 1945 ਨੂੰ ਰਾਤ ਨੂੰ ਦਬੇ ਮੰਟੋ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਉਹ ਜ਼ਮਾਨਤ ਤੇ ਛੁੱਟਦਾ ਗਿਆ ਪਰ ਉਸ ਨੂੰ ਲਾਹੌਰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਸੁਣਾਇਆ ਗਿਆ। ਮੇਰੀ ਕਹਾਣੀ ਕਾਲੀ ਸਲਵਾਰ ਤੇ ਧੂਆਂ ਵਿੱਚ ਐਸਾ ਕੀ ਹੈ ਕਿ ਜਿਸ ਦੀ ਸਰਕਾਰ ਮੁਖਾਲਫਤ ਕਰ ਰਹੀ? ਮੰਟੋ ਸਾਹਿਬ, ਸਰਕਾਰ ਤੁਹਾਡੀ ਮੁਖਾਲਫਤ ਨਹੀਂ ਕਰ ਰਹੀ, ਬਸ ਤੁਹਾਨੂੰ ਤੁਹਾਡੀਆਂ ਲਿਖਤਾਂ ਵਿੱਚ ਸੁਧਾਰ ਕਰਨ ਦੀ ਸਲਾਹ ਦੇ ਰਹੀ ਹੈ। ਮਾਫ ਕਰਨਾ ਜੱਜ ਸਾਹਿਬ, ਇਹ ਮੇਰੀਆਂ ਲਿਖਤਾਂ ਦੀ ਤੋਹੀਨ ਹੈ। ਮੇਰੀ ਕਲਮ ਨੇ ਜੋ ਕੁਝ ਵੀ ਲਿਖਿਆ ਹੈ ਸਹੀ ਤੇ ਸੱਚਾ। ਸਹੀ ਤੇ ਸੱਚਾ। ਮੈਂ ਤੁਹਾਡੀ ਕਹਾਣੀ ਧੂਆਂ ਪੜ੍ਹੀ, ਇਸ ਵਿੱਚ ਤੁਸੀਂ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਬਹੁਤ ਹੀ ਜ਼ਲਾਲਤ ਦੇ ਨਾਲ ਪੇਸ਼ ਕੀਤਾ ਹੈ। ਭਲਾ ਕਿਹੜਾ ਭਰਾ ਆਪਣੀ ਭੈਣ ਦੇ ਅੰਗਾਂ ਨੂੰ ਬੱਕਰੀ ਦੇ ਅੰਗਾਂ ਦੇ ਨਾਲ ਪੇਸ਼ ਕਰਦਾ? ਇਹ ਤੁਸੀਂ ਸਮਝਦੇ ਹੋ ਕਿ ਤੁਸੀਂ ਕੁਝ ਗਲਤ ਨਹੀਂ ਲਿਖਿਆ? ਨਹੀਂ, ਮੈਂ ਨਹੀਂ ਸਮਝਦਾ। ਮੈਂ ਇਹਨਾਂ ਸਮਝਦਾ ਕਿ ਹਰ ਇਨਸਾਨ ਦਾ ਸੋਚਣ ਦਾ ਨਜ਼ਰੀਆ ਆਪੋ ਆਪਣਾ ਹੁੰਦਾ। ਪਰ ਮੰਟੋ ਸਾਹਿਬ, ਤੁਹਾਡੇ ਇਸ ਨਜ਼ਰੀਏ ਤੋਂ ਸਰਕਾਰ ਤੇ ਸਮਾਜ ਨਾ ਦੇਖੋ ਜੱਜ ਸਾਹਿਬ, ਮੇਰੀ ਅਦਾਲਤ ਅੱਗੇ ਗੁਜ਼ਾਰਿਸ਼ ਹੈ ਕਿ ਮੇਰੀ ਤਬੀਅਤ ਬਹੁਤ ਹੀ ਨਾਸਾਜ਼ ਰਹਿੰਦੀ, ਮੈਨੂੰ ਗਠੀਏ ਦੀ ਬਿਮਾਰੀ ਹੈ। ਤੁਸੀਂ ਕੇਸ ਬੇਸ਼ੱਕ ਜਾਰੀ ਰੱਖੋ ਪਰ ਮੈਂ ਮੁੰਬਈ ਤੋਂ ਲਾਹੌਰ ਤੱਕ ਦਾ ਸਫ਼ਰ ਕਰਕੇ ਨਹੀਂ ਜਾ ਸਕਦਾ। ਤੁਹਾਨੂੰ ਆਉਣਾ ਪਏਗਾ। ਤੁਹਾਡੀ ਬਿਮਾਰੀ ਤੁਹਾਡਾ ਜਾਤੀ ਮਸਲਾ, ਤੁਹਾਡੀਆਂ ਕਹਾਣੀਆਂ ਕਾਨੂੰਨੀ ਮਸਲਾ ਜੋ ਕਿ ਅਸ਼ਲੀਲਤਾ ਦੀ ਮੇਰੀਆਂ ਕਹਾਣੀਆਂ ਵਿੱਚ ਕੁਝ ਵੀ ਅਸ਼ਲੀਲ ਨਹੀਂ। ਇੱਕ ਮਰਦ ਔਰ ਔਰਤ ਦੇ ਰਿਸ਼ਤੇ ਵਿੱਚ ਕੀ ਅਸ਼ਲੀਲਤਾ ਹੋ ਸਕਦੀ? ਭਈ ਅਸ਼ਲੀਲਤਾ ਤਾਂ ਹੋਏਗਾ ਨਾ ਜੇਕਰ ਉਹਨੂੰ ਮੈਂ ਕਾਮ ਦੇ 84 ਆਸਮਾਨਾਂ ਦੇ ਨਾਲ ਪੇਸ਼ ਕੀਤਾ ਹੋਵੇਗਾ। ਹਰ ਕਹਾਣੀ ਲਿਖਣ ਦੇ ਪਿੱਛੇ, ਹਰ ਕਵਿਤਾ ਲਿਖਣ ਦੇ ਪਿੱਛੇ ਇੱਕ ਮਕਸਦ ਹੁੰਦਾ। ਮੇਰੀ ਕਲਮ ਨੇ ਜੋ ਕੁਝ ਵੀ ਲਿਖਿਆ ਹੈ ਠੀਕ ਲਿਖਿਆ ਹੈ। ਡਾਕਟਰ ਸਈਦੁੱਲਾ, ਪ੍ਰੋਫੈਸਰ ਕਨਈਆ ਲਾਲ ਕਪੂਰ ਤੇ ਡਾਕਟਰ ਲਾਤਿਫ ਇਹਨਾਂ ਸਭ ਨੇ ਮੰਟੋ ਦਾ ਸਾਥ ਦਿੱਤਾ ਤੇ ਕਿਹਾ ਕਿ ਕਹਾਣੀਆਂ ਵਿੱਚ ਕੁਝ ਵੀ ਅਸ਼ਲੀਲ ਨਹੀਂ, ਪਰ ਜੱਜ ਦੇ ਕੰਨ ਤੇ ਜਿਉਂ ਤੱਕ ਨਾ ਸਰ। ਤੁਹਾਨੂੰ ਇਸ ਤਰ੍ਹਾਂ ਦੀ ਲੱਚਰ ਕਹਾਣੀ ਲਿਖਣ ਦੇ ਦੋਸ਼ ਤਹਿਤ 200 ਰੁਪਏ ਜੁਰਮਾਨਾ ਕੀਤਾ ਜਾਂਦਾ। ਅੱਛਾ, ਤੇ ਤੁਸੀਂ ਪੂਰੀ ਤਿਆਰੀ ਦੇ ਨਾਲ ਆਏ ਸੀ। ਪਰ ਮੰਟੋ ਦੀਆਂ ਲਿਖਤਾਂ ਤੇ ਕੇਸਾਂ ਦਾ ਸਿਲਸਿਲਾ ਜਾਰੀ ਰਿਹਾ। ਫਿਰ ਉਸ ਦੀ ਕਹਾਣੀ ਬੂਹ ਤੇ ਕੇਸ ਚੱਲਿਆ। ਉਸ ਤੇ ਵੀ ਅਸ਼ਲੀਲਤਾ ਪਰੋਸਣ ਦਾ ਦੋਸ਼ ਲੱਗਾ। ਲਾਹੌਰ ਦੀ ਇੱਕ 2 ਮੰਜ਼ਲਾ ਧੂੜ ਮਿੱਟੀ ਨਾਲ ਭਰੀ ਅਦਾਲਤ ਵਿੱਚ ਮੰਟੋ ਤੇ ਕੇਸ ਚੱਲਿਆ।
ਮੰਟੋ ਇਸ ਅਦਾਲਤ ਵਿੱਚ ਪਹਿਲਾਂ ਵੀ ਆਪਣੀ ਕਹਾਣੀ ਕਾਲੀ ਸਲਵਾਰ ਕਰਕੇ ਪੇਸ਼ ਹੋ ਚੁੱਕਿਆ ਸੀ। ਮੰਟੋ ਨੂੰ ਵੇਖਦਿਆਂ ਹੀ ਜੱਜ ਨੇ ਕਿਹਾ, ਤੁਹਾਨੂੰ ਗਲਤੀਆਂ ਕਰਨ ਦੀ ਆਦਤ ਪੈ ਗਈ ਲੱਗਦੀ ਹੈ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮੰਟੋ ਨੂੰ ਜੱਜ ਨੇ ਬਾ ਇੱਜ਼ਤ ਬਰੀ ਕਰ ਦਿੱਤਾ ਤੇ ਇਸ ਸੰਪਾਦਕਾਂ ਨੂੰ 80 ਰੁਪਏ ਜੁਰਮਾਨਾ ਕੀਤਾ। ਕੇਸ ਮੁਕਾਉਂਦਿਆਂ ਜੱਜ ਨੇ ਕਿਹਾ, ਮੈਨੂੰ ਤੁਹਾਡੀ ਇਸ ਕਹਾਣੀ ਵਿੱਚ ਕੁਝ ਵੀ ਗਲਤ ਨਹੀਂ ਲੱਗਾ। ਸਗੋਂ ਇਹ ਕਹਾਣੀ ਤਾਂ ਅੱਜ ਕੱਲ੍ਹ ਦੇ ਸਮੇਂ ਤੇ ਚੱਲਣਾ ਪਉਂਦੀ ਹੈ। ਜੇ ਸਾਰੇ ਸਾਹਿਤਕਾਰਾਂ ਨੇ ਮੰਟੋ ਦੀ ਲਿਖਤ ਦੀ ਸ਼ਲਾਘਾ ਕੀਤੀ ਹੈ ਤਾਂ ਮੈਂ ਤੁਹਾਨੂੰ ਸਜ਼ਾ ਕਿਵੇਂ ਦੇ ਸਕਦਾ? ਤੁਸੀਂ ਜਾ ਸਕਦੇ ਹੋ। ਨਾਖੁਸ਼ ਦੇ ਸੰਪਾਦਕ ਕਾਸਮੀ ਨੇ ਮੰਟੋ ਨੂੰ ਆਪਣੇ ਰਸਾਲੇ ਲਈ ਕਹਾਣੀ ਲਿਖਣ ਲਈ ਕਿਹਾ। ਮੰਟੋ ਨੇ ਕਹਾਣੀ ਨੂੰ ਪੇਸ਼ ਕੀਤੀ ਪਰ ਕਾਸਮੀ ਨੇ ਕੁਝ ਹੋਰ ਨਵਾਂ ਲਿਖ ਕੇ ਲਿਖਿਆ। ਇਸ ਵਾਰ ਮੰਟੋ ਨੇ ਜਿਹੜੀ ਕਹਾਣੀ ਕਾਸਮੀ ਨੂੰ ਸਪੁਰਦ ਕੀਤੀ ਉਸ ਨੂੰ ਪੜ੍ਹਦਿਆਂ ਹੀ ਉਸ ਨੂੰ ਛਾਪਣ ਦਾ ਮਨ ਬਣਾ ਲਿਆ। ਕਹਾਣੀ ਦਾ ਨਾਮ ਸੀ ਖੋ ਦੋ। ਮੁਗਲਪੁਰੇ ਤੋਂ ਗੱਡੀ ਤੁਰੀ ਤਾਂ ਪੂਰੇ 8 ਘੰਟੇ ਦੇ ਵਿੱਚ ਅੰਮ੍ਰਿਤਸਰ ਪਹੁੰਚੀ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਦੇਖਿਆ ਕਿ ਡੱਬੇ ਦੇ ਵਿੱਚ ਥਾਂ ਥਾਂ ਦੇ ਉੱਤੇ ਚੀਖਾਂ, ਲੁੱਟ ਖਸੁੱਟ ਤੇ ਖੂਨ ਦੇ ਨਿਸ਼ਾਨ ਸੀ। ਥਾਂ ਥਾਂ ਦੇ ਉੱਤੇ ਵਹਿਸ਼ਤ ਤੇ ਦਹਿਸ਼ਤ ਨਜ਼ਰ ਦਿਖਦੀ। ਮੇਰੀ ਮਰਦੀ ਹੋਈ ਪਤਨੀ ਨੇ ਮੈਨੂੰ ਕਿਹਾ, ਤੁਸੀਂ ਮੈਨੂੰ ਛੱਡੋ, ਆਪਣੀ ਧੀ ਨੂੰ ਇਹਤਿਆਤ ਦੇ ਨਾਲ ਕਿਸੇ ਮਹਿਫੂਜ਼ ਥਾਂ ਦੇ ਉੱਤੇ ਪਹੁੰਚਾ ਦਿਓ। ਮੈਂ ਜਿਉਂ ਪਿੱਛੇ ਮੁੜ ਕੇ ਆਪਣੀ ਧੀ ਸਕੀਨਾ ਦੀ ਚੁੰਨੀ ਚੁੱਕਣ ਦੀ ਹੋਇਆ ਤਾਂ ਦੇਖਿਆ ਸਕੀਨਾ ਕਿਧਰੇ ਨਹੀਂ ਗਈ। ਸਕੀਨਾ, 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 ਸਕੀਨਾ ਕਿਤੇ ਨਜ਼ਰ ਨਹੀਂ ਸੀ ਆ ਰਹੀ। ਪਰ ਬਹੁਤ ਦੇਰ ਤੱਕ ਉਹਨੂੰ ਲੱਭਦਾ ਰਿਹਾ। ਮੈਨੂੰ ਅਖੀਰ ਕੁਝ ਨੌਜਵਾਨ ਨਜ਼ਰ ਆਏ। ਉਹਨਾਂ ਦੇ ਕੋਲ ਇੱਕ ਲਾਰੀ ਵੀ ਸੀ ਤੇ 2-3 ਬੰਦੂਕਾਂ ਵੀ ਸੀ। ਮੈਂ ਉਹਨਾਂ ਨੌਜਵਾਨਾਂ ਦੇ ਕੋਲ ਗਿਆ, ਦੇਖਿਆ ਮੇਰੀ ਧੀ ਸਕੀਨਾ ਕਿਤੇ ਗੁੰਮ ਹੋ ਗਈ ਹੈ। ਉਹ 17 ਕੁ ਸਾਲਾਂ ਦੀ ਹੈ, ਬੜੀ ਸੋਹਣੀ ਹੈ, ਆਪਣੀ ਮਾਂ ਦੀ ਗਈ ਹੈ। ਗੋਰਾ ਰੰਗ ਹੈ, ਮੋਟੀਆਂ ਅੱਖਾਂ ਨੇ ਉਹਦੀਆਂ। ਉਹਦੀ ਖੱਬੀ ਗੱਲ ਦੇ ਉੱਤੇ ਤਿਲ ਦਾ ਨਿਸ਼ਾਨ ਨਹੀਂ ਹੈ। ਜੇ ਤੁਹਾਨੂੰ ਕਿਤੇ ਮਿਲੇ ਮੈਂ ਉਹਦਾ ਅਬਦੁਲ ਸਿਰਾਜੁਦੀਨ ਤਾਂ ਮੇਰੇ ਕੋਲ ਪਹੁੰਚਾ ਦੇਣਾ। ਉਹਨਾਂ ਨੌਜਵਾਨਾਂ ਨੇ ਹਾਮੀ ਭਰੀ। ਕਹਿਣ ਲੱਗੇ, ਜਦੋਂ ਹੀ ਸਾਨੂੰ ਤੁਹਾਡੀ ਧੀ ਮਿਲੇਗੀ ਅਸੀਂ ਤੁਹਾਡੇ ਕੋਲ ਪਹੁੰਚਾ ਦਿਆਂਗੇ। ਮੈਂ ਅੱਲਾਹ ਤਾਲਾ ਦੇ ਕੋਲ ਉਹਨਾਂ ਦੀ ਸਲਾਮਤੀ ਦੀ ਦੁਆ ਕੀਤੀ। ਮੈਂ ਫਿਰ 8-10 ਦਿਨ ਲੱਭਦਾ ਰਿਹਾ ਤੇ ਉਹ ਨੌਜਵਾਨ ਲਾਰੀ ਲੈ ਕੇ ਜਾ ਰਹੇ ਸੀ ਤੇ ਉਹਨਾਂ ਨੌਜਵਾਨਾਂ ਨੇ ਦੇਖਿਆ ਇੱਕ ਕੁੜੀ ਖੇਤਾਂ ਵੱਲ ਨੂੰ ਭੱਜੀ ਜਾ ਰਹੀ ਹੈ। ਉਹਦੇ ਪਿੱਛੇ ਪਿੱਛੇ ਭੱਜੇ। ਕੁੜੀ ਬਹੁਤ ਤੇਜ਼ ਭੱਜੀ, ਪਰ ਥੱਕੀ ਹਾਰੀ ਕਿੱਥੋਂ ਤੱਕ ਭੱਜ ਸਕਦੀ ਸੀ। ਉਹ ਡਿੱਗ ਪਈ। ਨੌਜਵਾਨਾਂ ਨੇ ਕੋਲ ਜਾ ਕੇ ਵੇਖਿਆ, ਕੁੜੀ ਦੀਆਂ ਮੋਟੀਆਂ ਅੱਖਾਂ ਸਨ, ਰੰਗ ਗੋਰਾ ਸੀ, ਉਮਰ 17 ਕੁ ਸਾਲ ਸੀ। ਉਹਦੀ ਖੱਬੀ ਗੱਲ ਦੇ ਉੱਤੇ ਤਿਲ ਦਾ ਨਿਸ਼ਾਨ ਵੀ ਸੀ। ਉਹਨੂੰ ਕਹਿਣ ਲੱਗੇ, ਤੇਰਾ ਨਾਂ ਸਕੀਨਾ ਹੈ ਨਾ? ਤੇਰੇ ਅੱਬੂ ਦਾ ਨਾਮ ਸਿਰਾਜੁਦੀਨ ਹੈ ਨਾ? ਉਹਨੇ ਕਹਾ ਦੇ ਰਿਸ਼ਤੇ ਕਹਿਣ ਲੱਗੇ, ਆ ਤੈਨੂੰ ਤੇਰੇ ਅੱਬੂ ਕੋਲ ਪਹੁੰਚਾ ਦਈਏ। ਕੁੜੀ ਉਹਨਾਂ ਦੇ ਨਾਲ ਤੁਰ ਪਈ। ਮੈਂ ਲੱਭਦਾ ਰਿਹਾ। ਫਿਰ ਉਹ ਨੌਜਵਾਨ ਫਿਰ ਉਹਨੂੰ 10-15 ਦਿਨਾਂ ਬਾਅਦ ਮਿਲੇ। ਮੈਂ ਉਹਨੂੰ ਫਿਰ ਪੁੱਛਿਆ, ਮੇਰੀ ਧੀ ਸਕੀਨਾ ਦਾ ਕੁਝ ਪਤਾ ਲੱਗਾ? ਕਹਿਣ ਲੱਗੇ, ਨਹੀਂ, ਜਦੋਂ ਵੀ ਸਾਨੂੰ ਤੁਹਾਡੀ ਧੀ ਦਾ ਪਤਾ ਲੱਗਾ ਅਸੀਂ ਬੜੀ ਇhtiyat ਦੇ ਨਾਲ ਤੁਹਾਡੇ ਕੋਲ ਪਹੁੰਚਾ ਦਿਆਂਗੇ। ਮੈਂ ਫਿਰ ਅੱਲਾਹ ਤਾਲਾ ਦੇ ਕੋਲ ਉਹਨਾਂ ਦੀ ਸਲਾਮਤੀ ਦੀ ਦੁਆ ਕੀਤੀ। ਫਿਰ ਮੈਨੂੰ ਪਤਾ ਲੱਗਾ ਕੁਝ ਦਿਨਾਂ ਬਾਅਦ ਕਿ ਰੇਲਵੇ ਲਾਈਨਾਂ ਦੇ ਕੋਲ ਕੋਈ ਕੁੜੀ ਬੇਹੋਸ਼ ਪਈ ਕਿਸੇ ਨੂੰ ਮਿਲੀ ਹੈ ਤੇ ਉਹਨਾਂ ਨੇ ਚੁੱਕ ਕੇ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ। ਮੈਂ ਦੌੜਿਆ ਹਸਪਤਾਲ ਗਿਆ। ਹਸਪਤਾਲ ਦੇ ਬਾਹਰ ਮੈਂ ਖੰਭੇ ਦੇ ਕੋਲ ਖੜ ਕੇ ਮੈਂ ਅੰਦਰ ਝਾਕਣ ਲੱਗਾ। ਬਾਹਰੋਂ ਮੈਨੂੰ ਕੁਝ ਨਜ਼ਰ ਨਹੀਂ ਸੀ ਆ ਰਿਹਾ। ਮੈਂ ਹਿੰਮਤ ਕਰਕੇ ਹਸਪਤਾਲ ਦੇ ਅੰਦਰ ਗਿਆ। ਦੇਖਿਆ ਸਟ੍ਰੈਚਰ ਦੇ ਉੱਤੇ ਮੇਰੀ ਧੀ ਸਕੀਨਾ ਬੇਹੋਸ਼ ਪਈ ਸੀ। ਇੰਨੀ ਦੇਰ ਨੂੰ ਅੰਦਰ ਡਾਕਟਰ ਵੀ ਆ ਗਿਆ। ਡਾਕਟਰ ਨੇ ਆਉਂਦਿਆਂ ਮੈਨੂੰ ਪੁੱਛਿਆ, ਤੁਸੀਂ ਕੌਣ? ਮੈਂ ਸਿਰਾਜੁਦੀਨ ਹਾਂ, ਮੇਰੀ ਧੀ ਹੈ ਸਕੀਨਾ। ਡਾਕਟਰ ਨੇ ਦੇਖਿਆ ਕਮਰੇ ਵਿੱਚ ਬੜਾ ਹਨੇਰਾ ਸੀਗਾ। ਕੰਪਾਊਂਡਰ ਨੂੰ ਕਹਿਣ ਲੱਗਾ, ਖਿੜਕੀ ਖੋਲ ਦੋ। ਇਹ ਸੁਣਦਿਆਂ ਹੀ ਸਕੀਨਾ ਦੇ ਮੁਰਦਾ ਜਿਸਮ ਦੇ ਵਿੱਚ ਜੁੰਬਿਸ਼ ਹੋਈ ਤੇ ਉਸ ਦਾ ਹੱਥ ਆਪਣੀ ਸਲਵਾਰ ਤੇ ਗਿਆ ਤੇ ਉਸ ਨੇ ਆਪਣਾ ਆਜ਼ਾਦ ਬੰਦ ਖੋਲਿਆ ਤੇ ਸਲਵਾਰ ਕੋਟਿਆ ਤੋਂ ਥੱਲੇ ਸਰਕਾ ਦਿੱਤੀ। ਬੱਚੇ ਕੋਟਿਆ, ਮੇਰੇ ਤੇ ਜ਼ਿੰਦਾ ਹੈ, ਮੇਰੇ ਤੇ ਜ਼ਿੰਦਾ ਹੈ, ਮੇਰੇ ਤੇ ਜ਼ਿੰਦਾ ਹੈ। खुल गई ਇਹਦੇ ਬਾਹਰ ਕੋਈ ਭੇਦ ਹੈ मेरे ते ਜੋ ਖੋਲਣਾ ਜੋ ਖੋਲ
जे भेद ही नहीं खोलना फिर मुंह क्यों कर बोलना सुतियां किताबां सौण दे फिर कानू वर्गा फूलना सुतियां किताबां सौण दे किताबां नूं सौण ना देना किताबां सौंदियां ने तो वक्त सो जाता है ते सुता वक्त जदों भी अचानक जाता है ना तो नींदा मारे मर्दा दे हत्थां च परशे त्रिशूल ने से ते कुर्बाना पड़ा देता है अल्लाह ही बचाए ना मजहब देगा एक रोई सिद्धि पंजाब दी तू लिख लिख मारे वैण अज लखां तियां रोंदियां तैनू वारिस शानू कहण तैनू वारिस शानू कहण नकुश रसाले ते रोक लगा दी गई कि 6 महीने तक इस ਨੂੰ ਨਾ ਛਾਪਿਆ ਜਾਵੇ ਪਾਕਿਸਤਾਨ ਵਿੱਚ ਵਸ ਜਾਣ ਤੋਂ ਬਾਅਦ ਆਪਣੇ ਮਿੱਤਰ ਅਹਿਮਦ ਨਦੀਮ ਕਾਸਮੀ ਦੇ ਕਹਿਣ ਤੇ ਮੰਟੋ ਨੇ ਇੱਕ ਕਹਾਣੀ ਲਿਖੀ ਠੰਡਾ ਗੋਸ਼ਤ ਕਹਾਣੀ ਪੜ੍ਹ ਕੇ ਕਾਸਮੀ ਨੇ ਕਿਹਾ ਕਿ ਕਹਾਣੀ ਬਹੁਤ ਹੀ ਵਧੀਆ ਹੈ ਪਰ ਨਕੂਸ਼ ਰਸਾਲੇ ਲਈ ਇੱਕ ਗਰਮ ਮਸਲਾ ਸਾਬਤ ਹੋ ਸਕਦੀ ਹੈ ਫਿਰ ਕਹਾਣੀ ਇਹ ਜਾਵੇਦ ਨਾਂ ਦੇ ਰਸਾਲੇ ਦੇ ਛਪੀ ਇਸ ਕਹਾਣੀ ਤੇ ਵੀ ਅਸ਼ਲੀਲਤਾ ਪ੍ਰੋਸਨ ਦਾ ਦੋਸ਼ ਲੱਗਾ ਮੰਟੋ ਇੱਕ ਵਾਰ ਫਿਰ ਕਟਹਿਰੇ ਨਹੀਂ ਇਸ ਤਰ੍ਹਾਂ ਸ਼ਾਇਦ ਅਸੀਂ ਪਾਕਿਸਤਾਨ ਵਿੱਚ ਨਹੀਂ ਛਾਪ ਸਕਦੇ ਇਸ ਦਾ ਨਾਂ ਹੀ ਕਿੰਨਾ ਬਦਲਾ ਹੈ ਠੰਡਾ ਗੋਸ਼ਤ ਮੇਰੀ ਕਹਾਣੀ ਦਾ ਮਜਮੂਨ ਠੰਡਾ ਗੋਸ਼ਤ ਕਿਸੇ ਵੀ ਉਦੇਸ਼ਕ ਭਾਵਨਾ ਨੂੰ ਜਨਮ ਨਹੀਂ ਦਿੰਦਾ ਹੁਣ ਕਸਾਈ ਦੀ ਦੁਕਾਨ ਤੇ ਲੜਕਿਆ ਮਾਸ ਦਾ ਟੁਕੜਾ ਤੇ ਠੰਡਾ ਪੈ ਸਕਦਾ ਹੈ ਮੇਰੀ ਕਹਾਣੀ ਦਾ ਮੁੱਖ ਪਾਤਰ ਈਸ਼ਰ ਸਿੰਘ ਜੋ ਕਿ ਇੱਕ ਨਮਰਦ ਹੈ ਉਹਨੂੰ ਉਹਦੀਆਂ ਗਲਤੀਆਂ ਦੀ ਸਜ਼ਾ ਮਿਲਦੀ ਹੈ ਤੁਸੀਂ ਇਸ ਵਿੱਚ ਬਹੁਤ ਹੀ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਜਿਵੇਂ ਕਿ ਸਾੜਾ ਸਾਲਾ ਭਾਈ ਸਾਲਾ ਸ਼ਬਦ ਦਾ ਇਸਤੇਮਾਲ ਆਮ ਆਦਮੀ ਦਿਨ ਚ ਪਤਾ ਨਹੀਂ ਕਿੰਨੀ ਵਾਰੀ ਕਰਦਾ ਹੈ ਅਸਲਾ ਦੇਖ ਕਿੱਦਾਂ ਪਿਆ ਅਸਲਾ ਕਿੱਦਾਂ ਦਾ ਬੰਦਾ ਇਹ ਤੱਕ ਤਾਂ ਕਈ ਲੋਕ ਕਹਿੰਦੇ ਨੇ ਕਿ ਮੇਰਾ ਪਿਓ ਵੀ ਸਾਲਾ ਅਜੀਬ ਆਦਮੀ ਪੰਜਾਬ ਵਿੱਚ ਤੇ ਜਿੰਨੀ ਦੇਰ ਤੱਕ ਮਾਂ ਭੈਣ ਦੀ ਗਾਲ ਨਾ ਕੱਢੀਏ ਕੋਈ ਗੱਲ ਨਹੀਂ ਸੁਣਦਾ ਤੇ ਜੋ ਹਿੱਸਾ ਸਾਡੇ ਸਮਾਜ ਦਾ ਹੈ ਉਹ ਸਾਡੇ ਸਾਹਿਤ ਦਾ ਕਿਉਂ ਨਹੀਂ ਹੈ ਇਹ ਤੁਸੀਂ ਕਹਿੰਦੇ ਹੋ ਮੈਂ ਤੁਹਾਡੀ ਕਹਾਣੀ ਪੜ੍ਹੀ ਹੈ ਪੂਰੀ ਤਰ੍ਹਾਂ ਨਾਲ ਕੰਮ ਮੇਰੀਆਂ ਕਹਾਣੀਆਂ ਬਿਲਕੁਲ ਕਾਮਕ ਨਹੀਂ ਹੈ ਮੇਰੀਆਂ ਕਹਾਣੀਆਂ ਤੰਦਰੁਸਤ ਸੋਚ ਵਾਲਿਆਂ ਵਾਸਤੇ ਹੈ ਅਗਰ ਕੋਈ ਮੇਰੀ ਕਹਾਣੀ ਪੜ੍ਹ ਕੇ ਕਾਮਕ ਹੁੰਦਾ ਹੈ ਨਾ ਤੁਹਾਨੂੰ ਆਪਣੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਇਹ ਤੁਸੀਂ ਕਹਿੰਦੇ ਹੋ ਤੁਹਾਨੂੰ ਇਸ ਤਰ੍ਹਾਂ ਦੀ ਕਹਾਣੀ ਲਿਖਣ ਦੇ ਦੋਸ਼ ਹੈ 300 ਰੁਪਏ ਜੁਰਮਾਨਾ ਤੇ 2 ਸਾਲ ਦੀ ਕੈਦ ਦਿੱਤੀ ਜਾਂਦੀ ਹੈ ਜੇ ਤੁਸੀਂ ਜੁਰਮਾਨਾ ਨਹੀਂ ਭਰਦੇ ਤੁਹਾਡੀ ਕੈਦ 21 ਦਿਨ ਹੋਰ ਵਧਾਈ ਜਾ ਸਕਦੀ ਮੰਟੋ ਨੇ ਜੁਰਮਾਨਾ ਅਦਾ ਕਰ ਦਿੱਤਾ ਤੇ ਜ਼ਮਾਨਤ ਦੀ ਅਰਜ਼ੀ ਵੀ ਦੇ ਦਿੱਤੀ ਪਰ ਇਸ ਫੈਸਲੇ ਖਿਲਾਫ ਸੈਸ਼ਨ ਕੋਰਟ ਦੇ ਵਿੱਚ ਦੁਬਾਰਾ ਕੇਸ ਚੱਲਿਆ ਜਨਾਬ ਅਨਾਇਤੁੱਲਾ ਖਾਨ ਚੌਧਰੀ ਦੀ ਅਦਾਲਤ ਵਿੱਚ ਮੰਟੋ ਦਾ ਵਕੀਲ ਖੁਸ਼ੀਦ ਅਹਿਮਦ ਡਰਿਆ ਹੋਇਆ ਸੀ ਕਿ ਕੇਸ ਇੱਕ ਐਸੇ ਜੱਜ ਕੋਲ ਗਿਆ ਹੈ ਜਿਹੜਾ ਕਿ ਬੇਹੱਦ ਕੱਟੜ ਅਤੇ ਪੁਰਾਣੇ ਵਿਚਾਰਾਂ ਦਾ ਹੈ ਮੰਟੋ ਵੀ ਸਹਿਮਿਆ ਹੋਇਆ ਸੀ ਜੇ ਮੈਂ ਮੰਟੋ ਨੂੰ ਸਜ਼ਾ ਦੇਣਾ ਹੈ ਤਾਂ ਲੋਕੀ ਕਹਿਣਗੇ ਕਿ ਕੱਟੜ ਆਦਮੀ ਨੇ ਗਲਤ ਫੈਸਲਾ ਕੀਤਾ ਜਿਹੜਾ ਜੁਰਮਾਨਾ ਭਰ ਦਿੱਤਾ ਹੈ ਜੀ ਫਿਰ ਤੁਸੀਂ ਜਾ ਸਕਦੇ ਹੋ ਤੁਹਾਡਾ ਜੁਰਮਾਨਾ ਤੁਹਾਨੂੰ ਵਾਪਸ ਕਰਤਾ ਜਾਏਗਾ ਮੰਟੋ ਇਹ ਸੁਣ ਕੇ ਸੁੰਨ ਹੋ ਗਿਆ ਉਸਦੇ ਵਕੀਲ ਨੇ ਕਿਹਾ ਜਾਓ ਕੀ ਸੋਚ ਰਹੇ ਹੋ ਤੁਸੀਂ ਆਜ਼ਾਦ ਹੋ ਫਿਰ ਵਾਰੀ ਆਈ ਪੰਜਵੇਂ ਤੇ ਆਖਰੀ ਕੇਸ ਕਹਾਣੀ ਉੱਪਰ ਨੀਚੇ ਔਰ ਦਰਮਿਆਨ ਇਹ ਕਹਾਣੀ ਆਮ ਆਦਮੀ ਦੇ ਕਾਮ ਜੀਵਨ ਤੇ ਆਧਾਰਿਤ ਸੀ ਹਾਲਾਂਕਿ ਕਹਾਣੀ ਵਿੱਚ ਕੁਝ ਵੀ ਅਸ਼ਲੀਲ ਨਹੀਂ ਸੀ ਪਰ ਫਿਰ ਵੀ 2 ਸਬ ਇੰਸਪੈਕਟਰ ਤੇ 4 ਸਿਪਾਹੀ ਮੰਟੋ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੇ ਆਨੰਦ ਪਾਨਨ ਵਿੱਚ ਨਾਕੂਸ਼ ਦੇ ਸੰਪਾਦਕ ਮਲਕ ਮੁਹੰਮਦ ਤੁਫੈਲ ਨੇ ਮੰਟੋ ਦੀ ਜ਼ਮਾਨਤ ਭਰੀ ਪੂਰੇ 5000 ਰੁਪਏ ਮੰਟੋ ਇੱਕ ਵਾਰ ਫਿਰ ਕਟਹਿਰੇ ਤਸ਼ਰੀਫ ਰੱਖੋ ਜੀ ਸ਼ੁਕਰੀਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਚਾਹੁੰਦੇ ਕੀ ਹੋ देखो जैसा मैं कहना चाहूँगा कि मेरी तबीयत बहुत नासाज रहती है जितनी जल्दी हो सकता है मैंने इस केस तो निजात हो ਅੱਜ 5 ਤਰੀਕ ਹੈ ਨਾ ਮੰਟੋ ਨੂੰ ਉੱਚਾ ਸੁਣਦਾ ਸੀ ਉਸਨੇ ਸਮਝਿਆ ਕਿ ਸ਼ਾਇਦ ਉਸਨੂੰ 25 ਰੁਪਏ ਜੁਰਮਾਨਾ ਕੀਤਾ ਗਿਆ ਹੈ बस 25 रुपये जुर्माना है लो ਜੱਜ ਮੁਸਕਰਾਇਆ
ਤੇ ਉਹਨੇ ਜੁਰਮਾਨੇ ਵਾਲੀ ਪਰਚੀ ਤੋਂ 500 ਕੱਟ ਕੇ 25 ਰੁਪਏ ਕਰ ਦਿੱਤਾ। ਜਾਂਦੇ ਹੋਇਆ ਉਸਨੇ ਮੰਟੋ ਨੂੰ ਕਿਹਾ, ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਠੀਕ ਹੈ, ਸ਼ਾਮ ਨੂੰ ਬਾਅਦ ਤੇ ਮਿਲਣੇ ਨੇ। ਨਹੀਂ ਬਾਤ ਨਹੀਂ, ਅਸੀਂ ਮਿਲਾਂਗੇ ਕਾਫੀ ਹਾਊਸ, ਠੀਕ ਰਹੇਗਾ? ਠੀਕ ਹੈ। ਜੇਕਰ ਤੁਹਾਨੂੰ ਮੇਰੀਆਂ ਕਹਾਣੀਆਂ ਲੱਚਰਪਣੇ ਕਰਕੇ ਗੰਦਗੀ ਲੱਗਦੀਆਂ ਨੇ, ਇਹਦਾ ਕੋਈ ਦੋਸ਼ ਨਹੀਂ। ਜਿਸ ਸਮਾਜ 'ਚ ਅਸੀਂ ਰਹਿੰਦੇ ਆ, ਉਹਦਾ ਅਕਸ ਹੀ ਮੇਰੀਆਂ ਕਹਾਣੀਆਂ ਚਾਹੁੰਦਾ। ਇੱਕ ਲੇਖਕ ਉਦੋਂ ਹੀ ਕਲਮ ਚੁੱਕਦਾ ਹੈ ਜਦੋਂ ਉਹਦੀ ਸੰਵੇਦਨਸ਼ੀਲਤਾ ਨੂੰ ਕੋਈ ਕੰਡਾ ਚੁਭਣ ਲੱਗਦਾ। ਆਪੂ, ਇੰਨੀਆਂ ਪਾਕ ਕਹਾਣੀਆਂ ਨੂੰ ਲੋਕੀ ਅਸ਼ਲੀਲ ਕਿਉਂ ਕਹਿੰਦੇ ਨੇ? ਭਾਸ਼ਾ ਦੇ ਵਿੱਚ ਬਹੁਤ ਘੱਟ ਸ਼ਬਦ ਅਸ਼ਲੀਲ ਹੁੰਦੇ ਨੇ, ਪਰ ਉਹਨਾਂ ਨੂੰ ਪੇਸ਼ ਕਰਨ ਦਾ ਤਰੀਕਾ ਇੱਕ ਇਹੋ ਜਿਹੀ ਚੀਜ਼ ਹੈ ਜੋ ਪਵਿੱਤਰ ਤੋਂ ਪਵਿੱਤਰ ਸ਼ਬਦ ਨੂੰ ਵੀ ਅਸ਼ਲੀਲ ਕਰ ਦਿੰਦਾ। ਹੁਣ ਘਰ ਵਿੱਚ ਪਈ ਕੁਰਸੀ, ਘਰ ਦੀ ਪਈ ਹਾਂਡੀ ਵੀ ਅਸ਼ਲੀਲ ਹੋ ਸਕਦੀ ਜੇਕਰ ਉਹਨੂੰ ਅਸੀਂ ਕਿਸੇ ਅਸ਼ਲੀਲ ਤਰੀਕੇ ਦੇ ਨਾਲ ਪੇਸ਼ ਕਰਾਂ। ਅੱਬੂ, ਮਰਦ ਤੇ ਔਰਤ ਦੇ ਰਿਸ਼ਤੇ ਬਾਰੇ ਤੁਸੀਂ ਕੀ ਕਹਿੰਦੇ ਹੋ? ਮਰਦ ਤੇ ਔਰਤ ਦਾ ਰਿਸ਼ਤਾ ਅਸ਼ਲੀਲ ਨਹੀਂ, ਉਹਦਾ ਜ਼ਿਕਰ ਵੀ ਅਸ਼ਲੀਲ ਨਹੀਂ। ਹਾਂ, ਜੇਕਰ ਉਸ ਰਿਸ਼ਤੇ ਨੂੰ ਅਸੀਂ 84 ਆਸਨਾਂ ਦੇ ਨਾਲ ਤੇ ਕਾਮਕ ਤਸਵੀਰਾਂ ਦੇ ਨਾਲ ਪੇਸ਼ ਕਰਾਂਗੇ ਨਾ, ਤੇ ਦੁਨੀਆ ਨੂੰ ਉਕਸਾਵਾਂਗੇ ਕਿ ਤਨਹਾਈ ਦੇ ਦੌਰ 'ਚ ਇਸ ਰਿਸ਼ਤੇ ਨੂੰ ਗਲਤ ਸੋਚ ਨਾਲ ਲੈਣ, ਤਾਂ ਮੈਂ ਇਹਨੂੰ ਅਸ਼ਲੀਲ ਨਹੀਂ, ਬਹੁਤ ਹੀ ਗੰਦਾ, ਘਟੀਆ ਤੇ ਗੈਰ ਸਿਹਤਮੰਦ ਕਹਾਂ। ਅੱਬੂ, ਤੁਹਾਡੀਆਂ ਕਹਾਣੀਆਂ ਕਿਹਨਾਂ ਲੋਕਾਂ ਨੇ? ਮੇਰੀਆਂ ਕਹਾਣੀਆਂ ਤੰਦਰੁਸਤ ਸੋਚ ਵਾਲਿਆਂ ਵਾਸਤੇ ਹੁੰਦੀਆਂ, ਜੋ ਔਰਤ ਦੀ ਛਾਤੀ ਨੂੰ ਔਰਤ ਦੀ ਛਾਤੀ ਸਮਝਦੇ ਆ, ਇਸ ਤੋਂ ਅੱਗੇ ਨਹੀਂ ਵਧਦੇ, ਜੋ ਔਰਤ ਤੇ ਮਰਦ ਦੇ ਰਿਸ਼ਤੇ ਨੂੰ ਹੈਰਾਨੀ ਭਰੀਆਂ ਨਜ਼ਰਾਂ ਨਾਲ ਨਹੀਂ ਦੇਖਦੇ, ਜੋ ਸਾਹਿਤ ਦੇ ਟੁਕੜੇ ਨੂੰ ਇੱਕ ਵਾਰੀ ਨਹੀਂ ਨਿਕਲ ਜਾਂਦੇ। ਅੱਬੂ, ਕੁਝ ਲੋਕ ਕਹਿੰਦੇ ਨੇ ਕਿ ਸਾਹਿਤ ਕਿਸੇ ਵਿਅਕਤੀ ਦੇ ਆਪਣੇ ਜੀਵਨ ਦੀ ਤਸਵੀਰ ਹੁੰਦੀ ਹੈ। ਨਹੀਂ, ਸਾਹਿਤ ਵਿਅਕਤੀ ਦੇ ਆਪਣੇ ਜੀਵਨ ਦੀ ਤਸਵੀਰ ਕਦੇ ਨਹੀਂ ਹੋ ਸਕਦੀ। ਜਦੋਂ ਕੋਈ ਲੇਖਕ ਕੁਝ ਲਿਖਦਾ ਹੈ ਨਾ, ਤਾਂ ਉਹ ਆਪਣੀ ਕੋਈ ਡਾਇਰੀ ਨਹੀਂ ਪੇਸ਼ ਕਰਦਾ। ਹਾਂ, ਇਹ ਸੰਭਵ ਹੈ ਕਿ ਉਹਦੀ ਕਹਾਣੀ ਦੇ ਵਿੱਚ ਅਥਰੂ ਦੀ ਭੈਣ ਦੇ ਹੋਣ, ਮੁਸਕਾਨਾਂ ਤਾੜੀਆਂ ਹੋਣ ਤੇ ਠਾਕੇ ਕਿਸੇ ਮੰਦੇ ਹਾਲ ਵਿੱਚ ਹੋਣ। ਜਦੋਂ ਕੋਈ ਵੀ ਸਾਹਿਤਕ ਰਚਨਾ ਲਿਖੀ ਜਾਂਦੀ ਹੈ ਨਾ, ਉਹਦੇ ਵਾਸਤੇ ਇੱਕ ਖਾਸ ਵਾਤਾਵਰਣ ਚਾਹੀਦਾ। ਅਗਰ ਉਸ ਵਾਤਾਵਰਣ ਦੇ ਵਿੱਚ ਕੋਈ ਖਾਸ ਪ੍ਰਭਾਵ ਨਹੀਂ ਹੋਏਗਾ, ਕੋਈ ਮਕਸਦ ਨਹੀਂ ਹੋਏਗਾ, ਤਾਂ ਉਹ ਰਚਨਾ ਜਿਹੜੀ ਹੈ ਨਾ, ਉਹ ਜਿਉਂਦੀ ਲਾਸ਼ ਬਣ ਕੇ ਰਹਿ ਜਾਏ। ਅੱਬੂ, ਫਿਰ ਇਹ ਨਵਾਂ ਜ਼ਮਾਨਾ ਕੀ ਹੈ? ਨਵਾਂ ਜ਼ਮਾਨਾ, ਨਵੀਆਂ ਚੀਜ਼ਾਂ ਦਾ ਜ਼ਮਾਨਾ, ਨਵੀਆਂ ਜੁੱਤੀਆਂ ਦਾ ਜ਼ਮਾਨਾ, ਨਵੀਆਂ ਠੋਕਰਾਂ ਦਾ ਜ਼ਮਾਨਾ, ਨਵੇਂ ਕਾਨੂੰਨ, ਨਵੇਂ ਜੁਰਮ, ਨਵੇਂ ਮਾਲਕ, ਨਵੇਂ ਗੁਲਾਮਾਂ ਦਾ ਜ਼ਮਾਨਾ। ਔਰ ਮਜ਼ੇ ਦੀ ਗੱਲ ਇਹ ਹੈ ਕਿ ਗੁਲਾਮ ਦੀ ਜਿਹੜੀ ਚਮੜੀ ਹੈ ਉਹ ਵੀ ਨਵੀਂ ਹੋ ਚੁੱਕੀ ਹੈ, ਬਹੁਤ ਸੰਵੇਦਨਸ਼ੀਲ ਹੋ ਚੁੱਕੀ ਹੈ। ਉਹਦੇ ਵਾਸਤੇ ਨਵੇਂ ਛਾਂਟੇ, ਨਵੇਂ ਕੋੜੇ ਤਿਆਰ ਕੀਤੇ ਜਾ ਰਹੇ। ਇਸ ਦਾ ਮਤਲਬ ਕਿ ਨਵੇਂ ਜ਼ਮਾਨੇ ਦਾ ਸਾਹਿਤ ਵੀ ਨਵਾਂ ਹੈ? ਬਿਲਕੁਲ, ਸਾਹਿਤ ਵੀ ਨਵਾਂ ਹੈ, ਇਹਦੇ ਅਣਗਿਣਤ ਨਾਮ। ਪਰ ਸਾਹਿਤ ਸੋਨਾ ਨਹੀਂ ਹੈ ਜਿਹਦੇ ਭਾਵ ਵੱਧਦੇ ਘਟਦੇ ਰਹਿਣ। ਸਾਹਿਤਕ ਗਹਿਣਾ, ਜਿਸ ਤਰ੍ਹਾਂ ਇੱਕ ਸੁੰਦਰ ਗਹਿਣਾ ਖਾਲੇ ਸੋਨਾ ਨਹੀਂ ਹੁੰਦਾ, ਇਸੇ ਤਰ੍ਹਾਂ ਹੀ ਖੂਬਸੂਰਤ ਸਾਹਿਤ ਵੀ ਖਾਲੇ ਸੱਚ ਨਹੀਂ ਹੁੰਦਾ। ਇਹਨੂੰ ਸੋਨੇ ਦੀ ਤਰ੍ਹਾਂ ਪੱਥਰ ਤੇ ਘਸਾ ਕੇ ਪਰਖਣਾ ਬਹੁਤ ਭੈੜੀ ਗੱਲ। ਤੇ ਫਿਰ ਇਹ ਨਵਾਂ ਜ਼ਮਾਨਾ ਹੈ ਕੀ? ਨਵਾਂ ਜ਼ਮਾਨਾ, ਨਵੀਆਂ ਪੀੜ੍ਹਾਂ ਦਾ ਜ਼ਮਾਨਾ, ਨਵਾਂ ਦੌਰ, ਪੁਰਾਣੇ ਦੌਰ ਦਾ ਢਿੱਡ ਪਾੜ ਕੇ ਪੈਦਾ ਕੀਤਾ ਜਾ ਰਿਹਾ। ਨਵਾਂ ਦੌਰ ਮੌਤ ਦੀ ਵਜ੍ਹਾ ਸਾਡੇ ਨਾਲ ਚੀਖ ਰਿਹਾ। ਨਵਾਂ ਦੌਰ ਜ਼ਿੰਦਗੀ ਦੀ ਖੁਸ਼ੀ ਨਾਲ ਰੋ ਰਿਹਾ। ਦੋਵਾਂ ਦੀਆਂ ਅੱਖਾਂ ਸੇਜਲ ਨੇ, ਦੋਵਾਂ ਦੀਆਂ ਅੱਖਾਂ 'ਚ ਗਲੇਡੂ ਨੇ। ਪਰ ਸਾਹਿਤ ਕੋਈ ਲਾਸ਼ ਨਹੀਂ ਹੈ ਜਿਹਨੂੰ ਇੱਕ ਡਾਕਟਰ ਆਪਣੇ ਮੇਜ਼ ਤੇ ਲਟਾ ਕੇ ਉਹਦਾ ਪੋਸਟਮਾਰਟਮ ਕਰਦਾ ਫਿਰੇਗਾ। ਪੁਰਾਣੀ ਅਲਮਾਰੀ 'ਚੋਂ ਕੋਈ ਤੋੜਨਾ ਭਰੀ ਹੋਈ ਕਿਤਾਬ ਕੱਢੋਗੇ ਨਾ, ਤਾਂ ਬੀਤੇ ਵਕਤ ਦੀ ਨਬਜ਼ ਤੁਹਾਡੀਆਂ ਉਂਗਲਾਂ ਥੱਲੇ ਧੜਕਣ ਲੱਗੇ। ਅੱਬੂ, ਤੇਰਾ ਸਿਹਤ ਪੱਧਰ ਦੀ ਤੁਹਾਡੀ ਕਸਵੱਟੀ ਕੀ ਹੈ? ਮਨੁੱਖ ਦੇ ਹਰ ਕੰਮ ਵਾਸਤੇ ਮੈਂ ਉਹਦੇ ਸਲੀਕੇ ਨੂੰ ਹੀ ਉਹਦੀ ਕਸਵੱਟੀ ਸਮਝਦਾ। ਦੇਖੋ, ਨੁਕਤਾ ਚੀਨੀਆਂ ਫੁੱਲ ਦੀਆਂ ਪੱਤੀਆਂ ਖਿੱਚ ਕੇ ਖਿਲਾਰ ਤੇ ਸਕਦੀਆਂ ਨੇ, ਪਰ ਉਹਨਾਂ ਨੂੰ ਇਕੱਠਿਆਂ ਕਰਕੇ ਫੁੱਲ ਨਹੀਂ ਬਣਾ ਸਕਦੀਆਂ। ਪਰ ਚੰਗੇ ਬੁਰੇ ਨੂੰ ਪਰਖਣ ਲਈ ਕੋਈ ਤਾਂ ਮਾਪਦੰਡ ਹੋਣਗੇ। ਦੁਨੀਆ ਤੇ ਬੜੇ ਲੋਚਕ ਹੋਏ, ਪਰ ਅਦਬ ਚੋਂ ਬੇਅਦਬੀਆਂ ਨਹੀਂ ਮੁੱਕੀਆਂ। ਬੜੇ ਪੈਗੰਬਰ ਆਏ, ਪਰ ਮਨੁੱਖਾਂ ਦੇ ਵਿੱਚ ਏਕਤਾ ਨਹੀਂ ਪੈਦਾ ਹੋ ਸਕੀ। ਇਸ ਦੁਨੀਆ ਦੇ ਵਿੱਚ ਕਸਵੱਟੀਆਂ ਬਹੁਤ ਨੇ ਤੇ ਕੱਸਣ ਵਾਲੇ ਘੱਟ ਨੇ। ਇੱਥੇ ਪੱਥਰ ਥੋੜੇ ਨੇ ਤੇ ਸਿਰ ਪਾੜਨ ਵਾਲੇ ਜ਼ਿਆਦਾ ਨੇ। ਮੁਕੱਦਮਿਆਂ ਨੇ ਸਾਡੇ ਅੱਬੂ ਦਾ ਕੀ ਹਾਲ ਕਰ ਦਿੱਤਾ। ਕਸ਼ਮੀਰੀ ਹੋਣ ਦੇ ਨਾਤੇ ਇਹਨਾਂ ਦੇ ਚਿਹਰੇ ਤੇ ਤਾਜ਼ਗੀ ਹੁੰਦੀ ਸੀ, ਰੌਣਕ ਹੁੰਦੀ ਸੀ, ਅੱਖਾਂ ਵਿੱਚ ਲਿਸ਼ਕ ਹੁੰਦੀ ਸੀ। ਉਦੋਂ ਸਾਡੇ ਅੱਬੂ ਗਵਾਟੀ ਦੀ ਸਾਫ ਸੁਥਰੀ ਅਚਕਨ ਤੇ ਸਿਲਕੀ ਕੱਪੜੇ ਦੀ ਬਣੀ ਹੋਈ ਸਲਵਾਰ ਤੇ ਪੈਰਾਂ 'ਚ ਸਲੀਮ ਛਾਈ ਜੁੱਤੀਆਂ ਪਹਿਨਦੇ ਸੀ। ਪਰ ਲੋੜਾਂ ਦੀ ਪੂਰਤੀ ਕਰਦਿਆਂ ਅੱਬੂ ਅੰਦਰੋਂ ਪੂਰੀ ਤਰ੍ਹਾਂ ਘਿਸ ਗਏ ਸੀ ਤੇ ਉਹਨਾਂ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ। ਸਿਰ ਤੇ ਵਾਲ ਚਿੱਟੇ ਹੋ ਚੁੱਕੇ ਸਨ
ਤੇ ਸਨ 1950 ਦੇ ਵਿੱਚ ਜਦੋਂ ਉਹ ਆਪਣੀ ਕਹਾਣੀ ਟੋਬਾ ਟੇਕ ਸਿੰਘ ਸੁਣਾਉਣ ਲਈ YMCA ਹਾਲ ਦੇ ਵਿੱਚ ਗਏ ਤਾਂ ਆਪਣੀ ਉਮਰ ਤੋਂ ਕਈ ਸਾਲ ਵਡੇਰੇ ਲੱਗ ਰਹੇ ਸੀ। ਉੱਪਰ ਦੀ ਗੜਗੜ ਦੀ ਬੇਧਿਆਨਾਂ ਦੀ ਅਨਕਸ਼ੀ ਦੀ ਮੂੰਗੀ ਦੀ ਦਾਲ ਅਫਰਾਨ ਟੈਨ। ਬਿਸ਼ਨ ਸਿੰਘ ਸੀ ਇਸ ਦਾ ਨਾਮ, ਖੇਤੀਬਾੜੀ ਇਸ ਦਾ ਕੰਮ, ਟੋਬਾ ਟੇਕ ਸਿੰਘ ਪਿੰਡ ਦਾ ਨਾਮ, ਇਹੀ ਪੈ ਗਿਆ ਇਸ ਦਾ ਨਾਮ। 20 ਸਾਲਾਂ ਤੋਂ ਖੜਾ ਇਸ ਤਰ੍ਹਾਂ ਆਪਣੇ ਕੰਮ ਵਿੱਚ ਰੁੱਝਿਆ ਹੈ, ਅਜੇ ਤੱਕ ਨਾ ਵੇਖਿਆ ਕਿਸੇ ਨੇ ਲੇਟਿਆ ਹੈ ਕਿ ਸੁੱਤਾ ਹੈ। ਉਸ ਸਮੇਂ ਹੋਇਆ ਸੀ ਸਰਕਾਰੀ ਐਲਾਨ, ਇਹ ਹਿੰਦੁਸਤਾਨ ਉਹ ਪਾਕਿਸਤਾਨ, ਉਹ ਪਾਕਿਸਤਾਨ ਇਹ ਹਿੰਦੁਸਤਾਨ। ਹਿੰਦੂ ਪਾਗਲ ਜਾਣ ਕੇ ਸਾਰੇ ਹਿੰਦੁਸਤਾਨ ਤੇ ਮੁਸਲਮਾਨ ਪਾਗਲ ਜਾਣ ਕੇ ਸਾਰੇ ਪਾਕਿਸਤਾਨ। ਜਦ ਸਭ ਕੁਝ ਵੰਡ ਲਿਆ ਗਿਆ ਤਾਂ ਫਿਰ ਪਾਗਲਾਂ ਦੀ ਵਾਰੀ ਆਈ ਤੇ ਉਹਨਾਂ ਦੇ ਪਾਗਲਪਨ ਵਿੱਚ ਇੱਕ ਨਵੀਂ ਲਹਿਰ ਲਹਿਰਾਈ। ਪਾਕਿਸਤਾਨ ਕਿੱਥੇ ਆ? ਕਿੱਥੇ ਤੂੰ ਜਾ ਕਿੱਥੇ ਆ? ਓਏ ਇਹ ਪਤਾ ਨਹੀਂ, ਇਹ ਨਾ ਪਾਕਿਸਤਾਨ ਜਿਹੜਾ ਹੈਗਾ ਨਾ, ਇਹ ਹਿੰਦੁਸਤਾਨ ਵਿੱਚ ਜੀ, ਜਿੱਥੇ ਉਸਤਰੇ ਬੰਦੇ। ਓਏ ਇਹ ਹਿੰਦੁਸਤਾਨ ਕਿੱਥੇ ਆ? ਉਹ ਕਿੱਦਾਂ ਦੇ ਲੋਕ ਰਹਿੰਦੇ ਆ, ਕਿੱਦਾਂ ਦੀ ਬੋਲੀ ਬੋਲਦੇ ਆ, ਕਿੱਦਾਂ ਦਾ ਖਾਣਾ ਖਾਂਦੇ ਆ। ਓਏ ਮੈਂ ਉਹਨਾਂ ਨੂੰ ਜਾਣਦਾ ਜੀ, ਮੈਂ ਉਹਨਾਂ ਨੂੰ ਪਛਾਣਦਾ ਜੀ। ਇਹ ਹਿੰਦੁਸਤਾਨੀ ਬੜੇ ਛਦਾਨੀ ਆਕੜ ਦੂਜੇ ਨੇ। ਖਬਰਦਾਰ ਸਭ ਹੋਸ਼ਿਆਰ, ਉਹ ਵੇਖੋ ਤਲਵਾਰਾਂ ਨੂੰ, ਉਹ ਖੱਜਰ ਦੀ ਕਟਾਰਾਂ ਨੂੰ। ਇਹ ਖੂਨ ਜੋ ਹੈ ਵਹਿ ਰਿਹਾ, ਇਹ ਸਾਨੂੰ ਹੈ ਕੁਝ ਕਹਿ ਰਿਹਾ। ਬੇਵਕੂਫੋ, ਸ਼ੈਤਾਨੋ, ਜੇ ਖੂਨ ਦੇ ਤੁਸੀਂ ਪਿਆਸੇ ਹੋ ਤੇ ਖੂਨ ਮੇਰਾ ਤੁਸੀਂ ਲੈ ਜਾਓ, ਪਿਆਲੇ ਭਰ ਭਰ ਪੀ ਲਓ, ਇਹ ਖੂਨ ਤੁਹਾਡਾ ਆਪਣਾ ਹੈ। ਬੇਵਕੂਫੋ, ਨਾ ਸਮਝੋ, ਜੇ ਭੁੱਖ ਲੱਗੀ ਤਾਂ ਕੀ ਖਾਓਗੇ, ਜੇ ਪਿਆਸ ਲੱਗੀ ਤਾਂ ਕੀ ਪੀਓਗੇ, ਕਿ ਰੋਟੀ ਦਾ ਟੁਕੜਾ ਹੈ ਹਿੰਦੁਸਤਾਨ, ਕਿ ਦੁੱਖਾਂ ਦਾ ਪਿਆਲਾ ਹੈ ਪਾਕਿਸਤਾਨ। ਦੋ ਟੁਕੜਿਆਂ ਚ ਮਾਰਿਆ ਮੈਂ, ਹੌਲੀ ਹੌਲੀ ਮਾਰਿਆ। ਨਾ ਦੇਵੋ ਮੈਨੂੰ ਹਿੰਦੁਸਤਾਨ, ਬਸ ਇਹ ਰੁੱਖ ਮੈਨੂੰ ਦੇ ਦਿਓ, ਬਸ ਇਹ ਰੁੱਖ ਦੀ ਛਾਂ ਮੈਨੂੰ ਦੇ ਦਿਓ। ਮੈਨੂੰ ਨਹੀਂ ਕੁਝ ਹੋਰ ਚਾਹੀਦਾ, ਇਹ ਰੁੱਖ ਮੈਨੂੰ ਦੇ ਦਿਓ। ਮੈਨੂੰ ਪਿਆਰੇ ਇਸ ਦੇ ਪੱਤੇ, ਇਸ ਦੀਆਂ ਟਾਹਣੀਆਂ ਨਾਲ ਮੈਂ ਖੁਸ਼ ਹਾਂ, ਇਹਦੀਆਂ ਚਿੜੀਆਂ, ਇਹਦੇ ਫੁੱਲਾਂ ਨਾਲ ਖੁਸ਼ ਮੈਂ। ਬਸ ਇਹ ਰੁੱਖ ਮੈਨੂੰ ਦੇ ਦਿਓ, ਬਸ ਇਹ ਰੁੱਖ ਮੈਨੂੰ ਦੇ ਦਿਓ, ਇਹ ਰੁੱਖ ਮੈਨੂੰ ਦੇ ਦਿਓ। ਬਸ ਟੋਬਾ ਟੇਕ ਸਿੰਘ ਕਿੱਥੇ ਆ? ਪਾਕਿਸਤਾਨ। ਪਾਕਿਸਤਾਨ ਕੀ ਆ? ਇਹ ਹਿੰਦੁਸਤਾਨ ਕਿੱਥੇ ਆ? ਲੱਭੋ ਪਾਕਿਸਤਾਨ ਗਵਰਨਮੈਂਟ। ਉਹ ਮੈਨੂੰ ਬਤਾ ਦੇ। ਉਹ ਵੇਖੋ, ਪਹਿਲਾਂ ਸਿਆਲਕੋਟ ਪਾਕਿਸਤਾਨ ਚ ਸੀ, ਹੁਣ ਹਿੰਦੁਸਤਾਨ ਚ ਚਲਾ ਗਿਆ। ਹੁਣ ਲਾਹੌਰ ਪਾਕਿਸਤਾਨ ਚ, ਕੀ ਪਤਾ ਕੱਲ ਨੂੰ ਹਿੰਦੁਸਤਾਨ ਚ ਚਲਿਆ ਜਾਏ। ਬੜੀ ਅਜੀਬ ਜਿਹੀ ਗੱਲ ਹੋਈ, ਨਗਰ ਗ੍ਰਾਂ ਸ਼ਹਿਰ ਸਭ ਬਣ ਗਏ ਨੇ ਆਦਮੀ, ਪੁਰਜਮ ਕਰਦੇ ਨੇ। ਕੱਲੇ ਥੇ ਪਰਛੋਏ ਥੇ ਟੂਰਦੇ ਜਾਂਦੇ ਨੇ। ਕੀ ਪਤਾ ਕੱਲ ਨੂੰ ਦੋਵੇਂ ਦੇਸ਼ ਵਰਲਡ ਟੂਰ ਤੇ ਜਾਣ, ਰਸਤੇ ਵਿੱਚ ਗੁੰਮ ਹੋ ਜਾਣ, ਕਿਹਨੇ ਘਰ ਵਾਪਸ ਆਣ। ਫਿਰ ਆਖਿਰ ਉਹ ਵੀ ਦਿਨ ਆਇਆ ਜਿਸ ਦਾ ਸੀ ਹਰ ਪਾਗਲ ਨੂੰ ਡਰ। ਭਰ ਗੱਡੀਆਂ ਪਹੁੰਚੀਆਂ ਬਾਰਡਰ, ਇਹੀ ਸੀ ਗਵਰਨਮੈਂਟ ਦਾ ਆਰਡਰ। ਓਏ ਤੁਸੀਂ ਸੁਣਿਆ ਨਹੀਂ ਸਰਕਾਰੀ ਐਲਾਨ ਕੀ? ਹਿੰਦੂ ਪਾਗਲ ਜਾਣਗੇ ਸਾਰੇ ਹਿੰਦੁਸਤਾਨ ਤੇ ਮੁਸਲਮਾਨ ਪਾਗਲ ਜਾਣਗੇ ਸਾਰੇ ਪਾਕਿਸਤਾਨ। ਟੋਬਾ ਟੇਕ ਸਿੰਘ ਕਿੱਥੇ ਆ? ਮੈਂ ਜਨਰਲ ਰਹਿਮਤ ਅਲੀ, ਮੈਂ ਕਰਤਾਰ ਵਲੀ। ਉੱਪਰ ਦੀ ਗੜਗੜ ਦੀ ਬੇਧਿਆਨਾਂ ਦੀ ਅਨਕਸ਼ੀ ਦੀ ਮੂੰਗੀ ਦੀ ਦਾਲ ਆਉਂਦੀ ਪਾਕਿਸਤਾਨ ਗਵਰਨਮੈਂਟ ਐਂਡ ਹਿੰਦੁਸਤਾਨ ਗਵਰਨਮੈਂਟ। ਇਹ ਪਾਕਿਸਤਾਨ ਕਿੱਥੇ ਹੈ? ਇਹ ਹਿੰਦੁਸਤਾਨ ਕਿੱਥੇ ਆ? ਇੱਥੇ ਤਾਂ ਵਿਚਕਾਰ ਬਸ ਨੋ ਮੈਂਸ ਲੈਂਡ ਦਾ ਘੇਰਾ ਹੈ, ਨਾ ਤੇਰਾ ਹੈ ਤੇ ਨਾ ਮੇਰਾ ਹੈ। ਇੱਥੇ ਨਹੀਂ ਕੋਈ ਝਗੜਾ ਹੋਣਾ, ਇੱਥੇ ਨਹੀਂ ਕੋਈ ਮਸਲਾ ਹੋਣਾ। ਚਲੋ ਦੁਬਾਰਾ ਸ਼ੁਰੂ ਕਰ ਦਈਏ, ਪਾਗਲਾਂ ਨੂੰ ਅੱਡ ਕਰ ਦਈਏ। ਰਈਸਦੀਨ, ਮੈਨੂੰ ਬਾਹਰ ਰੇ ਕਿਸ਼ਨ, ਆ ਗਿਆ ਜੀ। ਅਹਿਮਦ ਅਲੀ, ਮੈਂ ਇੱਥੇ ਹਾਂ ਜੀ। ਪੰਡਤ ਕਾਰਿਆ ਵਚਨ ਸਿੰਘ ਔਰ ਟੋਬਾ ਟੇਕ ਸਿੰਘ। ਟੋਬਾ ਟੇਕ ਸਿੰਘ ਕਿੱਥੇ ਆ? ਪਾਕਿਸਤਾਨ ਚ। ਟੋਬਾ ਟੇਕ ਸਿੰਘ ਕਿੱਥੇ ਆ? ਹਿੰਦੁਸਤਾਨ ਦਾ ਮੇਰੇ ਬਾਪ, ਜੇ ਨਹੀਂ ਤੇ ਹੁਣੇ ਭੇਜਦੇ ਆ। ਉੱਪਰ ਦੀ ਗੜਗੜ ਦੀ
ਬੇਹਤਰੀ ਦੀ ਅਨੈਕਸੀ ਰਿਮੂਵ ਕੀਤੇ ਨਾਲ ਪਾਕਿਸਤਾਨ ਗਵਰਨਮੈਂਟ ਐਂਡ ਹਿੰਦੁਸਤਾਨ ਗਵਰਨਮੈਂਟ ਦੌਰ ਪਟੇ ਮੂਵ ਟੋਪਾ ਤੂੰ ਤੇ ਉਧਰ ਹੈ ਜਾਣਾ ਟੋਪਾ ਤੂੰ ਤਾਂ ਉੱਧਰ ਹੈ ਜਾਣਾ ਟੋਪਾ ਤੂੰ ਤਾਂ ਇੱਧਰ ਆਉਣਾ ਹੈ ਟੋਪਾ ਤੂੰ ਇੱਧਰ ਆਉਣਾ ਹੈ ਜੋ ਕਈ ਸਾਲਾਂ ਤੋਂ ਲੱਤਾਂ ਭਾਰ ਖੜਾ ਸੀ ਅੱਜ ਧਰਤੀ ਤੇ ਡਿੱਗਿਆ ਪਤਾ ਨਹੀਂ ਕੀ ਸੀ ਸੋਚਦਾ ਇਹ ਮਰ ਕੇ ਵੀ ਮੁਸਕਰਾਉਂਦਾ ਹੈ ਇਹ ਲਾਸ਼ ਤੁਹਾਡੀ ਹੈ ਸਾਡੀ ਨਹੀਂ ਤੁਹਾਡੀ ਹੈ ਇਸ ਲਾਸ਼ ਤੇ ਬਣਦਾ ਤੁਹਾਡਾ ਹੱਕ ਸਾਡਾ ਨਹੀਂ ਤੁਹਾਡਾ ਹੱਕ ਇਹ ਪਾਕਿਸਤਾਨ 'ਚ ਨਹੀਂ ਹੈ ਫਿਰ ਇਹ ਹਿੰਦੁਸਤਾਨ ਵਿੱਚ ਵੀ ਨਹੀਂ ਹੈ ਫਿਰ ਕਿੱਦਾਂ ਇਹਨੂੰ ਵੰਡੀਏ ਹਾਂ ਬਈ ਫਿਰ ਕਿੱਦਾਂ ਇਹਨੂੰ ਵੰਡੀਏ ਹਾਂ ਕਿਸ ਤਰ੍ਹਾਂ ਵੰਡੀਏ ਟੋਬਾ ਨਾ ਇੱਧਰ ਹੈ ਨਾ ਉੱਧਰ ਹੈ ਟੋਬਾ ਟੇਕ ਸਿੰਘ ਨਾ ਵੰਡਿਆ ਜਾਏ ਟੋਬਾ ਟੇਕ ਸਿੰਘ ਨਾ ਵੰਡਿਆ ਜਾਏ ਟੋਬਾ ਟੇਕ ਸਿੰਘ ਨਾ ਵੰਡਿਆ ਜਾਏ ਜ਼ਿੰਦਗੀ ਦੇ ਇਸ ਪਾਗਲਪਨ ਨੇ ਮੇਰੀ ਰੂਹ ਨੂੰ ਪਾਗਲ ਕਰ ਦਿੱਤਾ ਸੀ ਮੇਰਾ ਦਿਲ ਬਹੁਤ ਬੁਝਿਆ ਹੋਇਆ ਸੀ ਮੇਰਾ ਦਿਲ ਦਾ ਸਾਰਾ ਗੁੱਸਾ ਉਦਾਸੀ 'ਚ ਬਦਲ ਗਿਆ ਸੀ ਤੇ ਉਦਾਸੀ ਮੈਨੂੰ ਕਮਜ਼ੋਰ ਕਰਦੀ ਜਾ ਰਹੀ ਸੀ ਦਿਨ ਰਾਤ ਦੀ ਮਿਹਨਤ ਕਰਨ ਤੋਂ ਬਾਅਦ ਇੰਨਾ ਕੁ ਕਮਾ ਸਕਿਆ ਸੀ ਕਿ ਜਿਹਦੇ ਨਾਲ ਮੇਰੀਆਂ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਸੀ ਹੁੰਦੀ ਤੇ ਇਹ ਦੁੱਖ ਮੈਨੂੰ ਕੋਣਵਾ ਖਾਈ ਜਾ ਰਿਹਾ ਸੀ ਕਿ ਅਗਰ ਮੈਨੂੰ ਕੱਲ ਨੂੰ ਕੁਝ ਹੋ ਗਿਆ ਤੇ ਮੇਰੀਆਂ ਬੱਚੀਆਂ ਔਰ ਮੇਰੀ ਪਤਨੀ ਦਾ ਕੀ ਹੋਏਗਾ ਉਹਨਾਂ ਦੀ ਦੇਖਭਾਲ ਕੌਣ ਕਰੇਗਾ ਭੁੱਖ ਕਿਸੇ ਵੀ ਤਰ੍ਹਾਂ ਦੀ ਹੋਵੇ ਬੜੀ ਖਤਰਨਾਕ ਹੁੰਦੀ ਹੈ ਆਜ਼ਾਦੀ ਦੇ ਭੁੱਖਿਆਂ ਨੂੰ ਜੇਕਰ ਗੁਲਾਮੀ ਦੀਆਂ ਜ਼ੰਜੀਰਾਂ ਮਿਲਦੀਆਂ ਰਹਿਣਗੀਆਂ ਤਾਂ ਇਨਕਲਾਬ ਜ਼ਰੂਰ ਆਏਗਾ ਰੋਟੀ ਦੇ ਭੁੱਖਿਆਂ ਨੂੰ ਅਗਰ ਫਾਕੇ ਕੱਟਣੇ ਪੈਣਗੇ ਨਾ ਤਾਂ ਦੂਜੇ ਦੇ ਮੂੰਹ 'ਚੋਂ ਬੁਰਕੀ ਖੋਹ ਲੈਣਗੇ ਦੁਨੀਆ ਜਿੰਨੀਆਂ ਵੀ ਲਾਂਤਾਂ ਨੇ ਭੁੱਖ ਉਹਨਾਂ ਦੀ ਮਾਂ ਹੈ ਭੁੱਖ ਜ਼ੁਲਮ ਕਰਨਾ ਸਿਖਾਉਂਦੀ ਇੱਜ਼ਤ ਵੇਚਣਾ ਸਿਖਾਉਂਦੀ ਭੀਖ ਮੰਗਣਾ ਸਿਖਾਉਂਦੀ ਹੈ ਉਗਰਵਾਦ ਸਿਖਾਉਂਦੀ ਹੈ ਇਹਦਾ ਹਮਲਾ ਬੜਾ ਸਖਤ ਹੁੰਦਾ ਹੈ ਤੇ ਜ਼ਖਮ ਬਹੁਤ ਡੂੰਘਾ ਹੁੰਦਾ ਹੈ ਜਦੋਂ ਮੁਲਕ ਵੰਡਿਆ ਗਿਆ ਤਾਂ ਬੜਾ ਕੁਝ ਨਵਾਂ ਬਣਿਆ ਤੇ ਮੈਂ ਵੀ ਆਪਣੀ ਇੱਕ ਨਵੀਂ ਕਹਾਣੀ ਲਿਖੀ ਨਵਾਂ ਕਾਨੂੰਨ ਚੱਲ ਮੰਗੂ ਕੋਟਵਾਲ ਯਾਨੀ ਕਿ ਮੈਂ ਸ਼ੁਰੂ ਤੋਂ ਜਾਣ ਪੜਿਆ ਮੈਂ ਕਦੇ ਸਕੂਲ ਦਾ ਮੂੰਹ ਤੱਕ ਨਹੀਂ ਵੇਖਿਆ ਔਰ ਜਿਹੜੇ ਸਾਰੇ ਕੋਚ ਔਰ ਮੈਨੂੰ ਬੜਾ ਅਕਲਮੰਦ ਸਮਝਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜੋ ਕੁਝ ਵਾਪਰ ਰਿਹਾ ਜਾਂ ਵਾਪਰਨ ਵਾਲਾ ਹੈ ਸਭ ਤੋਂ ਪਹਿਲਾਂ ਖਬਰ ਮੈਨੂੰ ਹੁੰਦੀ ਜਦੋਂ ਮੈਂ ਆਪਣੀ ਜਾਣਕਾਰੀ ਦੀ ਪਟਾਰੀ ਖੋਲਦਾ ਤੇ ਇਹੋ ਜਿਹੀ ਗੱਲਾਂ ਸੁਣਾਉਣਾ ਕਿ ਸੁਣਨ ਵਾਲਾ ਤੰਗ ਰਹਿ ਜਾਂਦਾ ਗੱਲਾਂ ਸਾਰੀਆਂ ਸੁਣੀਆਂ ਸੁਣਾਈਆਂ ਹੁੰਦੀਆਂ ਨੇ ਬਸ ਮੈਂ ਇੱਧਰੋਂ ਸੁਣ ਕੇ ਇੱਧਰ ਸੁਣਾ ਦਿੰਦਾ ਲਓ ਤੁਸੀਂ ਵੇਖੋ ਨਜ਼ਾਰਾ ਕੱਲ ਮੈਂ ਕਿਸੇ ਸਵਾਰੀ ਨੂੰ ਸੁਣਿਆ ਸੀ ਵੀ ਸਪੇਨ 'ਚ ਜੰਗ ਛਿੜ ਜਾਣੀ ਹੈ ਬਈ ਮੰਗੂ ਇਹ ਖਬਰ ਜਾ ਕੇ ਨਾ ਕਾਮੇ ਚੌਧਰੀ ਨੂੰ ਸੁਣਾਉਂਦੇ ਆ ਉਹ ਕਾਮੇ ਚੌਧਰੀ ਉਹ ਤੈਨੂੰ ਪਤਾ ਚੱਲਦਾ ਉਹ ਸਪੇਨ 'ਚ ਜੰਗ ਛਿੜ ਜਾਣੀ ਹੈ ਸਪੇਨ ਸਪੇਨ ਕਿੱਥੇ ਆ ਮੰਗੂ ਉਹ ਤੈਨੂੰ ਸਪੇਨ ਦਾ ਨਹੀਂ ਪਤਾ ਨਹੀਂ ਪਤਾ ਉਹ ਜਾ ਘਟਾਣਾ ਹੋਵੇ ਤੇ ਸਪੇਨ ਆ ਵੀ ਇੱਧਰ ਹਾਂ ਬਲੈਕ 'ਚ ਹੋਰ ਕਿੱਥੇ ਜੰਗ ਸੱਚਮੁੱਚ ਛਿੜ ਜਾਂਦੀ ਹੈ ਤੇ ਹੁੱਕਾ ਪੀ ਰਹੇ ਕੋਚਵਾਨ ਦੇਵੀ ਦਿਲ ਵਿੱਚ ਮੰਗੂ ਦੀ ਵਡਿਆਈ ਦੀ ਹਾਮੀ ਭਰਦੇ ਨੇ ਫਿਰ ਕਿਸੇ ਅਗਲੇ ਦਿਨ ਉਹ ਹਿੰਦੂ ਤੇ ਮੁਸਲਮਾਨਾਂ ਦੇ ਫਸਾਦ ਬਾਰੇ ਸੁਣ ਕੇ ਅੱਡੇ ਜਾ ਪਹੁੰਚਦਾ ਹੈ ਚਿਹਰਾ ਤਿਲ ਮਿਲਾਇਆ ਹੁੰਦਾ ਹੈ ਉਸਦਾ ਤੇ ਹੁੱਕੇ ਦਾ ਦੌਰ ਚਲਦੇ ਜਦੋਂ ਹਿੰਦੂ ਤੇ ਮੁਸਲਮਾਨਾਂ ਦੇ ਫਸਾਦ ਦੀ ਗੱਲ ਛਿੜਦੀ ਹੈ ਮੰਗੂ ਆਪਣੀ ਪੱਗ ਲਾ ਕੇ ਆਪਣੀ ਬੱਖੀ 'ਚ ਦਬ ਲੈਂਦਾ ਹੈ ਤੇ ਬੜੇ ਗੂੜੇ ਵਿਚਾਰਾਂ ਵਿੱਚ ਕਹਿੰਦਾ ਹੈ ਤੈਨੂੰ ਪਤਾ ਕਾਮੇ ਪ੍ਰਭਾਨ ਇਹ ਸਭ ਕੁਝ ਨਾ ਉਹ ਦਰਵੇਸ਼ ਦੀ ਬਦਦੁਆਈ ਆ ਜਿਹਦੇ ਕਰਕੇ ਹਿੰਦੁਸਤਾਨ 'ਚ ਹਿੰਦੂਆਂ ਤੇ ਮੁਸਲਮਾਨਾਂ ਦੇ ਫਸਾਦ ਹੁੰਦੇ ਆ ਇੱਕ ਗੱਲ ਸੁਣ ਲਾ ਮੈਨੂੰ ਮੇਰੇ ਬਜ਼ੁਰਗਾਂ ਨੇ ਦੱਸਿਆ ਸੀ ਵੀ ਅਕਬਰ ਬਾਦਸ਼ਾਹ ਨੇ ਕਿਸੇ ਦਰਵੇਸ਼ ਦਾ ਦਿਲ ਦਿਖਾਇਆ ਸੀ ਤੇ ਉਹ ਦਰਵੇਸ਼ ਨੇ ਬਦਦੁਆ ਦਿੱਤੀ ਕਿ ਜਾ ਤੇਰੇ ਹਿੰਦੁਸਤਾਨ 'ਚ ਹਮੇਸ਼ਾ ਫਸਾਦ ਹੁੰਦੇ ਰਹਿਣਗੇ ਵੇਖ ਲਾ ਜਦੋਂ ਦਾ ਅਕਬਰ ਬਾਦਸ਼ਾਹ ਦਾ ਰਾਜ ਘੁਮਾਇਆ ਨਾ ਹਿੰਦੁਸਤਾਨ 'ਚ ਫਸਾਦ ਹੀ ਹੋਣਗੇ ਵੇ ਕਾਂਗਰਸੀ ਸੋਚਦੇ ਨੇ ਕਿ ਗੋਰਿਆਂ ਨੂੰ ਬਾਹਰ ਕੱਢ ਦੇਣਗੇ ਉਹ ਸਾਰੀ ਉਮਰ ਸਿਰ ਪਟਕਦੇ ਰਹਿਣ ਕੁਝ ਨਹੀਂ ਹੋਣਾ ਵੱਧ ਤੋਂ ਵੱਧ ਕੀ ਹੋਊਗਾ ਵੱਧ ਤੋਂ ਵੱਧ ਕੀ ਹੋਊਗਾ ਆ ਗੋਰੇ ਚਲ ਜਾਣਗੇ ਤੇ ਕੋਈ ਰੂਸ ਵਾਲਾ ਆ ਜਾਊਗਾ ਆ ਰੂਸ ਵਾਲਾ ਚਲ ਜਾਊਗਾ ਤੇ ਕੋਈ ਇਟਲੀ ਵਾਲਾ ਆ ਜਾਊਗਾ ਤੈਨੂੰ ਪਤਾ ਇਟਲੀ ਵਾਲਾ ਬਾਦਸ਼ਾਹ ਬੜਾ ਖਤਰਨਾਕ ਹੈਗਾ ਜੀ ਉਹ ਨਾਲੇ ਮੈਂ ਇੱਕ ਗੱਲ ਹੋਰ ਸੁਣੀ ਵੀ ਉਹ ਦਰਵੇਸ਼ ਨੇ ਵੀ ਗੱਲ ਕੀਤੀ ਵੀ ਹਿੰਦੁਸਤਾਨ ਦੇ ਨਾ ਹਮੇਸ਼ਾ ਬਾਹਰਲੇ ਬੰਦੇ ਰਾਜ ਕਰਦੇ ਰਹਿਣਗੇ ਮੰਗੂ ਅੰਗਰੇਜ਼ਾਂ ਤੋਂ ਬਹੁਤ ਨਫ਼ਰਤ ਕਰਦਾ ਸੀ ਉਹਨਾਂ ਨੂੰ ਚਿੱਟੇ ਚੂਹੇ ਕਹਿੰਦਾ ਸੀ ਜਿਨ੍ਹਾਂ ਦੀ ਚਿੱਟੀ ਮਰੀਅਲ ਤੇ ਕੁਰਕੁਰੀ ਚਮੜੀ ਦੇਖ ਕੇ ਉਸ ਨੂੰ ਉਲਟੀ ਆਉਂਦੀ ਸੀ ਉਹਦੀ ਨਫ਼ਰਤ ਦਾ ਕਾਰਨ ਛਾਉਣੀ ਦੇ ਅੰਗਰੇਜ਼ ਸਨ ਜਿਹੜੇ ਸ਼ਰਾਬ ਪੀ ਕੇ ਮੰਗੂ ਨੂੰ ਬੜਾ ਹੀ ਤੰਗ ਕਰਦੇ ਸਨ ਫਿਰ ਉਹਨੂੰ ਪਤਾ ਲੱਗਾ ਕਿ 1 ਅਪ੍ਰੈਲ ਨੂੰ ਨਵਾਂ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ ਤੇ ਉਹਨੂੰ ਚਾਹ ਚੜ ਗਿਆ ਤੇ ਉਹ ਥਾਂ ਲੋਕਾਂ ਨੂੰ ਖੁਸ਼ਖਬਰੀਆਂ ਵੰਡਦਾ ਫਿਰੇ ਉਹ ਕਾਮੇ
ਉਹ ਗੱਲ ਸੁਣ ਭਰਾ ਗੱਲ ਸੁਣ ਉਹ ਬੜੀ ਖੁਸ਼ੀ ਦੀ ਗੱਲ ਈ ਤੈਨੂੰ ਪਤਾ 1 ਅਪ੍ਰੈਲ ਨੂੰ ਨਵਾਂ ਕਾਨੂੰਨ ਲਾਗੂ ਹੋ ਜਾਣਾ ਈ ਫੇਰ ਵੇਖੀ ਇਟਲੀ ਵਾਲਾ ਬਾਦਸ਼ਾਹ ਕੁਝ ਨਾ ਕੁਝ ਕਰਕੇ ਰਹੂਗਾ ਫੇਰ ਨਹੀਂ 1 ਅਪ੍ਰੈਲ ਨੂੰ ਉਡੀਕ ਉਹ ਬੇहद ਕਾਲਾ ਤੇ ਬੇਸਬਰਾ ਸਾਬਿਤ ਹੁੰਦਾ ਹੈ। ਉਹ ਚਾਹੁੰਦਾ ਹੈ ਕਿ ਇਹ ਦਿਨ ਇੱਕਦਮ ਆ ਜਾਵੇ ਤਾਂ ਜੋ ਇਹ ਚਿੱਟੇ ਚੂਹੇ ਆਪਣੀਆਂ ਬੁੱਧੀਆਂ ਲੈ ਕੇ ਨਵਾਂ ਕਾਨੂੰਨ ਆਉਂਦੇ ਬਿੱਲਾਂ ਵਿੱਚ ਵੜ ਜਾਣ। ਮੰਗੂ ਦੀ ਧੀ ਉਸ ਨੂੰ ਬੱਚਾ ਹੋਣ ਵਾਲਾ ਹੈ। 4-5 ਮਹੀਨੇ ਪਹਿਲਾਂ ਹੀ ਉਹ ਕਾਲਾ ਪੈ ਜਾਂਦਾ ਹੈ। ਆਪਣੀ ਪਤਨੀ ਦੇ ਢਿੱਡ ਤੇ ਹੱਥ ਲਾਉਂਦਾ ਹੈ ਤੇ ਕੰਨ ਲਾ ਕੇ ਕੁਝ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਉਹਨੂੰ ਯਕੀਨ ਸੀ ਕਿ ਬੱਚਾ ਇੱਕ ਦਿਨ ਜ਼ਰੂਰ ਪੈਦਾ ਹੋਵੇਗਾ। ਇਸੇ ਤਰ੍ਹਾਂ 1 ਅਪ੍ਰੈਲ ਨੇ ਵੀ ਆਉਣਾ ਸੀ, ਸੋ ਆ ਗਈ। ਆਖਰ 1 ਅਪ੍ਰੈਲ ਆ ਗਈ ਹੈ। ਉਹ ਅੱਜ ਤੋਂ ਨਵਾਂ ਕਾਨੂੰਨ ਲਾਗੂ ਹੋ ਗਿਆ ਬਾਦਸ਼ਾਹ ਹੈ। ਸਾਰਾ ਬਾਜ਼ਾਰ ਹੁੰਦਾ ਹੀ ਆ, ਲੋਕੀ ਵੀ ਉਤਰੇ ਫਿਰਦੇ ਆ। ਉਹ ਚੋ ਉਹ ਕਚਹਿਰੀਆਂ 9 ਵਜੇ ਖੁੱਲੀਆਂ ਨਾ, ਉਹ 9 ਵਜੇ ਤੋਂ ਬਾਅਦ ਨਵਾਂ ਕਾਨੂੰਨ ਲਾਗੂ ਹੋਊਗਾ। ਇਹ ਕਿਹੜੀ ਗੱਲ ਹੈ 9 ਹੋਣੇ ਵੱਜ ਜਾਣੇ ਆ ਕਿ ਇੱਕ ਖੰਬੇ ਦੇ ਕੋਲ ਖੜੇ ਗੋਰੇ ਨੇ ਮੰਗੂ ਨੂੰ ਹੱਥ ਦਾ ਇਸ਼ਾਰਾ ਦੇ ਕੇ ਆਪਣੇ ਕੋਲ ਬੁਲਾਇਆ। ਪਹਿਲੇ ਤੇ ਮੰਗੂ ਨੇ ਸੋਚਿਆ ਕਿ ਉਹਦੇ ਵੱਲ ਧਿਆਨ ਹੀ ਨਾ ਦੇਵੇ, ਪਰ ਫਿਰ ਉਹਨੂੰ ਖਿਆਲ ਆਇਆ ਇਹ ਸਾਰੇ ਪੈਸੇ ਇਹਨਾਂ ਨੂੰ ਕਢਾਉਣੇ ਆ, ਇਹਨਾਂ ਕੋਲ ਪੈਸੇ ਨਹੀਂ ਛੱਡਣੇ। 14.5 ਦੀ ਕਲਗੀ ਕੀਤੀ ਹੈ ਪੈਸੇ ਇਹਨਾਂ ਨੂੰ ਕਢਾਉਣੇ ਆ। ਆਉਂਦੇ ਆ ਉਹ ਚਪਕਦੇ ਹੀ ਗੋਰੇ ਕੋਲ ਪਹੁੰਚ ਗਿਆ। ਉਹਨੇ ਗੋਰੇ ਨੂੰ ਉਹ ਦੇਖਿਆ ਜਿਵੇਂ ਉਹਨੂੰ ਕੱਚੇ ਨੌ ਵਾਂਗ ਚੱਪ ਜਾਣਾ ਹੋਵੇ। ਦੋਵਾਂ ਦੀਆਂ ਅੱਖਾਂ ਪੜੀਆਂ ਤੇ ਗੋਰਾ ਭਾਵ ਗਿਆ ਸੀ ਕਿ ਕੁਝ ਅਟਪਟਾ ਜ਼ਰੂਰ ਹੈ। ਉਹਨੇ ਸਿਗਰਟ ਦਾ ਧੂੰਆਂ ਉਛਾਲਿਆ ਤੇ ਪੁੱਛਿਆ, ਜਨਵੰਤ ਚਾਬੇ ਡੰਗਾ ਕਰਨਵੰਤ। ਮੰਗੂ ਤਾਰ ਗਿਆ ਸੀ ਕਿ ਉਹੀ ਅੰਗਰੇਜ਼ ਹੈ ਜਿਹਨੇ ਪਿਛਲੇ ਸਾਲ ਉਹਦੇ ਲਈ ਮੁਸੀਬਤ ਖੜੀ ਕੀਤੀ ਸੀ। ਉਹਨੇ ਨਵਾਂ ਕਾਨੂੰਨ ਤੇ ਪਿਛਲੇ ਸਾਲ ਦੀ ਲੜਾਈ ਬਾਰੇ ਗੌਰ ਕਰਦਿਆਂ ਪੁੱਛਿਆ, ਕਹਾਂ ਜਾਣਾ ਮੰਗਤਾ ਹੀਰਾ ਮੰਡੀ 5 ਰੁਪਏ ਲੱਗਣਗੇ। यू ब्लडी इंडियन 5 रुपए किस बात के यू ब्लडी ਉਹ 1 ਅਪ੍ਰੈਲ ਨੂੰ ਹੀ ਫੋਨ ਹੁਣ ਤੇ ਨਵਾਂ ਕਾਨੂੰਨ ਲਾਗੂ ਹੋ ਗਿਆ ਵਾ। ਹੋ ਬਸ ਤੂੰ ਨਵਾਂ ਕਾਨੂੰਨ ਲਾਈ ਹੈ ਤੂੰ ਓਏ। ਉਹ ਕਾਨੂੰਨ ਉਹੀ ਆ ਪੁਰਾਣਾ। ਮੁਲਕ ਹਿੰਦੁਸਤਾਨ ਨਹੀਂ ਹਿੰਦੀਆਂ ਦਾ, ਪਾਕ ਹੋਇਆ ਨਹੀਂ ਪਾਕਿਸਤਾਨੀਆਂ ਦਾ। ਨਵਾਂ ਯੁੱਗ ਪੁਰਾਣੇ ਕਾਨੂੰਨ ਚੱਲਦੇ, ਤੈਨੂੰ ਚੱਲਦਾ ਸਿੱਕਾ ਸ਼ੈਤਾਨੀਆਂ ਦਾ। हाँ भैया नागे वाले शालीमार भाई जाना। चलेंगे जी चलेंगे क्यों नहीं जी? रिजवी साहब आज एक बड़ी माड़ी खबर सुनने को मिली है जी। वो अपना उर्दू का अफसाना निगार ने मंटो सादत हसन मंटो वो फौत हो गए। उते बड़ी दलेरी ना लिखता सी। बहुत अच्छी कलम से लिखी। ठीक है साहब जी, मंटो साहब इनकार कर गए। हाँ भैया जी। फिर भाई साहब तुसी कोई और टांगा कर दो। आज मेरा टांगा नहीं बगेगा। जद वक्त ही मेरे लिए रुक गया है, मैं टांगा किवें दौड़ा सकता हूं? वक्त तुरेगा तुरसा मैं, घोड़े नूं टापे पा सकता। अल्लाह मंटो साहब नूं जन्नत नसीब करी। ਮੁਲਕ ਤਾਂ ਵੰਡਿਆ ਜਾ ਸਕਦਾ ਸੀ ਪਰ ਮੰਟੋ ਵੰਡਿਆ ਨਹੀਂ ਜਾਣਾ। ਫਿਲਹਾਲ ਜੋ ਸਾਡੇ ਸੀਨੇ ਵਿੱਚ ਉਹ ਹੋਠਾਂ ਤੇ ਹੈ ਆ ਜਾਣਾ। ਲੋਕ ਵੇਖ ਵੇਖ ਕੇ ਹੱਸਣਗੇ, ਸਾਥੋਂ ਤਾਂ ਹੱਸਿਆ ਨਹੀਂ ਜਾਣਾ। ਮੰਟੋ ਰੂਹਾਂ ਵਿੱਚ ਵਸਦਾ ਹੈ, ਮੇਰੇ ਨਾਲ ਰੋਂਦਾ ਹੱਸਦਾ ਹੈ, ਕੁਝ ਸੁਣਦਾ ਹੈ ਕੁਝ ਦੱਸਦਾ ਹੈ। ਉਹਨੇ ਜੋ ਸੁਣਿਆ ਸੀ ਉਹ ਲਿਖਿਆ ਹੈ, ਮੰਗੀ ਬਸ ਦਰਦ ਦੀ ਭਿੱਖਿਆ ਹੈ। ਉਹ ਝੋਲੀ ਭਰ ਕੇ ਤੁਰਿਆ ਸੀ, ਉਹ ਝੋਲੀਆਂ ਪਾ ਕੇ ਤੁਰ ਰਿਹਾ। ਉਹਦਾ ਥਰੂ ਖਾਰਾ ਪਾਣੀ ਨਹੀਂ, ਕੋਈ ਬਰਫ਼ ਦਾ ਤੋਦਾ ਖੁਰ ਗਿਆ। ਇਹ ਆਰ ਪਾਰ ਜੋ ਜੰਮੀਆਂ ਨੇ ਬਰਫਾਂ ਨੇ ਆਖਰ ਖੁਰ ਜਾਣਾ। ਬੇਸ਼ੱਕ ਪੱਥਰ ਬਣ ਬੈਠੀਆਂ ਨੇ ਪਰ ਇੱਕ ਦਿਨ ਇਹਨਾਂ ਨੇ ਭੁਰ ਜਾਣਾ। ਮੁਲਕ ਤਾਂ ਵੰਡਿਆ ਜਾ ਸਕਦਾ ਸੀ ਪਰ ਮੰਟੋ ਵੰਡਿਆ ਨਹੀਂ ਜਾਣਾ। ਮੁਲਕ ਤਾਂ ਵੰਡਿਆ ਜਾ ਸਕਦਾ ਸੀ
ਵੰਡ ਲਿਆ ਤੁਸੀਂ ਵੰਡ ਲਿਆ ਤੁਸੀਂ ਵੰਡ ਲਿਆ ਮੁਲਕ ਤਾਂ ਵੰਡਿਆ ਜਾ ਸਕਦਾ ਸੀ ਮੰਟੋ ਵੰਡਿਆ ਨਹੀਂ ਜਾਣਾ ਪਰ 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 ਮੰਟੋ ਵੰਡਿਆ ਨਹੀਂ ਜਾਣਾ